ਬੜੀ ਸੱਚ ਕਿਹੜਾ ਮੁੰਡਾ ਜੀ? ਪੂਰੀ ਉਹਨੇ ਰੱਦੀ ਪੋਲ ਛੜੀ ਉਹਨੇ। ਅੱਛਾ ਸਿਕਰ ਭਾਈ ਉਹ ਸਾਕੀ ਭਾਈ ਦਾ ਗੁੱਸਾ। ਹਾਂਜੀ ਹਾਂਜੀ ਅੱਛਾ ਹਾਂ ਨਹੀਂ ਉਹਨੇ ਤੇ ਸਰ ਸਾਰੀ ਜਾਣਦਾ ਉਹਦੇ ਉਹਨੇ ਆਪ ਹੀ ਬਹੁਤ ਜ਼ਿਆਦਾ ਸਰਚ ਕੀਤੀ ਹੈ ਤੇ ਮੇਰੇ ਤੇ ਇਹਨਾਂ ਭਰਾਵਾਂ ਬੜੀ ਮਿਹਨਤ ਕੀਤੀ ਹੈ, ਇਹ ਫਰਕ ਹੈ। ਬਿਲਕੁਲ ਨਹੀਂ, ਮੈਂ ਇੱਕ ਚੀਜ਼ ਦਾ ਵਾਜ਼ਾ ਕਰਨਾ ਚਾਹ ਰਿਹਾ ਸੀ। ਸਾਕੀ ਭਾਈ ਨੇ ਨਾ ਜਿੰਨੀ ਦੇਰ ਤੇ ਮੈਨੂੰ ਹੋ ਗਈ ਤਕਰੀਬਨ ਉਹੀ 8-9 ਮਹੀਨੇ ਸਾਲ ਹੋ ਗਿਆ ਬੈਠਦੇ ਤੇ, ਮੈਂ ਕਦੀ ਇਹਨਾਂ 'ਚ ਗੁੱਸਾ ਨਹੀਂ ਵੇਖਿਆ। ਮਤਲਬ ਇੱਕ ਹੁੰਦਾ ਨਾ ਬੰਦਾ ਗੁੱਸੇ 'ਚ ਆ ਕੇ ਵੀ ਕभी ਉਹ ਗਲਤ ਗੱਲ ਕਰੇ। ਉਸ ਬੰਦੇ 'ਚ ਦੂਜੀ ਸਿਟਿੰਗ 'ਚ ਉਹਨੇ ਕਹਿਤਾ ਕਿ ਤੇਰੀ ਭੈਣ ਦੀ ਤੇਰੀ ਮਾਂ ਦੀ ਸਾਰੇ ਦੀ ਕੁਆਲਿਟੀ ਹੈ। ਇਹ ਕੁਆਲਿਟੀ ਹੈ ਗੁੱਸਾ। ਤੁਸੀਂ ਦੇਖੋ ਨਾ ਬੰਦਾ ਚੀਦਾਰ ਹੈ, ਫਰੈਂਡਲੀ ਆਦਮੀ ਹੈ। ਗੁੱਸਾ ਤੁਸੀਂ ਇਹਦੇ 'ਚ ਪਹਿਲੇ ਵੀ ਨਹੀਂ ਸੀ, ਸਿਰਫ ਗਾਲਾਂ ਕੱਢਦਾ ਸੀ। ਗੁੱਸਾ ਇਹਦੇ 'ਚ ਪਹਿਲੇ ਵੀ ਨਹੀਂ ਸੀ, ਠੀਕ ਹੈ। ਹਾਂ ਗਾਲ ਇਹੋ ਜਿਹੀ ਕੱਢਦਾ ਸੀ ਜਿੱਥੇ ਲੱਗਦਾ ਸੀ ਐਗਰੈਸ਼ਨ ਹੈ। ਤੁਸੀਂ ਹੌਲੀ ਹੌਲੀ ਉਸ ਪਾਸੇ ਟੁਰ ਪਏ ਹੋ। ਨਹੀਂ ਗਾਲਾਂ ਬੰਦਾ ਉਦੋਂ ਹੀ ਕੱਢਦਾ ਜਦੋਂ ਸਿਕਰ ਭਾਈ ਗੁੱਸਾ ਆਉਂਦਾ। ਵੈਸੇ ਤਾਰਫ ਦੀ ਵਜ੍ਹਾ ਕੋਈ ਨਹੀਂ ਸੀ ਇਸ ਵੇਲੇ। ਕੋਈ ਬੰਦਾ ਵੀ ਨਵਾਂ ਆਇਆ ਜਿਹਨੂੰ ਤਾਰਫ ਗਾਲਾਂ ਕੱਢਦਾ ਸੀ, ਉੱਥੋਂ ਫੀਲ ਹੁੰਦਾ ਸੀ ਕਿ ਸ਼ਾਇਦ ਇਹਦੇ ਵਿੱਚ ਐਗਰੈਸ਼ਨ ਹੈ, ਲੇਕਿਨ ਐਗਰੈਸ਼ਨ ਨਹੀਂ ਸੀ, ਉਹ ਟੈਂਟਰਮ ਸੀ। ਹਾਂ ਦੇਖੋ ਵੇਖ ਲਓ ਸਾਕੀ ਸਾਹਿਬ, ਇਹ ਬਾਨੇ ਨਾਲ ਤੁਹਾਡਾ ਤਾਰਫ ਕਰਾ ਰਹੇ ਤੇ ਅਫਜ਼ਲ ਵੜੈਚ ਸਾਹਿਬ, ਮੈਂ ਜਿਸ ਬੰਦੇ ਦੀ ਗੱਲ ਕਰ ਰਿਹਾ ਨਾ ਉਹਨੇ ਦੂਜੀ ਸਿਟਿੰਗ 'ਚ ਨਾ ਗਾਲ ਕੱਢ ਛੱਡੀ ਸੀ ਜੀ। ਮੈਂ ਆਪਣੀ ਜਿਹੜੀ ਆਪ ਬੀਤੀ, ਮੈਂ ਤੇ ਇਬਨ ਆਦਮ ਭਾਈ ਦੋ ਬੰਦੇ ਆ। ਯਾਰ ਇਬਨ ਆਦਮ ਨਜ਼ਰ ਨਹੀਂ ਆ ਰਿਹਾ ਅੱਜ ਕੱਲ। ਉਹ ਇਬਾਦਤ 'ਚ ਮਸਰੂਫ ਨੇ। ਨਹੀਂ ਸੀਰੀਅਸਲੀ ਉਹ ਰੋਜ਼ਿਆਂ ਦੀ ਵਜ੍ਹਾ ਤੋਂ ਹਾਂ ਸ਼ਾਇਦ ਰੂਟੀਨ ਅੱਗੇ ਪਿੱਛੇ ਹੋਈ ਹੈ। ਉਹਨਾਂ ਨੇ ਲਾਸਟ ਟਾਈਮ ਸਿਕਰ ਭਾਈ ਹੋਈ ਸੀ ਗੱਲ, ਉਹ ਕਹਿ ਰਹੇ ਸੀਗੇ ਨਹੀਂ ਉਹ ਯਾਰ ਮੇਰੀ ਤਰਫੋਂ ਪੁੱਛੇ ਜਿਹਦਾ ਹੈ ਕੰਟੈਕਟ ਉਹ ਜ਼ਰੂਰ ਕਹੇ ਜੇ ਕਿ ਆਈ ਮਿਸ ਹਿਮ, ਬੰਦਾ ਨਜ਼ਰ ਆਣਾ ਚਾਹੀਦਾ ਯਾਰ। ਅੱਛਾ ਵੜੈਚ ਸਾਹਿਬ ਨੇ ਕੀਤਾ ਇਬਨ ਆਦਮ ਨੂੰ ਬਲੌਕ ਕਿ ਬਰੋਡ ਤੋਂ ਇੱਕ, ਤੇ ਮੈਨੂੰ ਪੁੱਛਦਾ ਇਬਨ ਆਦਮ ਚੌਧਰੀ ਭਾਈ ਆਪਕੋ ਵੀ ਕੀ ਹੈ? ਮੈਂ ਕਿਹਾ ਮੈਂ ਜਾਂਦਾ ਹੀ ਨਹੀਂ, ਉਹਨਾਂ ਦੀ ਰਚਨਾ ਵੜੈਚ ਸਾਹਿਬ ਦੇ ਨੇੜੇ ਨਹੀਂ ਲੱਗਦਾ ਸੀ। ਓ ਮਾਈ ਗॉड। ਇਬਨ ਆਦਮ ਭਾਈ ਨੂੰ ਮੈਂ ਮਿਲਿਆ ਨਾ ਉੱਥੇ, ਅਸੀਂ ਇਕੱਠੇ ਚਾਹ ਚੂ ਪੀਤੀ, ਅਸੀਂ ਗਏ ਉੱਥੇ ਨਾ। ਅੱਛਾ ਜੀ। ਹਾਂ ਯੂਕੇ, ਉੱਥੇ ਅਸੀਂ ਬੈਠੇ ਤੇ ਮੇਰੇ ਨਾਲ ਮੇਰੇ ਜ਼ਰਾ ਦੋ ਤਿੰਨ ਦੋਸਤ ਵੀ ਆਏ ਸਨ। ਤੇ ਪਹਿਲੇ ਮੈਂ ਸੋਚਿਆ ਕਿ ਇਬਨ ਆਦਮ ਸਾਰੇ ਤਾਂ ਖਾਮੋਸ਼ ਹੋ ਕੇ ਬਹਿ ਜੀ, ਇਹਨੂੰ ਕਿ ਗੈਸ ਕਰ ਹਾਂ ਕਿਹੜਾ ਹੋਵੇ, ਠੀਕ ਹੈ। ਲੇਕਿਨ ਇਹ ਨਹੀਂ ਕਿ ਚਲੋ ਬੰਦਾ ਅੱਛਾ ਸ਼ਹਿਜ਼ਾਦਾ ਆਦਮੀ, ਅੱਛਾ ਲੜਕਾ ਹੈ ਬਹੁਤ ਸ਼ਹਿਜ਼ਾਦਾ ਆਦਮੀ। ਕੌਣ ਇਬਨ ਆਦਮ ਨਾ? ਇਬਨ ਆਦਮ ਬੱਬਰ ਸ਼ੇਰ ਆਦਮੀ। ਹਾਂ ਨਹੀਂ ਮਾਫੀ ਬੜੇ ਟਾਈਮ ਨਾਲ ਮੰਗ ਲੈਂਦਾ। ਵੜੈਚ ਸਾਹਿਬ ਕੋਈ ਅਹਿਮਦੀ ਬਰਾੜ ਨਹੀਂ ਜਿੱਥੋਂ ਬੰਦਾ ਬਲੌਕ ਨਾ ਹੋਵੇ। ਸਾਕੀ ਸਾਹਿਬ ਮੇਰੇ ਕੋਲ ਵੀ ਉਹਨੇ 2 ਵਾਰੀ ਕੋਸ਼ਿਸ਼ ਕੀਤੀ ਮਾਫੀ ਮੰਗਣ ਦੀ, ਉਹ ਟੁਰਦਾ ਹੀ ਹੈ ਤੇ ਮੈਂ ਉਹਨੂੰ ਉੱਥੇ ਰੋਕ ਲੈਣਾ। ਤੁਸੀਂ ਦੇਣਾ ਨਹੀਂ ਨਾ ਚਾਹੁੰਦੇ ਅਸਲ ਵਿੱਚ? ਨਹੀਂ ਯਾਰ ਬੱਚਾ ਮੇਰੇ ਵਾਸਤੇ ਮਾਸ਼ਾਅੱਲਾ। ਉਹ ਵੇਖੋ ਨਾ, ਉਹ ਜੋ ਵੀ ਮੈਂ ਤੇ ਇਸ ਗੱਲ ਨੂੰ ਅੰਡਰਸਟੈਂਡ ਕਰਨਾ ਨਾ, ਦੇਣ ਦੀ ਗੈਰਤ ਔਰ ਇਖਲਾਸ ਦੇ ਵਿੱਚ ਕੋਈ ਬੰਦਾ ਅਗਰ ਕਿਸੇ ਨੂੰ ਜੋ ਵੀ ਕਹਿ ਦਿੰਦਾ ਉਹ ਤੇ ਉਹਦਾ ਫੇਲ ਤੇ ਬਿਲਕੁਲ ਉਹ ਕਾਊਂਟ ਹੀ ਨਹੀਂ ਕਰਦਾ ਮੇਰੀ ਨਜ਼ਰ 'ਚ। ਇਹਦਾ ਮਤਲਬ ਹੈ ਕਿ ਜਿਹੜਾ ਮੈਂ ਦਿਲ ਵਿੱਚ ਵੀ ਤੁਹਾਨੂੰ ਕੁਝ ਆਂਦਾ ਰਿਹਾ ਉਹ ਵੀ ਬਖਸ਼ਿਆ ਜਾਏਗਾ। ਐਬਸੋਲੂਟਲੀ ਸਰ, ਮੈਂ ਤੁਹਾਡੀ ਉਹਨੀ ਰਿਸਪੈਕਟ ਕਰਨਾ। ਇਹ ਐਬਸੋਲੂਟਲੀ ਵੜੈਚ ਸਾਹਿਬ ਤੁਹਾਡਾ ਐਬਸੋਲੂਟਲੀ ਰੁਕ ਜਾਂਦਾ ਜੇ ਤੁਸੀਂ ਦਿਲ ਦੀ ਗੱਲ ਸੁਣ ਲੈਂਦੇ ਉਹਦੀ। ਰਹਿਣ ਦੇ, ਨਾ ਹੀ ਸੁਣਨੀ ਵੜੈਚ ਸਾਹਿਬ, ਆਪਾਂ ਨਹੀਂ ਸੁਣਨੀ। ਓ ਮਾਈ ਗॉड ਸਰ, ਥੱਲੇ ਐਟੀਟਿਊਡ ਆਫ ਸਕਾਰਫੇਸ ਸਰਾਂ ਤੁਸੀਂ ਲਿਖਿਆ ਹੈ ਕਿ ਉਹ ਪਦੈਸ਼ੀ ਜਵਾਨ। ਯਾਰ ਸਮਹਾਉ ਮੈਨੂੰ ਇਹ ਅਜ਼ਮ ਨਹੀਂ ਹੁੰਦੀ ਗੱਲ। ਕੌਣ ਪਦੈਸ਼ੀ ਹੁੰਦੀ? ਅਕਸਰੀਅਤ ਤਾਇਰ ਦੇ ਬਾਰੇ ਚ ਅਕਸਰੀਅਤ ਨਹੀਂ ਆਉਂਦੀ। ਵੜੈਚ ਸਾਹਿਬ ਮੈਂ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ ਨਾ, ਜਿਹੜਾ ਉਸ ਮੁੰਡੇ ਦਾ ਮੈਂ ਐਟੀਟਿਊਡ ਦੇਖਿਆ, ਠੀਕ ਹੈ, ਹਾਂ 2 ਗੱਲਾਂ ਨੇ। ਇਸ ਤੋਂ ਇਲਾਵਾ ਤੀਜੀ ਗੱਲ ਜਾਂ ਉਹ ਪਦੈਸ਼ੀ ਅਹਿਮਦੀ ਹੈ ਜਾਂ ਉਹੀ ਗੱਲ ਹੈ ਜਿਹੜੀ ਐਚਐਸ, ਜਿਹੜੀ ਇਹ ਤੇ ਐਚਐਸ ਕੁੜੀਆਂ ਦੇ ਨਾਲ ਰਾਬਤੇ 'ਚ ਫਨਕਾਰੀ ਲਾ ਰਹੇ ਨੇ। ਬਸ ਇਹ ਹੋਰ ਕੋਈ ਗੱਲ ਨਹੀਂ ਹੈਗੀ। ਉਹ ਵੀ ਇਸੇ ਚੱਕਰ 'ਚ ਹੋਇਆ ਬੇਗੈਰਤ ਇਨਸਾਨ, ਤੇ ਇਹ ਵੀ ਇਸੇ ਚੱਕਰ 'ਚ ਹੋਇਆ। ਹੋਰ ਕੱਖ ਕੱਢਾ ਇਹਨਾਂ ਦੇ ਕੋਲ ਨਹੀਂ। ਬੜਾ ਸਭ ਕੋਈ ਕਦਿਆ ਨਹੀਂ ਹੁੰਦਾ ਐਵੇਂ ਜਾ ਕੇ ਬੈਠ ਕੇ। ਇਹ ਦੂਸਰਾ ਹੀ ਕੇਸ, ਇਹ ਫਿਰ ਦੂਸਰਾ ਹੀ ਕੇਸ ਲੱਗਦਾ, ਕਿਉਂਕਿ ਪਹਿਲਾ ਜਿਹੜਾ ਨਾ ਉਹ ਮੈਨੂੰ ਸਮਹਾਉ ਨਹੀਂ ਫੀਲ ਹੁੰਦੀ ਇਹਦੇ ਕੋਲ ਪਦੈਸ਼ੀ ਵਾਲੀ, ਕਿਉਂਕਿ ਪਦੈਸ਼ੀ ਦੇ ਮਾਰਕਰ ਜਿਹੜੇ ਨੇ ਬੜੇ ਆਬਵੀਅਸ ਹੋ ਜਾਂਦੇ ਨੇ। ਤੇ ਨੋ ਮੋਬਾਈਲ ਦੇ ਵੀ ਮਾਰਕਰਸ ਨਹੀਂ ਇਹਦੇ। ਇਹ ਨਵਾਂ ਐਮਦੀ ਤੇ ਨਹੀਂ ਲੱਗਦਾ। ਕੌਣ ਜੀ? ਇਹ ਮਤਲਬ ਕੁਝ ਜਿਹੜਾ ਐਮਦੀਅਤ ਜਿਹਨੇ ਕਬੂਲ ਕੀਤੀ ਹੋਵੇ ਉਹ 2 ਦਿਨ ਐਕਟਿੰਗ ਕਰਦਾ ਬਹਿ ਕੇ, ਉਹ 2 ਦਿਨ 'ਚ ਖਸਲਤ ਉਹਦੀ ਬਾਹਰ ਆ ਗਈ। ਦੂਜੇ ਦਿਨ ਗਾਲਾਂ ਕੱਢੀਆਂ ਨੇ ਸਿਕਰ ਭਾਈ, ਮੈਂ ਤਾਂ ਦੱਸ। ਉਹ ਯਸ, ਉਹਨੇ ਗਾਲਾਂ ਕੱਢੀਆਂ ਨੇ ਡਾਇਰੈਕਟ। ਅੱਛਾ ਉਹ ਜਿਹੜਾ ਟਵਾਣਾ ਉਹ ਮੇਰੇ ਵਾਸਤੇ ਬਹੁਤ ਮੁਤਜੱਸਿਸ ਕੇਸ ਸਾਬਤ ਹੋਇਆ। ਘਟੀਆ ਇਨਸਾਨ, ਉਹ ਬੰਦਾ ਬਹੁਤ ਡੂੰਘਾ ਜੀ, ਉਹ ਬਹੁਤ ਹਾਈ ਲੈਵਲ ਦਾ ਘਟੀਆ ਇਨਸਾਨ ਹੈ। ਉਹ ਇੰਨਾ ਕੁ ਪ੍ਰੀਮੈਡੀਟੇਟਡ ਮੈਨਰ ਦੇ ਨਾਲ ਓਪਰੇਟ ਕਰ ਰਿਹਾ ਹੈ
ਯਾਨੀ ਬਹੁਤ ਗਹਿਰੀ ਸੋਚ ਸਮਝ। ਦੇਖੋ ਸਾਲਾਂ ਸਾਲ ਤੋਂ ਉਸ ਬੰਦੇ ਮੈਨੂੰ ਆਪਣੀ ਹਕੀਕਤ ਨਹੀਂ ਜ਼ਾਹਿਰ ਹੋਣ ਦਿੱਤੀ, ਔਰ ਮੈਂ ਅਗਲੇ ਦਿਨ ਉਹਦੀ ਗੁਫ਼ਤਗੂ ਸੁਣੀ, ਉਹਦੇ ਨਾਲ ਅਨਸਰ ਰਜ਼ਾ ਦੇ ਨਾਲ ਕਰ ਰਿਹਾ ਸੀ, ਔਰ ਉਹ ਬਿਲਕੁਲ ਇਸਲਾਮ ਦੀ ਉਹ ਐਂਟੀ ਸਾਈਡ ਜਿਹੜੀ ਉਹ ਰਿਪਰੈਜ਼ੈਂਟ ਕਰ ਰਿਹਾ ਸੀ। ਮੁਖਾਲਫਤ ਇਸਲਾਮ ਦੇ ਮੁਖਾਲਫ ਜਿੱਥੇ ਵੀ ਸੁਣੋਗੇ ਵੜਾਈ ਸਾਹਿਬ ਉਹਨੂੰ ਉਹਦੀ ਜ਼ੁਬਾਨ ਤੋਂ ਬਕਵਾਸ ਤੇ ਮੁਖਾਲਫਤ ਇਸਲਾਮ ਹੋਏਗੀ। ਯਾਨੀ ਉਹ ਪ੍ਰੋਪਰ ਇੱਕ ਮੁਲਹਿਦ ਹੈ, ਔਰ ਮੁਲਹਿਦ ਤੁਹਾਨੂੰ ਪਤਾ ਹੋਣ ਵਾਸਤੇ ਪਹਿਲਾਂ ਕਾਦੀਆਨੀ ਹੋਣਾ, वो कह रहा है ਪਾਕਿस्तानी देना। टवाने ने सट करवाई है। तुझे पता है टवाने ने मिर्जा साहब को क्या सट करवाई है? पता तुझे? मुसाफिर मिर्जा साहब का हवाला पड़ा, उसने कहा ये क्या हरामजदगी है, ये तो हरामजदगी की है जिसने भी की है। ਨੋ ਮੈਟਰ ਕਿ ਕਿੰਨੇ ਤੁਸੀਂ ਪਲੀਤ ਹੋ, ਮੈਂ ਤੁਹਾਡੇ ਨਾਲ ਸਿੰਸੀਅਰਲੀ ਚੱਲਾਂਗਾ। ਦੈਟਸ ਮਾਈ ਨੇਚਰ ਕਿ ਮੈਂ ਤੁਹਾਨੂੰ ਫੁੱਲ ਬ੍ਰੇਕ ਦਿਆਂਗਾ, ਕਿ ਮੈਂ ਅਸਿਊਮ ਕਰਾਂਗਾ ਕਿ ਯਾਰ ਇਹ ਬੰਦਾ ਪਲੀਤ ਸੀ ਪਹਿਲਾਂ, ਲੇਕਿਨ ਮੇਰੇ ਨਾਲ ਟੁਰ ਰਿਹਾ ਤੇ ਇਹ ਹੋ ਸਕਦਾ ਇਹਨੇ ਪਲੀਤਪਨ ਛੱਡ ਦਿੱਤਾ। ਹਾਏ 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 ਹਾਏ। ਉਹ ਕਹਿੰਦੇ ਨੇ ਬੁਰਾਈ ਆਪਣੇ ਆਪ ਹੀ ਰਸਤਾ ਅਖਤਿਆਰ ਕਰ ਲੈਂਦੀ। ਅਲਹਮਦੁਲਿਲਾ ਅੱਲਾ ਦਾ ਇਹ ਵੀ ਬੜਾ ਆਸਾਨ ਹੁੰਦਾ ਫਰਾਈ ਸਾਹਿਬ ਕਿ ਬੁਰੀ ਚੀਜ਼ਾਂ ਤੁਹਾਡੇ ਤੋਂ ਆਪ ਹੀ ਦੂਰ ਹੋ ਜਾਂਦੀਆਂ ਨੇ। ਐਗਜ਼ੈਕਟਲੀ। ਗੰਦ ਜਿਹੜਾ ਨਾ ਉਹ ਪਿੱਛੇ ਰਹਿ ਜਾਂਦਾ ਵਾ। ਅੱਲਾ ਦਾ ਬੜਾ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਅੱਲਾ ਤਾਲਾ ਖੁਦ ਹੀ ਉਹਨਾਂ ਚੀਜ਼ਾਂ ਨੂੰ ਸਾਈਡ ਤੇ ਕਰ ਦਿੰਦਾ ਕਿ ਕੱਲ ਨੂੰ ਉਹਨਾਂ ਦੀ ਵਜ੍ਹਾ ਤੋਂ ਤੁਹਾਡੇ ਤੇ ਕੋਈ ਐਸੀ ਗੱਲ ਆਵੇ ਜਾਂ ਐਸਾ ਸਰ ਅਸੀਂ ਦੇਖੋ ਨਾ ਮੁੰਡੇ ਬੰਦੇ ਚੇਂਜ ਹੁੰਦੇ ਵੇਖੇ ਨੇ। ਜਸਾਕੀ ਮਾਸ਼ਾਅੱਲਾ ਮੁਸਲਮਾਨ ਹੋਇਆ ਹੈ, ਕੋਈ ਇਹਦੇ ਮੂੰਹ ਚ ਤੁਸੀਂ ਗਾਲ ਸੁਣ ਸਵਾਲ ਹੀ ਪੈਦਾ ਨਹੀਂ ਹੁੰਦਾ। ਗਾਲ ਸੁਣ ਲੈਂਦੇ ਵੀ ਨਹੀਂ, ਹੋ ਹੀ ਨਹੀਂ ਸਕਦਾ। ਨਹੀਂ ਮੈਂ ਸੀਰੀਅਸ ਕਹਿ ਰਿਹਾ, ਮਤਲਬ ਸਾਕੀ ਦੇ ਮੂੰਹ ਚ ਤੁਸੀਂ ਗਾਲ ਨਹੀਂ ਸੁਣ ਸਕਦੇ। ਮੈਂ ਨਹੀਂ ਮੈਂ ਇੱਕ ਸਾਲ ਸਿਕਰ ਭਾਈ ਅਸੀਂ ਦੀ ਗਵਾਹੀ ਦੇ ਭਾਈ ਤੁਸੀਂ ਜਦੋਂ ਪਾਕਿਸਤਾਨ ਜਾਣਾ ਨਾ ਫੁੱਲ ਗਰਮੀਆਂ 'ਚ ਤੁਹਾਨੂੰ ਤਮੂੜੀ ਉੱਥੇ ਲੜਨੀ ਨਹੀਂ। ਸਾਕੀ ਭਾਈ ਮੈਂ ਬੈਠਾ ਨਾ, ਮੈਂ ਇੱਕ ਸਾਲ ਹੋ ਗਿਆ ਅਲਹਮਦੁਲਿਲਾ ਸਾਕੀ ਭਾਈ ਦੇ ਮੂੰਹ ਚ ਕਦੀ ਉਸ ਮਤਲਬ ਹੁੰਦਾ ਨਾ ਗੁੱਸੇ 'ਚ ਵੀ ਕੋਈ ਅਲਫਾਜ਼ ਹੋਵੇ ਉਹ ਵੀ ਨਹੀਂ ਦੇਖੇ। ਇਹ ਐਸੇ ਗੱਲਾਂ ਨਹੀਂ ਹਾਂ ਮੈਂ ਆਉਂਦਾ ਬਰਾੜ ਤੇ ਮੈਂ ਕਿ ਆਪਣੀਆਂ ਗੱਪਾਂ 'ਚ ਲੱਗੇ ਨੇ ਨਾ ਸਾਰਾ ਕੁਝ ਛੱਡ ਕੇ ਨਾ ਤੁਹਾਨੂੰ 1 ਸਾਲ ਹੋਇਆ ਨਾ, ਮੈਨੂੰ 2 ਸਾਲ ਹੋ ਗਏ ਟਿਕਟੌਕ ਤੇ। ਹਾਂ 1 ਸਾਲ ਮੈਨੂੰ ਵੀ ਹੋ ਗਿਆ, ਮੈਂ ਨਹੀਂ ਸੁਣਿਆ। ਲੇਕਿਨ ਜਿਹੜਾ ਪਹਿਲਾ ਸਾਲ ਸੀ ਨਾ ਮੇਰਾ ਟਿਕਟੌਕ ਤੇ, ਠੀਕ ਹੈ, ਉਹ ਨਾ ਪੁੱਛ। ਸਾਕੀ ਭਾਈ ਆਏ ਹੋ ਚਿਲ ਮਸਤੀ ਸ਼ੁਗਲ ਮੇਲਾ ਲਾਈ ਦਾ ਬੈਠੇ ਹੋ ਸਾਕੀ ਵਾਲਾ ਮੈਚ ਯਾਦ ਹੀ ਜਦੋਂ ਤੋਂ ਕਿਹਾ ਸੀ ਬੁਲਾਓ ਅਮਰ ਨਦੀਰ ਤੋਂ। ਅਮਰ ਨਦੀਰ ਭਾਈ ਜਾਨ ਨੇ ਪੂਰਾ ਗਰੁੱਪ ਬੁਲਾ ਲਿਆ। ਤੋਂ ਸਾਕੀ ਕੱਲਾ ਉਸਤਾਦ ਜੀ ਓਏ ਇਹ ਹੈਡ ਸੀ। ਓਏ ਇਹ ਬੱਚੇ ਨੇ ਸਾਰੇ ਇਹਦੇ ਜਿਹੜੇ ਅੱਜ ਕੱਲ੍ਹ ਹੈ ਨਾ ਕਿ ਗਾਲਾਂ ਗੁਲਾ ਕੱਢਦੇ ਨੇ, ਸਾਕੀ ਦੇ ਬੱਚੇ ਨੇ। ਅੱਛਾ ਹਾਂ ਸਾਕੀ ਬਰਾੜ ਦਾ ਸੀ, ਸਾਰੇ ਥੱਲੇ ਆ ਗਿਆ ਬਾਅਦ ਭੁੱਖੇ ਪੈਂਦਾ ਸੀ ਥੱਲੇ। ਕਿਆ ਉਹ ਕਹਿੰਦਾ ਸੀ ਉਹ ਹੈਡ ਬੈਠਿਆ ਉੱਤੇ ਜ਼ਹਿਰ ਪਰਵਾਨਾ ਦਾ ਸਾਕੀ ਕੋਲ। ਉਹ ਤੁਹਾਡੀ ਖੈਰ। ਸਾਕੀ ਭਾਈ ਕਿਤੇ ਪਹਿਲੇ ਕੋਈ ਹੋਰ ਕਿਸੇ ਐਪਲੀਕੇਸ਼ਨ ਤੇ ਵੀ ਰਹੇ ਹੋ? ਆਹੋ ਪਾਲਟਾਕ ਤੇ ਰਹੇ ਆ ਜੀ। ਪੁਰਾਣਾ ਹੀ ਤੁਸੀਂ ਵੀ ਪੁਰਾਣੀ ਖੋਂਗੋ ਲੀਵ ਐਪਲੀਕੇਸ਼ਨ ਤੇ ਰਹੇ ਨੇ। ਉੱਥੇ ਮੈਂ ਟਿਵਾਣਾ ਹੀ ਸਾਈ। ਅੱਛਾ ਉੱਥੇ ਨਹੀਂ ਅਸੀਂ ਦੱਸਦੇ, ਆਈਮਾ ਹੀ ਨਹੀਂ ਸਾਨੂੰ ਦੱਸਦੇ ਅਸੀਂ। ਵਾਓ। ਵੈਸੇ ਸਾਕੀ ਸਾਹਿਬ ਇਹ ਤੁਸੀਂ ਦੇਖੋ ਕਿ ਜਿਹੜੇ ਕਾਦੀਆਨੀ ਸਾਡੇ ਨਾਲ ਡੇਲੀ ਲਾਈਫ ਦੇ ਵਿੱਚ ਇੰਟਰੈਕਟ ਕਰਦੇ ਨੇ, ਔਰ ਅਸੀਂ ਉਹਨਾਂ ਦੇ ਨਾਲ ਪੂਰੇ ਇਖਲਾਸ ਦੇ ਨਾਲ ਉਹਨਾਂ ਨਾਲ ਪੇਸ਼ ਆਨੇ ਆ। ਇਖਲਾਸ ਕੀ ਹੁਸਨੇ ਇਖਲਾਕ ਨਾਲ ਪੇਸ਼ ਆਨੇ ਆ ਸਰ। ਗਲਤ ਕਰਦੇ ਹੋ ਔਰ ਐਟ ਅ ਫੇਸ ਵੈਲਿਊ ਨਹੀਂ ਉਹ ਬਜਾਏ ਆਬਵੀਅਸਲੀ ਨਹੀਂ, ਲੇਕਿਨ ਸਾਨੂੰ ਪਤਾ ਨਹੀਂ ਹੁੰਦਾ ਕਿਉਂਕਿ ਉਹ ਆਪਣਾ ਆਪ ਉਹਨਾਂ ਡਿਸਕਲੋਜ਼ ਹੀ ਨਹੀਂ ਕੀਤਾ ਹੁੰਦਾ ਕਿ ਅਸੀਂ ਮਿਰਜ਼ਾਈ ਹਾਂ। ਤੁਸੀਂ ਉਹਨਾਂ ਲੋਕਾਂ ਦੇ ਜ਼ਮੀਰ ਦਾ ਅੰਦਾਜ਼ਾ ਲਾ ਲਓ ਕਿ ਸਾਡੇ ਕੋਲੋਂ ਸਾਡਾ ਪੂਰਾ ਇਖਲਾਸ ਰਿਸੀਵ ਕਰ ਰਹੇ ਨੇ, ਅਸੀਂ ਆਪਣਾ ਉਹਨਾਂ ਨੂੰ ਪੂਰੇ ਦਾ ਪੂਰਾ ਦੇ ਰਹੇ ਹਾਂ, ਜਦੋਂ ਕਿ ਉਹ ਇੱਕ ਮੁਸਾਦ ਜਾਂ ਰਾਹ ਦੇ ਏਜੰਟ ਦੀ ਤਰ੍ਹਾਂ ਸਾਡੇ ਨਾਲ ਇੰਟੈਲੀਜੈਂਸ ਗੇਮ ਖੇਲ ਰਹੇ ਹੁੰਦੇ ਨੇ। ਰਾਈਟ ਬਿਲਕੁਲ। ਔਰ ਇਹ ਵਜ੍ਹਾ ਕਈ ਕੇਸਿਸ ਮੈਂ ਦੇਖੇ ਨੇ ਟਵਿੱਟਰ ਦੇ ਉੱਤੇ। ਆਈ ਕੇਮ ਅਕ੍ਰਾਸ ਮੈਨੀ ਪੀਪਲ ਲਾਈਕ ਦੈਟ। ਬਹਰਾਲ ਜੀ ਮੇਰਾ ਇਸ ਟਿਕਟੌਕ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਸ਼ੁਗਲ ਮੈਂ ਦੇਖਿਆ ਸੀ ਨਾ वो सी जदों इन्होंने पेज प्रेजेंट किया, ले जी माशाल्लाह एक भाई ने अहमदियत कबूल कर ली है, इतने अरसे से हमें सुन रहे थे, और वो लो जी भाई कैसे क्या फील हुआ आपको जी, माइक खोल के गए। वो आंदे कहते अस्सलाम वालेकुम रहमतुल्लाह हासे छुट गए। प्योर कादियानी जमात नु कादियानी दा सलाम कीता उन्हें। असीं कहा वाह क्या बात है तेरी।
ਉਹ ਨਾਲ ਹੀ ਵਿਚਾਰਾ ਨਹੀਂ ਕੋਈ ਦੋ ਹਾਂ ਇਹ ਫੜਿਆ ਵੀ ਗਿਆ ਸੀ, ਆਪਸ ਵਿੱਚ ਲੜੇ ਨੇ, ਇਹਨਾਂ ਨੇ ਕਿਹਾ ਉਹ ਡਰਾਮਾ ਜੋ ਕਰਵਾਇਆ ਥਾ ਲਾ ਕੇ। ਵੜੈਚ ਸਾਹਿਬ ਤੁਹਾਨੂੰ ਮੈਂ ਮਜ਼ੇ ਦੀ ਗੱਲ ਦੱਸਾਂ, ਇਹ ਕਿਸ ਲੈਵਲ ਦੇ ਲੋਕ ਨੇ। ਇਹਨਾਂ ਦੀਆਂ ਰਿਪੋਰਟਾਂ ਕੀਤੀਆਂ ਇੱਕ ਦੋ ਸਾਡੀਆਂ ਮਤਲਬ ਐਵੇਂ ਦੀ ਸਿਸਟਰਸ ਨੇ ਕਿਹਾ ਕਿ ਭਾਈ ਇਹ ਗਾਲਾਂ ਕੱਢਦੇ ਨੇ ਲਾਈਵਾਂ ਦੇ ਉੱਤੇ। ਅੱਛਾ ਇਹਨਾਂ ਨੇ ਕਾਰਵਾਈ ਪਾਉਣ ਵਾਸਤੇ ਨਾ ਮਰਬੀਆਂ ਨੂੰ ਉੱਤੇ ਤੇ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਐਵੇਂ ਦੀ ਖਵਾਤੀਨ ਨੂੰ ਇਨਵਾਈਟ ਕੀਤਾ ਕਿ ਆਪ ਨਜ਼ਮੇ ਪੜ੍ਹੇ ਆ ਕੇ, ਠੀਕ ਹੈ, ਨਜ਼ਮੇ ਪੜ੍ਹੇ ਆ ਕੇ ਤੇ ਨਾਲ ਹੀ ਇਹਨਾਂ ਨੇ ਜਿਵੇਂ ਉਹ ਨਜ਼ਮਾਂ ਪੜ੍ਹਨ ਉੱਤੇ ਆਈ ਨੇ ਨਾਲ 3-4 ਗਾਲੀ ਬਾਜ਼ ਚੁੱਕ ਲਏ ਉੱਤੇ। ਉਹ ਮਾਂ ਭੈਣ ਦੀਆਂ ਗਾਲਾਂ ਕੱਢ ਰਹੇ ਨੇ, ਉਹ ਨਜ਼ਮਾਂ ਉਹ ਔਰਤਾਂ ਨੂੰ ਉਹ ਮਾਂ ਭੈਣ ਦੀਆਂ ਗਾਲਾਂ ਕੱਢ ਰਹੇ ਤੇ ਇਹ ਤੋਂ ਕੀ ਕਰ ਰਹੇ ਨੇ, ਅੱਲਾਹੁ ਸੱਲੀ ਅਲਾ ਮੁਹੰਮਦ ਅੱਲਾਹੁ ਸੱਲੀ ਅਲਾ ਮੁਹੰਮਦ, ਇਹ ਦਰੂਦ ਪੜ੍ਹਨ ਲੱਗ ਪਏ ਨੇ, ਉਹਨੂੰ ਥੱਲੇ ਨਹੀਂ ਲਾ ਰਹੇ ਤਾਂ ਕਿ ਰਿਕਾਰਡਿੰਗ ਹੋ ਜਾਏ ਤਾਂ ਅਸੀਂ ਦੱਸੀ ਕਿ ਜਨਾਬ ਉਹ ਲੋਕੀ ਗਾਲਾਂ ਕੱਢਦੇ ਨੇ ਅਸੀਂ ਦਰੂਦ ਪੜ੍ਹਨੇ। ਉਹਨਾਂ ਖਵਾਤੀਨ ਦੀ ਯਕੀਨ ਕਰੋ ਰਿਕਾਰਡਿੰਗ ਹੈ ਐਵੇਂ ਦੀ ਖਵਾਤੀਨ ਦੀ ਕਿ ਇਹਨਾਂ ਨੇ ਜਾਨ ਬੁੱਝ ਕੇ ਹमें बुला कर ये जलील करवाया इस तरह। ਇਹ ਲੈਵਲ ਹੈ ਵਾਓ ਮੈਂ ਤੁਹਾਨੂੰ ਸਾਰੇ ਦੇਖਦਾ ਇੰਟੈਲੀਜੈਂਸ ਗੇਮਸ ਇਹ ਮਜ਼ਾ ਨਹੀਂ ਹੈ ਅਗੇਨ ਇਟਸ ਅ ਕਲਟ ਮੈਂਟੈਲਿਟੀ। ਸੀਕਰ ਭਾਈ ਉਹ ਹਮਜ਼ਾ ਨਹੀਂ ਕਦੇ ਆਇਆ ਜਿਹਦੀ ਕੋਈ 300 ਆਈਡੀ ਸੀ? ਹਮਜ਼ਾ ਕਿਹੜਾ ਹਮਜ਼ਾ? ਹਮਜ਼ਾ ਹੀ ਨਾਂ ਸੀ ਉਹਦਾ, ਉਹਦੀਆਂ ਬੜੀਆਂ ਆਈਡੀਆਂ ਸੀ ਉਹਦੀਆਂ। ਉਹਨੇ ਵੜਾਈ ਸਾਹਿਬ ਗੰਦੀ ਫਿਲਮ ਚਲਾ ਦਿੱਤੀ ਨਾਦਰ ਹੋਰਾਂ ਦੀ ਬਰਾੜ ਤੇ। ਉਹ ਪਤਾ ਨਹੀਂ ਕਿੱਧਰ ਗਿਆ, ਉਹ ਨਹੀਂ ਹੈਗਾ ਫਿਕਰ ਸਕੀ ਭਾਈ ਤੇ ਕੋਈ ਉਹਨੂੰ ਉਤਾਰ ਵੀ ਨਹੀਂ ਸਕ ਰਿਹਾ, ਉਹ ਉਤਰ ਹੀ ਨਹੀਂ ਰਿਹਾ ਯਾਰ। ਇੱਕ ਮਿੰਟ ਜ਼ਰਾ ਸਾਰੇ ਜ਼ਰਾ ਇੱਕ ਮਿੰਟ ਜ਼ਰਾ ਮੇਰਾ ਪੁਰਾਣਾ ਯਾਰ ਆਇਆ, ਇੱਕ ਮਿੰਟ ਜ਼ਰਾ ਮੌਕਾ ਦਿਓ। जी जी वो बड़ी कमेंटिंग कर रहे हैं माशाल्लाह, बड़ी खूबसूरत कमेंटिंग हो रही है, रनिंग कमेंट्री कर रहे हैं जी। शेर खान साहब नहीं, उन्होंने पहले मेरी कमेंट की बात ही कर दी है। सबसे पहले तो मेरी तरफ से तो सलामी है, सही है, बीबी जो मुझे देना चाहे तो दे दे। तो मैं सबसे पहले साकी भाई से बात करना चाहूँगा कि साकी भाई आप जी साकी भाई, जी साकी भाई ओवर टू यू। क्या मजा आता है, क्या इंजॉय कर रहे हैं आप? ये बस इससे इंजॉयमेंट पूछना चाह रहा हूँ, बाकी तो कुछ नहीं चाहता, मजहबी बहस नहीं करूँगा मैं। नहीं इंजॉयमेंट मसलन किस तरह की इंजॉयमेंट पूछ रहे हो? मतलब कुछ भी, कुछ न्यू लाइफ में क्या चल रहा है? कोक पीना आजकल, पेप्सी पीना है, की पी रहे हैं आजकल, वो पूछ रहे हैं। नहीं अल्हम्दुलिल्लाह वही जो भी है। बहुत अच्छी चल रही है अल्हम्दुलिल्लाह। मुर्गी खा रहे हैं, बकरा खा रहे हैं, क्या खा रहे हैं? सारा इस कुछ तरह खा का- रहे हैं। ये अल्लाह सिकर का भाई शुक्र। ये पूछ लो। नहीं, मैं आपसे बात कर रहा था, वो उन्होंने अंदर आपको बताया ना कि मैं इस टाइप का सवाल कर रहा हूँ, कोक और स्प्राइट का, पता नहीं। अच्छा वेरी सिंपल आपसे सवाल पूछा है सरकार। ऐसा नहीं है कि मैं आपके साथ कोई बहस, मेरा कोई उतना होता नहीं है। एक बंदे की जो होती है ना बात, उससे जो भी आप बात समझ लेते हो उतना बहुत है। तो आप मुझे मेरे सवाल का जवाब दें कि आजकल क्या हाल है? ज़बरदस्त चल रहा है? अल्हम्दुलिल्लाह बहुत अच्छा चल रहा है। ठीक है। आपको याद है ना कि जब शुरू में इधर हम मिले थे, इधर सीकर भाई की ब्रॉड पे ही मैं आपको सुनता रहा हूँ, पंजाबी च ही आ जाते हैं। हाँ जी हाँ जी मैं ਤੁਹਾਨੂੰ ਇੱਥੇ ਸੁਣਦਾ ਰਿਹਾ ਕਿਉਂਕਿ ਤੁਸੀਂ ਪੰਜਾਬੀ, ਮੈਂ ਵੀ ਪੰਜਾਬੀ, ਫਿਰ ਆਪਾਂ ਕਦੋਂ ਜ਼ਬਾਨ ਨੂੰ ਵੱਲ ਪਾਉਣੀ ਉਰਦੂ ਬੋਲ ਕੇ। ਤੁਸੀਂ ਵੀ ਇੱਥੇ ਬੈਠੇ ਹੁੰਦੇ ਸੀਗੇ, ਮੈਂ ਵੀ ਇੱਥੇ ਬੈਠਾ। ਮੈਂ ਤਾਂ ਜ਼ਿਆਦਾ ਸੁਣਦਾ ਹੀ ਹੈ, ਮੈਂ ਜ਼ਿਆਦਾ ਘੱਟ ਹੀ ਹੁੰਦਾ ਇੱਥੇ ਆ ਕੇ ਸੀ। ਔਰ ਪਹਿਲੇ ਲਾਈਵ ਵੀ ਲਾਉਂਦਾ ਸੀਗਾ, ਮੈਂ ਇੱਕ ਹੋਸਟ ਵੀ ਸੀਗਾ ਸ਼ਾਇਦ ਇਸ ਟਾਈਮ ਤੇ। ਔਰ ਇਹੀ ਉੱਥੋਂ ਹੀ ਸੀਕਰ ਬਾਈ ਦਾ ਮੇਰਾ ਇੱਕ ਆਪਣਾ ਹੈ ਤਾਲੁਕ। ਮੈਂ ਉਸ ਤਾਲੁਕ ਦੀ ਬੜੀ ਹਿਆਰ ਰੱਖਦਾ ਹਾਂ, ਆਲਵੇਜ਼ ਮੇਰੇ ਦਿਲ ਦੇ ਵਿੱਚ ਤਾਂ ਹੈ। ਬਟ ਚਲੋ ਠੀਕ ਹੈ, ਅੱਜ ਕੱਲ੍ਹ ਜੋ ਵੀ ਹੈ ਸਿਸਟਮ ਉਹ ਚੱਲਦਾ ਰਹੇ, ਕੋਈ ਮਸਲਾ ਨਹੀਂ। ਬਟ ਤੁਸੀਂ ਤੁਹਾਡੇ ਨਾਲ ਤੁਹਾਡਾ ਉਦੋਂ ਮੈਂ ਤੁਹਾਨੂੰ ਦੇਖਿਆ, ਮੈਂ ਤੁਹਾਨੂੰ ਬੜਾ ਪੁਰਾਣਾ ਜਾਣਦਾ ਨਾ, ਤੁਸੀਂ ਲਾਈਕ ਡਰਾਈਵਿੰਗ ਕਰ ਰਹੇ, ਸਭ ਕੁਝ ਤੁਹਾਡਾ ਸਿਸਟਮ ਠੀਕ ਹੈ, ਉਹ ਮੈਨੂੰ ਯਾਦ ਹੈ। ਤੇ ਤੁਹਾਨੂੰ ਯਾਦ ਤੇ ਆ ਗਿਆ ਨਾ ਕਿ ਮੈਂ ਬੰਦਾ ਕੌਣ ਆ? ਸਵਾਲ जी जी याद है मनु, याद है मनु। ਜੀ ਜੀ, ਚਲੋ ਬਸ ਇਹੀ ਦੱਸਣ ਦਾ ਮਕਸਦ ਸੀਗਾ। ਤੇ ਹੁਣ ਤੁਸੀਂ ਮੈਨੂੰ ਦੱਸੋ ਕਿ ਪਹਿਲੇ ਤੁਹਾਡੀ ਲਾਈਫ ਜਿੱਦਾਂ ਹੈ ਨਾ, ਔਰ ਹੁਣ ਤੁਹਾਡੀ ਲਾਈਫ ਕਿੱਦਾਂ? ਬਸ ਇਹੀ ਸਿੰਪਲ ਜਿਹਾ ਮੈਂ ਤੁਹਾਡੇ ਕੋਲੋਂ ਪੁੱਛਣਾ। ਔਰ ਮੈਂ ਕੋਈ ਫਿਰਕਾ ਵਾਰੀਅਤ ਨਹੀਂ ਆ, ਮੈਂ ਕੋਈ ਉੱਦਾਂ ਨਹੀਂ, ਮੈਂ ਸਿੰਪਲ ਤੁਹਾਨੂੰ ਪੁੱਛਣਾ ਚਾਹ ਰਿਹਾ ਹਾਂ। ਮੈਂ ਤੁਹਾਡੀ ਮੱਲੀ ਆ ਜਾ ਸ਼ੇਰ ਹਾਂ ਭਾਈ, ਤੁਸੀਂ ਜੋ ਦਿਲ ਕਰਦਾ ਪੁੱਛੋ, ਮੈਂ ਅੱਲਾ ਦੇ ਬੰਦੇ ਤੁਹਾਨੂੰ ਦੱਸਾਂਗਾ ਇੱਥੇ ਬਹਿ ਕੇ। ਜ਼ਿੰਦਗੀ ਮੇਰੀ ਬਹੁਤ ਅੱਛੀ ਚੱਲ ਰਹੀ ਹੈ ਅਲਹਮਦੁਲਿल्लाह, ਅੱਲਾ ਦਾ ਸ਼ੁਕਰ ਹੈ। ਪਹਿਲੇ ਨਹੀਂ ਅੱਛੀ ਚੱਲ ਰਹੀ ਸੀ? हैं ਪਹਿਲੇ ਨਹੀਂ ਅੱਛੀ ਚੱਲ ਰਹੀ ਸੀ? ਅਕਾਇਦ ਦੇ ਹਿਸਾਬ ਨਾਲ ਨਹੀਂ ਸੀ ਅੱਛੀ, ਵੈਸੇ ਤਾਂ ਪਹਿਲੇ ਵੀ ਠੀਕ ਸੀ। ਪਹਿਲੇ ਵੀ ਠੀਕ ਸੀ, ਮਤਲਬ ਤੁਹਾਡੀ ਜੋ ਮਾਸ਼ੀ ਜਾਂ ਪੂਰੀ ਜ਼ਿੰਦਗੀ ਦੇ ਵਿੱਚ ਉਰੇ ਪਰੇ ਕੋਈ ਬਦਲਾਅ ਨਹੀਂ ਆਇਆ, ਮਤਲਬ ਬਿਹਤਰੀਨ ਚੱਲ ਰਹੀ ਹੈ। ਪਹਿਲੇ ਵੀ ਚੱਲ ਰਹੀ ਸੀ, ਹੁਣ ਵੀ ਚੱਲ ਰਹੀ ਹੈ। ਹਾਂਜੀ
ਜ਼ਿੰਦਗੀ ਤੇ ਚੱਲਣੀ ਹੈ ਨਾ, ਜ਼ਿੰਦਗੀ ਤੇ ਨਹੀਂ ਨਾ ਰੁਕ ਜਾਣੀ। ਤੁਸੀਂ ਸਾਰੇ ਮਜ਼ਹਬ ਵੀ ਛੱਡ ਦਿਓ, ਜ਼ਿੰਦਗੀ ਤਾਂ ਕਿਤੇ ਫੇਰ ਮਾੜੀ ਜਿਹਨਾਂ ਚੰਗੀ ਮਜ਼ਹਬ ਉਹਨਾਂ ਦੀ ਨਹੀਂ ਜ਼ਿੰਦਗੀ ਚੱਲਦੀ। ਕਿਤੇ ਮਾੜੀ ਚੰਗੀ ਹੋਈ, ਮੈਂ ਆਪਣੇ ਹਿਸਾਬ ਨਾਲ, ਮੈਂ ਪਲੀਜ਼ ਕੋਈ ਬੰਦਾ ਮੈਨੂੰ ਜੱਜ ਨਾ ਕਰੇ ਇਸ ਸਵਾਲ ਦੇ ਉੱਤੇ, ਮੈਂ ਇੱਕ ਆਪਣੀ ਕੋਈ ਲੈਵਲ ਦੇ ਹਿਸਾਬ ਨਾਲ ਸਵਾਲ ਪੁੱਛ ਰਿਹਾ ਕਿ ਕਿਤੇ ਮਾੜੀ ਚੰਗੀ ਹੋਈ, ਮਤਲਬ ਪਹਿਲੇ ਮਾੜੀ ਸੀ ਹੁਣ ਚੰਗੀ ਹੋ ਗਈ, ਜਾਂ ਹੁਣ ਮਾੜੀ ਹੋ ਗਈ ਹੈ ਪਹਿਲੇ ਚੰਗੀ ਸੀ, ਕੁਝ ਹੋਇਆ? ਯਾਰ ਕੋਈ ਥੋੜਾ ਜਿਹਾ ਕੋਈ ਸਵਾਲਾਂ ਨੂੰ ਅਪਲਿਫਟ ਕਰੋ ਤਾਂ ਕਿ ਸੁਣਨ ਦਾ ਵੀ ਸਵਾਦ ਆਵੇ। ਅਸੀਂ ਵੀ ਬੈਠੇ ਆ ਇੱਥੇ, ਕਿਉਂਕਿ ਅਗਰ ਇਹਨੇ ਲੋ ਲੈਵਲ ਸਵਾਲ ਕਰੋਗੇ ਤੇ ਐਵੇਂ ਵਕਤ ਜ਼ਾਇਆ ਕਰਨ ਵਾਲੀ ਗੱਲ ਹੈ ਨਾ। ਅਸੀਂ ਵੀ ਕਿਸੇ ਕੰਮ ਆਏ ਹੁਣ ਸਿਗਰਟ ਲਾ ਲਿਆ, ਹੁਣ ਸਹੀ ਕਰੇਗਾ ਸਵਾਲ। ਸਿਗਰਟ ਲਾ ਲਿਆ। ਵਾਹ ਵਾਹ ਸੀਕਰ ਭਾਈ ਤੁਸੀਂ। ਨਹੀਂ ਮੈਂ ਸਵਾਲ ਡੈਡ ਕਰ ਦੇਣ ਲੱਗਾ ਸੀਗਾ ਨਾ। ਇੱਕ ਮਿੰਟ ਮੈਂ ਗਲਤ ਗੱਲ ਕੀਤੀ, ਨਹੀਂ ਲਾਇਆ ਸਿਗਰਟ ਤੁਸੀਂ? ਹਾਂਜੀ ਸਿਗਰਟ ਮੈਂ ਲਾਇਆ ਬਿਲਕੁਲ। ਬਸ ਠੀਕ ਹੈ, ਫਿਰ ਮੈਂ ਦੇਖੋ ਨਾ ਮੈਂ ਫੜ ਲੈਣਾ ਨਾ, ਮੈਂ ਮੇਰਾ ਹੀ ਖਾਸ ਬਾਤ ਤੁਸੀਂ ਕਿਹਾ ਕਿ ਬਿਹਤਰੀਨ ਸਵਾਲ ਕਰੇਗਾ, ਮੈਂ ਕਿਹਾ ਹਾਂ ਠੀਕ ਹੈ, ਮੈਂ ਬਿਹਤਰੀਨ ਸਵਾਲ ਬਿਲਕੁਲ ਨਹੀਂ ਕਰਨ ਲੱਗਾ, ਮੈਂ ਸਵਾਲ ਹੀ ਡੈਡ ਕਰ ਦਿੱਤਾ। ਠੀਕ ਹੈ, ਅਗਰ ਉਹ ਜਵਾਬ ਦੇ ਦੇਣ ਉਸ ਸਵਾਲ ਦਾ, ਮੇਰੀ ਕੋਈ ਰੀਜ਼ਨ ਸੀਗੀ, ਮੈਂ ਉਹ ਸਵਾਲ ਪੁੱਛਿਆ, ਅਗਰ ਉਹਨਾਂ ਨੇ ਨਹੀਂ ਦੇਣਾ ਤੇ ਨਾ ਦੇਣ, ਠੀਕ ਹੈ। ਨਹੀਂ ਮੈਂ ਤੁਹਾਨੂੰ ਜਵਾਬ ਦੇ ਤੇ ਦਿੱਤਾ ਕਿ ਅਲਹਮਦੁਲਿਲਾ ਜ਼ਿੰਦਗੀ ਜਿਹੜੀ ਅੱਛੀ ਚੱਲ ਰਹੀ ਆ। ਔਰ ਹੁਣ ਤੁਸੀਂ ਕਿਹੜਾ ਜਵਾਬ ਲੈਣਾ ਚਾਹ ਰਹੇ ਹੋ? ਸਰ ਮੈਂ ਇਹ ਸਵਾਲ ਜਿਹੜਾ ਨਾ ਮੈਂ ਇਹ ਪੁੱਛਿਆ ਸੀਗਾ ਕਿ ਪਹਿਲੇ ਦੀ ਜਾਂ ਹੁਣ ਦੀ ਜ਼ਿੰਦਗੀ ਦੇ ਵਿੱਚ ਕੋਈ ਫਰਕ, ਲਾਈਕ ਅੱਗੇ ਪਿੱਛੇ ਕੋਈ ਹੋਇਆ ਜਾਂ ਹੁਣ ਬਿਹਤਰੀਨ ਹੋ ਗਈ ਜਾਂ ਪਹਿਲੇ ਬਿਹਤਰੀਨ ਸੀਗੀ, ਮੈਂ ਇਹ ਪੁੱਛਿਆ। ਹਾਂ ਹੁਣ ਬਿਹਤਰੀਨ ਹੈ। ਉਹਦੀ ਇੱਕ ਵਜ੍ਹਾ ਪਹਿਲੇ ਮੈਂ ਮਦੀਨੇ ਨਹੀਂ ਸੀ ਜਾ ਸਕਦਾ, ਹੁਣ ਮੈਂ ਜਾ ਸਕਦਾ ਨਜਾਕ ਹੋ ਕੇ। अरे वाह, क्या बात है, सुभान अल्लाह, क्या बात है, बेहतरीन। साकी तू कह पहले मैं शर्म आनी सी, हुण मैनूं शर्म नहीं आनी, हुण मैं खुल के कहांगा कि मेरे नबी पाक दा शहर है। ये सोबा दा असर बोल रहे बिल्कुल मैं मानदा, जायज गल है, तुसी ठीक जा रहे हो। एटलीस्ट ये ਤੁਹਾਨੂੰ ਕਿਸੇ ਨੇ ਕਾਪੀ ਟੈਕਸਟ ਤੇ ਨਹੀਂ ਸੀ ਸਾਰੇ ਸਾਕੀ ਸਾਹਿਬ, ਤੁਸੀਂ ਤਾਂ ਗੱਲ ਹੀ ਮੁਕਾ ਦਿੱਤੀ ਹੈ ਬਾਦਸ਼ਾਹ, ਤੁਸੀਂ ਤਾਂ ਗੱਲ ਹੀ ਮੁਕਾ ਦਿੱਤੀ। बेहतरीन आंसर सीगा, बेहतरीन आंसर है, चलो गुड। शेर खान साहब वैसे आप करते हैं, मैं वैसे मैं अगर आप ना जवाब देना चाहें तो मैं फोर्स नहीं करूंगा, वैसे ही अगर आउट ऑफ क्यूरियोसिटी मैं एक चीज़ पूछ रहा हूँ, क्योंकि मुझे जहाँ तक याद पड़ता आप बड़े खुले डुले इंसान है, जैसे भी आपने लगाया कश लगाया, मैं ही पूछ रहा हूँ आप भी शामिल करते हैं वैसे बाकी अहमदियों की तरह कलमे में मिर्ज़ा गुलाम अहमद साहब को मोहम्मद में? हाँ उसमें उस तरह से करते हैं, क्योंकि जैसे सारे नबी करते हैं ना, बस ठीक है, रीजन नहीं मैंने पूछी, मैंने खाली पूछा कि करते हैं ना। हाँ। सारे नबी जैसे आ जाते हैं, मतलब उसमें फिर तो आपके जैसे उनको हम नबी मानते, कोई बात, आप जी करते हैं ना, बस जी 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 जी, हाँ जी हाँ जी, हाँ इसमें खुले डोले वाली बात ही नहीं है, इसमें बहुत खुले डोले वाली बात है कि हम बहुत खुले डोले हैं। और आप वाक़ियों की खातमुन नबीयीन भी मिर्ज़ा साहब को मानते हैं ना? ये तो आप ज़्यादती कर रहे हैं, खातम नबीयीन बिल्कुल नहीं। अभी आप उस अपग्रेड नहीं हुए आप, मतलब अभी थोड़े बहुत कायदा आप अभी थोड़े पीछे चले, फिर तो रहमतुल आलमीन भी नहीं मानते होंगे, रहमतुल आलमीन मिर्ज़ा साहब को? नहीं वो तो हजरत मोहम्मद सल्लल्लाहु अलैहि वसल्लम को मानते हैं। अभी आप थोड़ा अपग्रेड होने वाले हैं, थोड़ा सा अपडेट प्ले स्टोर पे जाके अपग्रेड लगाएं। हाँ अपनी तरफ से कुछ लगा लिए सरकार, मुझे नहीं पता। और हमारी तो बात भी बड़े, मैंने तो जितना भी आपको देखा है ना काफी टाइम से, मेरी तो लाइक मैं सोचता हूँ कि गालियां ना पड़े या कुछ ऐसा ना हो। काफी अग्रेसिव सिस्टम चल रहा होता है। पहले तो हम काफी हम्बली बात कर लेते थे, आप गालियां देते हैं नीचे, आप भी तो नीचे के गालियां देते हैं ना। मैंने तो कोई गाली नहीं दी, अगर मैं गालियां देता हूँ आप मुझे आते ही गैस पे उठा लेते हैं, तो मैं गालियां नहीं देता सर। नहीं आपने कभी मैसेज पढ़े हम नीचे? हम तो किसी को अहमदी हमें गालियां दे, हमें गालियों से परवाह ही नहीं, हाँ गुस्ताखी नहीं हम करने देते। गालियां तो हमारा वो है, एक फ्यूल है हमें मिलता है। अगर हमें देखे काफिर मोमिन को गाली दे तो फ्यूल, अच्छा ये फ्यूल है ऑब्वियसली देखे ब्लू टिक्स जब आते हैं आपको व्हाट्सएप के मैसेज पता चल जाता है ना मैसेज पहुंच गए, तो गालियां हमारा वो पता चल जाता है कि पहुंच गई डोज। क्या बात है, गाली मुसलमान का फ्यूल है। अरे जबरदस्त यार, ये तो हमने बात ही कमाल कर दी। मुसलमान को जब काफिर गाली दे तो मुसलमान को पता है ना कि वो हक पे है यार, इसलिए तो गाली दे रहा है, उसके पास कुछ नहीं गाली देने वाले के पास। नहीं जैसे अभी आपने बात की है, गाली जो है एक फ्यूल है, ठीक है मुसलमान का। बिल्कुल कोई हाँ ये बड़ी मजेदार बात थी।
بالکل ایسے جیسے یہ میں نے پوری دنیا میں کبھی آج کون تک سی- نہیں سنی. کون آپ نے سی- آج مجھے فرسٹ ٹائم. مسلمانوں سے آپ رہتے ہیں احمدیوں میں نا, ہم نے مسلمان دیکھے ہی نہیں. تو وہی تو مسلمان جو بتا رہے ہیں کہ گالیاں فیول ہیں, تو سر یہ تو تھوڑا سا آپ کو پتا ہے نا سمجھ میں نہیں آیا. مرزا صاحب پیسے دے کے خریدتے ہوتے تھے لیٹر جس میں گالی آتی تھی, پتا ہے نا آپ کو. ہاں جی ان کا بالکل, بھی وہ ان کے fuel ہی جواب تھا. دینے کے لیے تاکہ ان کو تاکہ ان کو لائک جواب دیا جا سکے نا, بلکہ ان کا اس لیے ایک تو میرے پاس مجھے بھی حوالہ مل بھی جائے گا. انہوں نے کہا جس دن کوئی جو ہمیں گالیاں نہیں دیتا تو وہ برا کرتا ہے. مطلب گالیاں دینا, جب وہ ہمیں گالیاں دیتے تو ہمیں پتہ چلتا ہے کہ ہم رائٹ پاتھ پہ ہیں. یہ مرزا صاحب کا حوالہ ہے. ان کا بھی بالکل وہی تو فیل کہہ رہا ہوں, اور اسی لیے مجھے بھی پتہ چل رہا ہے جیسے آپ نے ابھی فرمایا نا کہ گالیاں دینا ایک مسلمان کا فیول ہے. گالیاں یہ جو آپ نے دینا, فیول یہ بنایا ہے دیکھیں, نا, یہ دیکھیں, یہ ہے, یہ شیر خطر یہاں پہ آ گیا, آپ نے کھیلا دجل. اب آپ نے اسٹیٹمنٹ چینج کر دی. اچھا میں نے ہاں پہلے آپ کہہ رہے تھے گالیاں مسلمان کا فیول ہے, اب آپ نے کہا گالیاں دینا. نہیں, کھیلنے نہیں دیں گے شیر خان بھائی, نہ غلط بات نہیں کرنی. جب گالیاں دینا یا گالیاں مطلب گالیاں کیا, گالیاں آپ خود ہی تو کہہ رہے ہیں یہ جو بندے لوگ گالیاں دے رہے ہیں یہ مسلمان کا فیول ہے. ہاں مسلمان آپ چینج کر رہے ہیں ابھی, اب چینج آپ منٹ میں چینج کر گئے ہو, ابھی میری ہی بات ہی ڈائیورٹ کر گئے ہو آپ. اگر چاہتے ہیں میں گیئر چینج کروں پھر آپ گلا کریں گے. میری ہی بات ڈائیورٹ کر گئے سیکر بھائی آپ. کون سا کیا سیریٹ بات ویسے کر رہے بتائیں کہ کون سا سیریٹ لگا رہے ہیں, کم ڈبل ہو ہے کہ کون سا پی رہے ہیں؟ ہیں بیلمونٹ لارج کنگ ہے. اچھا کہاں ہوتے ہیں, کہاں مطلب امریکہ ہوتے ہیں؟ میں نے کو بتایا تو تھا کینیڈا میں ہوں یار, کیا ہو گیا. اچھا صحیح ہے. کون سی سٹی میں ہوتے ہیں؟ مسیساگا میں. مسیساگا میں. تو ٹورنٹو ہو گیا نا. آپ کہتے ہیں ٹورنٹو تو ٹھیک ہے, بٹ ہم نہیں چلو مانتے, انٹیریو ہمارا وہی ہو نہیں گیا, مانتے. موٹا موٹا ہو گیا نا. صحیح ہے صحیح ہے. تو کبھی کسی نے روکا نہیں آپ کو مسیساگا ہو تم نے کہ ادھر کیوں رہ رہے؟ ہم تو کھلے ہم تبلیغ بھی کرتے ہیں, سب کچھ کرتے ہیں. اچھا اچھا ٹھیک ہے, ہوں بالکل صحیح. اچھا گالیاں نیچے گالیاں کو دیتے ہیں, ویسے گالی یہ بتائیں کیا وجہ آپ گالی کو دیتے ہیں؟ اچھے بھلے انسان تھے آپ, گالی کیوں نکالتے نیچے؟ اب دیکھیں آپ مجھے اس طرح سے ایسے نہ کرے, میں گالی میں نہیں لاسٹ دیتا ٹائم بھی نیچے, آپ کو کبھی جو نہیں اٹھا دیتا. کر میں نے نیچے پھینکا تھا وہ اس لیے پھینکا تھا, آپ نیچے لکھ رہے ہیں تمہاری بہنوں کو میں وہ تو کرتا میں ہوں, جیسے آپ سے ابھی تک میں نے آپ سے کوئی سخت سوال ہی پوچھا, اس لیے میں بیٹھا ہوں. اگر کوئی سخت سوال پوچھ لیا پھر آپ نے کہنا چل نیچے, تیری ایسی کی تیسی, بھائی تو گستاخ ہے, تو نبی کا گستاخ ہے. اچھا یہ سخت سوال کیا آپ ہوتا ہے؟ ایک منٹ میں فتوی لگا دیتے ہیں اور یہ بندہ کافر ہے, یہ ہے, مرتد ہے. ٹھیک ہے ٹھیک ہے. اس طرح سے آپ اچھا یہ وہ لگاتے بتائے, ہیں. آپ نے اس براڈ پہ آ کر سے کہا بھائی سب کو میں سلام کرتا ہوں, کوئی جواب نہ دینا چاہے تو نہ سے, یہی کہا آپ نے؟ ہاں, کیوں کیا سلام آ گیا آپ نے؟ کیونکہ میری طرف سے تو سلام ہے نا سب کا. کیوں وجہ؟ چونکہ میرے نبی پاک صلی اللہ علیہ وسلم کا حکم ہے کہ ٹھیک سب کو سلام کرو, سب کے لیے سلامتی. اور یہ جو پاکستان میں آپ کو سلام لینے سے روکتے ہیں وہ نبی پاک صلی اللہ علیہ وسلم کے حکم کے خلاف جاتے ہیں؟ آپ کو کیا لگتا ہے؟ یار میں آپ سے پوچھ رہا ہوں, آپ بتائیں نا, آپ کو کیا لگتا ہے؟ میں کہتا ہوں جو پاکستانی روکتے ہیں احمدیوں کو سلام لینے سے وہ نبی پاک صلی اللہ علیہ وسلم کے حکم کے خلاف جاتے ہیں. ٹھیک ہے, بالکل میرا بھی یہی ہے. ٹھیک ہے. اور اگر مرزا صاحب روکے وہ بھی نبی پاک کے حکم کے خلاف جائیں گے؟ تو نہیں, اس کے بعد اب میرا, آپ نے سارے سوال کرنے, میرا بھی کچھ سوال ہے. ارے ہنسی آ گئی. آپ سوال کریں, یہ دوسرا اپنا سوال آپ کریں, بالکل کریں. سارے سوال آپ نہیں کرنے, یا میں بھی سوال کر سکتا ہوں. شیر خان کیا کرے یار, شیر خان مجھے بات بتاؤ, میں سوال کر سکتا ہوں کہ نہیں؟ ایک منٹ بات تو سن لو نا. شیر خان مرزا اچھا میں سوال نہیں کر سکتا, میں سوال جواب دینے کے لیے میں ادھر کٹہرے میں بیٹھا ہوں. چلیں ٹھیک, بات تو سنو نا, بات تو سنو. ہاں میں کٹہرے میں شیر بیٹھا. خان لمبا سا کش لو, لمبا سا انہیل لمبا سا کش لو. وہ ختم ہو گیا سگریٹ کب کا, اب بات کریں. بادر مارے سیٹیاں تک کی کرائے کھچ تو کھچ. شیر خان صاحب آپ کھینچے, بات سنیں میری. شیر خان صاحب مجھے یہ بتائے
کہ مطلب ٹوٹل ملا کے یہ بات تو کرنے دینا یار، بول رہے آپ بیچ میں ٹوک دیتے ہیں، بات ہی پوری میں سوال ہی نہیں کر سکتا، مجھے سوال ہی نہیں کرنے دے رہے آپ اپنی بات پہ بس ضد ہے. دیتا ہوں موقع، چلیں دیتا سوال ہوں کریں، موقع. میں یہ کہہ رہا ہوں، میں یہ کہہ رہا ہوں، ہاں سن تو میں یہ کہتا ہوں، کتنے پیار سے آپ نے کہا کہ میں سلام اس لیے کرتا ہوں کیونکہ نبی پاک صلی اللہ علیہ وسلم کا حکم ہے. ٹھیک ہے، میں نے آپ سے پوچھا پاکستان میں احمدیوں کو سلام کرنے سے روکا جاتا ہے، یہ نبی پاک کے حکم کے خلاف ہے؟ آپ نے کہا جی. اب اگر مرزا صاحب ہی احمدیوں کو منع کرے کہ مسلمانوں سے السلام علیکم کہنے سے، تو نبی پاک کے حکم کے خلاف ہی گئے نا. گڈ، تھینک یو سو مچ، بہت اچھی بات آپ نے کی. یہ ہوتا ہے اصل انسان جو کہ اصول کے اوپر بے شک جو مرضی ہے اس کو پرواہ نہ ہو. بہت شکریہ، آپ نے کہا مرزا صاحب نبی پاک کے حکم کے خلاف گئے، اتنی سی بات ہے، اس میں تو کوئی میرے خیال میں غلط بات نہیں. کس کا الارم لگ گیا بیچارے بھائی کا؟ نہیں وہ پزل آتا ہے نا، پزل. اب اس بات کو کمپلیٹ کر لیتے ہیں. یہ ہوتا ہے کہ اب پھر یار وہ پرانی لکھ ہاں کدھر آپ مجھے ریفرنس میں، ہاں کہاں پہ لکھا انہوں نے، چلیں یہ بتائیں. اچھا، یہ کسی نے میسج کیا آپ کو؟ ارے میں نے آپ سے پوچھا ہے کیونکہ میں اس بحث میں جانا نہیں چاہتا نا، اس طرح کی بحث میں کہ آپ کتابوں میں جائیں اور حوالے ڈھونڈیں. شیر خان میں صاحب، اس لیے اوائڈ کرتا ہوں. میں آپ کے لیے ابھی کھول دیتا ہوں. دیکھیں پتہ کیا، اب تو آپ نے کرنا ہی کرنا ہے. نہیں. میرا سوال تو ادھر ہی ردی ہو گیا نا، بات تو وہی سنیں نا، تھا. بات تو چلیں سنیں. وہی بالکل صحیح جا رہے ہیں آپ، اور مجھے صحیح لے کے جا رہے ہیں. اس براڈ کی نا ایک ایسی خاصیت ہے، ادھر سے نام مراد کوئی نہیں گیا. آپ یقین کریں، میں کہہ رہا ہوں نا کوئی احمدی کہ وہ حوالے کی حوالہ لینے آوے اور احمدی حوالے کے بغیر جاوے، یہ یہاں وہ جو حوالہ آپ کے پاس ہے نا، وہاں یہاں پہ جو بندہ آتا ہے، وہ جو حوالہ آپ کے پاس ہے، اس بندے کو آپ لے جاتے ہیں اس حوالے کی طرف کہ آ بیٹا ادھر آ جا. جب وہ بندہ وہاں پہ نہیں جا رہا، وہ بندہ کہہ رہا ہے کہ میں ایک ڈفرینٹ سوال کرنا چاہتا ہوں، یہی تو ہمارا وہ کمال کرنے ہے، نہیں دیتے اس کو. یہی تو ہمارا کمال ہے. اجازت نہیں دیں گے آپ نہیں اس کو کہ ہاں وہ تم حوالہ سوال کر لو. وہ حوالہ دکھا دیں پہلے دوسروں کو بھی، تاکہ ہمارے بھی کام ہو یار سکے. آپ میرے بڑے بھائی کے دوست ہیں، ادھر بحث کیا کریں. یہ ان اچھا، کو اچھا. شیر خان صاحب، میں آپ سے پتہ نہیں کیا چکر ہے، یہی تو ہماری خاصیت ہے، ہم گھما کے لے جاتے ہیں وہاں پہ نا، اس لیے تو کھٹکتے ہیں یہ دل یزداں میں کانٹے کی طرح. یہ لیں جی وڑائے صاحب کنفرم کر دیں، حوالہ آ رہا ہے اسکرین پہ، میں اس کو زوم ان کر دوں. جی آ رہا ہے. یہ جی ملفوظات ہے، جلد نمبر 3 ہے، صفحہ نمبر 215 ہے. یہ لے 15 سر میں اپریل اسکرین شاٹ لے 1903 لوں کا. ایک سیکنڈ. ہاں جی یہ لے لیں جی اس کا اسکرین شاٹ. ملفوظات جلد نمبر 3. پڑھنا بھی ہے یا بس دکھانا ہی ہے؟ نہیں پڑھنا، یہ دیکھیں ہائی لائٹ کر کے رکھا ہے ان کے لیے. پڑھنا ہے دکھانے سے 15 کہتے ہیں اپریل کہ 1903 کا یہ دیکھ لیں جی، اس کے اندر یہ لکھا ہوا ہے. ٹھیک ہے، اچھا یہ دیکھیں جی، نماز جنازہ کی ہیڈنگ ہے شیر خان صاحب آپ کی آنکھوں کے سامنے. یہ نماز جنازہ ہے. اوکے آگے بھی تو پڑھ لینا، ہاں بات تو سنیں. پڑھتے وہ کہتے ہیں جو لوگ، مرزا صاحب کہتے ہیں جو لوگ ہمارے مکفر ہیں، مطلب جو ہمیں کافر کہتے ہیں، اور آپ کو یہ پتا ہوگا جو مرزا صاحب کو نہیں بھی مانتا نا، کافر نہ بھی کہے تو وہ بھی مرزا صاحب کا مکفر ہی ہے، اور ہم کو صریحاً گالیاں دیتے ہیں، ان سے السلام علیکم مت لو. نظر آ رہا ہے کہ میں غلط تو نہیں پڑھ رہا؟ ٹھیک ہے. اور ان سے مل کر کھانا نہ کھاؤ، کھانا بھی نہیں کھانا ساتھ. ٹھیک ہے. ہاں خرید و فروخت جائز ہے، اس میں کسی کا احسان نہیں. پھر کہتے ہیں جو شخص ظاہر کرتا ہے میں نہ ادھر کا ہوں نہ ادھر کا، اصل میں وہ بھی ہمارا مکذب ہے. ایلو مطلب جو تو بیچارہ، یہی تو بات ہے. نہیں ایلو کیا، جب ایک مکذب ہے، جب جو ایک بندہ آپ سے نفرت کر رہا ہے، تو پھر کیا، پھر بھی اس کے سن تو کیا لینا، ہی کرو گے؟ بات تو سن لینا، پر پہلے حوالہ میں پیش کر رہا ہوں، آپ وہ پیش کر رہے ہیں. مضمون، ہاں چلیں شیر خان صاحب، آپ نے مجھے تو پیش کرنے نہیں میں نے آپ کو کہا آپ مجھے سمجھائیں. بھائی آپ نے سمجھانا ہوتا تو آپ کے پاس پہلے ہوتا حوالہ تو میں دے رہا ہوں. مجھے موقع ہاں بالکل سر، یہ آپ کا ہاں رائٹ ہے، رائٹ ہے نا. ٹھیک ہے، متکلم اپنی بات خود سے میں، اچھا موقع دے. وہ ٹھیک ہے، کہتے ہیں جو نہ ادھر کا ہے نہ ادھر کا، مطلب جڑا بیچارہ ایک پاسے قادیان ویکھدا ہے ایک پاسے لاہور ویکھدا ہے، وہ بھی بیچارہ گیا. دیکھیں آپ یہ تشریح، یہ غلط بات ہے، میں اسی لیے میں نے ٹوکا تھا. چلیں اگلی بات کرنے دیں، اگلی بات. ہاں پھر وہ کہتے ہیں بات اس طرح سے کریں، یہ تشریح نہ کریں. اچھا تشریح آپ کریں بعد میں، ٹھیک ہے میں کروں گا بعد میں. ٹھیک ہے. وہ کہتے ہیں جو ہمارا مصدق نہیں، جو ہماری تصدیق نہیں کرتا اور کہتا ہے کہ میں ان کو اچھا جانتا ہوں، مطلب جو کہتا ہے میں مرزا صاحب کو اچھا انسان سمجھتا ہوں،
وہ بھی ہمارا مخالف ہے. ایسے لوگ اصل میں منافق تباہ ہوتے ہیں. ان کا یہ اصول ہوتا ہے کہ با مسلمان اللہ اللہ، با برہمن رام رام. جی لیکن میں حوالہ دینا میری ذمہ داری تھی، کیونکہ ہم کبھی بھی حوالے کے بغیر بات نہیں کرتے. یہ صفحہ نمبر بھی دیکھ لیں یار، میں غلط نہ آپ کو یہ نہ لگے صفحہ نہیں ملا. چلے بہت گڈ بات ہے، بٹ اس پہ اب لیکن نہیں پتہ اس پہ کوئی بحث نہیں، اس پہ کوئی وہ بحث نہیں. تحریر کو ادھر لگا رہنے دینا، تحریر کو ادھر لگا رہنے دینا پلیز. یار یہ لے میں تحریر اور کر پھر لیتا اس کے اوپر کوئی آپ کے سوال آتے ہیں، بالکل آپ کے جائز ہیں. نہیں آپ میرا کریں. سوال ہے ہی کوئی مسئلہ نہیں. میرا سوال ہی آپ نے کہہ دیا نبی پاک کے خلاف مرزا صاحب گئے، تو میں نے اس میں کوئی سوال رہتا ہی نہیں. نہیں میں کہہ ہی نہیں رہا، اس تحریر جو جب آپ نے سوال تحریر تب ہوتا ہے جب آپ آپس نے- میں اختلاف ہو. میرا تو آپ کے ساتھ اتفاق ہے اس بات پہ، مرزا صاحب کے خلاف گئے نبی پاک کے. نہیں مجھے نہیں لگ رہا، مجھے لگ رہا ہے کہ یہ جو تحریر پڑھنے کے بعد یہ تو حضرت محمد صلی اللہ علیہ وسلم کے لائک یہ سیم واقعہ ہے. اور اچھا 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 یہ ساری چیزیں وہ جو کفار تھے ہاں. وہ ان کے ساتھ کرتے رہے ہیں. تو مجھے تو یہ وہ کفار کلمہ کو تھے. ایک عکس نظر آ رہا ہے. اچھا مسلمان کی تعریف کیا شیر خان صاحب؟ آپ بتائیں. مسلمان کی تعریف یہ نہیں کہ جو کلمہ کو، جو قبلہ رخ نماز پڑھتا ہو، جو ذبیحہ کھاتا ہو ہمارا، وہ مسلمان ہوتا ہے، یہ نہیں. ہاں مطلب میرے لیے تو سمپل، جیسے آپ تو بہت ماسٹر مائنڈ ہے، بٹ میرے لیے صرف اتنا ہی ہے کہ ہاں کلمہ پڑھ لے. بس ٹھیک ہے، تو میں کلمہ پڑھتا اس کو ہوں، لے کے چلتے ہیں. کلمہ کو قبلہ رخ نماز بھی پڑھتا ہوں اور ذبیحہ بھی کھاتا ہوں مسلمان کو، تو مجھے کیوں پھر مرزا صاحب نے کافر کہہ دیا؟ مجھ سے کیوں روکا السلام علیکم کہنے سے؟ اس کو سمجھنا پڑے گا نا. دیکھیں سمجھائیں. کافر بندہ کیسے ہوتا ہاں ہے، سمجھائیں. انکار ہوتا ہے نا. سمجھائیں. کافر کا مطلب کیا ہے؟ انکار کرنے والا. اچھا یہ تو مجھے سمجھ آ رہا ہے، اتنا بتاتا ہوں میں آپ کو صحیح. کہ کافر کا مطلب ہے انکار کرنے والا. اچھا ٹھیک ہے. تو اب جیسے حضرت مسیح موعود علیہ السلام کے کوئی کافر ہیں، نہیں، وہ آپ جماعت میں نے نہیں ہیں. آپ نئے نہیں ہیں، آپ پرانے ہیں. یہ آپ نے صلاۃ و سلام مرزا صاحب پہ نہیں پڑھنا. ٹھیک ہے، مرزا صاحب کہہ لیں، اچھے سے بات ہو جائے گی. جی نہیں ایسا تھوڑی ہے کہ میں کوئی فدو بندہ تھوڑی ہوں کہ میں آپ کے سامنے جھک کے بیٹھ جاؤں. ٹھیک ہے، نہیں. بالکل ٹھیک ہے. جو پھر آپ میں کو پتہ ہے بولنا نا، چاہتا ہوں. نہیں آپ بالکل بالکل بولیں. پھر آپ کو پتہ ہے نا محمد رسول اللہ صلی اللہ علیہ وسلم نے فرمایا صلی تھا، اللہ علیہ وسلم انہوں نے فرمایا تھا، میں مفہوماً بیان کر رہا ہوں کہ قیامت تب تک قائم نہیں ہوگی جب تک 30 کے قریب جھوٹے نبوت کے دعوے دار ظاہر نہیں ہو جائیں گے، جن میں جو دعویٰ کریں گے یہ کہ میں اللہ کدھر کا کی نبی ہوں. ڈیبیٹ آپ کدھر لے کے جا رہے بات تو ہیں، سن اور لیں آپ نا، کی مرضی ہے. دیکھیں نا، سر، بات تو آپ سن چلائیں لیں. اس کو. وہ کذاب ہوں گے جی اور دجال ہوں گے. آپ کو پتہ ہے نا کہ ہمارا یہ عقیدہ جی ہے، جی. اور مرزا صاحب اسی کے تحت آتے. تو آپ پھر یہ تھوڑا ورڈ کر لینا، اس پہ کون سی بات ہے ایسی؟ یہ آپ کی وہ عقیدے کے تحت ہیں، میرے عقیدے کے تحت. تو آپ اس اپنا سے عقیدہ پہلے ظاہر کریں، میں اپنا کر دیتا ہوں. 40-50 میرے عقیدے کے مطابق تو 150 آ کے چلے گئے. ٹھیک ہے، 30 تو بہت دور ہے. obviously وہ تو آپ کا عقیدہ ہے نا جی، وہ ٹھیک ہے، جو مرضی رکھے، لیکن میں اپنے عقیدے کا اظہار کرنے کے لیے آزاد ہوں. دیکھیں، مطلب پھر وہاں پہ پھر میں بھی آزاد ہوں کہ میں اپنے حضرت مسیح موعود علیہ السلام کو علیہ السلام کہہ رہا ہوں. تو آپ اس میں کیا ہی، میں پھر کہتا ہوں کہ جب نبی پاک پھر صلی اللہ تو علیہ آپ وسلم کو کی بات حدیث کے ہی- مطابق وہ تو کذاب ہے اور دیکھیں، دجال. جب اس کا مطلب یہ ہے کہ آپ کو بات ہی ہمارے ساتھ صرف قرآن اور حدیث پہ کرنی چاہیے، حضرت عیسیٰ علیہ السلام پہ یا حضرت جو ہمارے مسیح موعود علیہ السلام ہیں، ان پھر پہ آپ تو آنے ہی نہیں نے چاہیے. پھر آپ نے کہہ دیا، میں کہوں گا نبی پاک صلی اللہ علیہ وسلم کے کیونکہ مطابق وہ ہاں جی، کذاب اور دجال ہیں. میں تو وہی تو کہہ رہا ہوں کہ ان کے مطابق اب آپ خود پڑھوا رہے، خود کروا رہے ان کے ساتھ. وہی مسیح اور مہدی موعود ہیں. ہاں وہی مسیح مہدی موعود ہیں اور وہ حق پہ ہیں. That's it. اس میں ٹھیک کوئی ہے. تو میں ہے بھی نہیں یہی اس کہہ رہا طرح ہوں، کا. میں بھی یہی کہہ رہا تو ہوں. اس بات پہ آ ہی نہیں رہا تھا. میں حدیث کے مطابق مرزا صاحب انہی کذاب اور دجال کی لسٹ میں آتے ہیں. تو شیر خان صاحب مہربانی کر کے، نارمل بات ہو رہی ہے، آپ دوسری بات کریں. آپ کیوں ان کے اوپر صلاۃ و سلام پڑھ رہے ہیں؟ آپ کو پتہ ہے نا کہ ہمارے نزدیک وہ جھوٹے، تو پھر آپ کیوں یہ کام کر رہے ہیں؟ عزت انسان کے اپنے ہاتھ میں ہوتی ہے. بشیر الدین محمود صاحب نے کہا ہوا کہ میرا دل کرتا ہے میں ڈنڈا پکڑ کے پھینٹی لگاؤں ایسے لوگوں کی جو جا کر بے وجہ مسیح موت کے لیے پڑھواتے ہیں. میوٹ لگانا شروع ہو گئے ہیں. آپ اب سن میری نہیں بات رہتے، سن نہیں رہتے. ہاں جی آپ کریں، بس صلاۃ و سلام ورڈ کریں، صاحب کہہ کے بات کریں. جی جی، میں آپ کو یہی کہہ رہا ہوں کہ
जैसे हजरत मसीह, अच्छा चले, मैं अभी इस वर्ड को लाइक सिर्फ अपनी बात पूरी करने के मसीह लिए- मौत कह लें आप, मैं नहीं बस सलाम ना पड़े, वो नबी पाक के लिए खास नहीं, बस, हाँ। नहीं 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 मैं तो वो मानता हूँ कि हजरत मोहम्मद सल्लल्लाहु अलैहि वसल्लम की जो सल्लल्लाहु अलैहि बशारत वसल्लम। थी, वो जिस मसीह मौद ने आना था वो आ चुका। ठीक है, मैं उनको मान चुका हूँ। ठीक है। और जैसे आपके कोई अभी आएंगे भी या कभी नहीं आएंगे, मुझे नहीं पता, उन्होंने आना नहीं आना, ठीक है, क्योंकि मैंने तो मान लिया मेरे लिए तो वो कभी नहीं आएंगे, आपके तो आने वाले कभी नहीं आएंगे, ठीक है। अच्छा, तो जो कभी नहीं आने वाले आप उनको मानते हैं, आपने उनके लिए वो बचा के रखा है कि हाँ उनको बोलेंगे ये हजरत मसीह मऊद अलैहिस्सलाम, तो ठीक है। नहीं, हम आप उनको अपना बचा ये के रखे, देखे, मौका दे, हाँ, मैं तो यूज करने दे ना, मौका दे। अच्छा, बात ये है कि उनको बचा के रखेंगे, ये आप तो बेवजह की बहस कर रहे हैं। सिर्फ आपसे रिक्वेस्ट ये की है, अरे बेवजह की बहस मैं कर रहा हूँ, बेवजह की बहस ये है कि मेरा, अगर मैं एक मानता हूँ, मैं एक मुसलमान हूँ, मैं हजरत मोहम्मद सल्लल्लाहु अलैहि वसल्लम आप नहीं है ना उन्हीं भाई, की हदीस आप से मैं मुसलमान की नहीं सलाह है, लेता हूँ। नहीं है मुसलमान आप भाई। इस मामले में क्या हो गया आपको? आप कैसे हो सकते हैं मुसलमान? यार आपके कहने से मैं नहीं हो सकता ना, आपके कहने से या किसी के कहने से, तो हजरत मोहम्मद सल्लल्लाहु अलैहि वसल्लम के कहने से तक से कोई मुसलमान नहीं हो सकता। चलो ठीक है, मुझे ये बताएं, मुसलमान होता है अल्लाह ताला के सामने, ठीक है, आपके सामने मुझे मुसलमान नहीं शेर होना। खान साहब, आखिरी अब दफा मैं बिल्कुल कह रहा ही हूँ, अगर आप बोलना है मुझे अजीब ही देंगे तो बातें बात करते हो होगी, यार। बोलने देंगे तो बात होगी, वरना फिर फायदा का फायदा नहीं है। जी 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 कर। आप मुझे ये बताएं, सहाबा कराम जो कलमा पढ़ते थे उसमें मिर्जा साहब शामिल होते थे? बात आप पूरी नहीं करने देते, कोई भी बात मेरी आपने पूरी नहीं होने दी। सही है। लास्ट चारों बातें मैं गिना सकता हूँ। सहाबा कराम जो कलमा पढ़ते थे उसमें मिर्जा साहब शामिल होते थे? हाँ जी, सहाबा कराम जो कलमा पढ़ते थे मिर्जा साहब शामिल होते थे उसमें? अच्छा, इसका बिल्कुल मैं वेरी सिंपल सा आपको जवाब दूंगा हाँ कि नहीं, जो हाँ नहीं जो हजरत मूसा अलैहिस्सलाम का कोई कलमा होगा या उस तरह से कलमा बताएं पहले पढ़ते थे, या वो जो जब मुसलमान होते थे, ठीक है, हम तो उनको मुसलमान मानते हैं, हाँ तो क्या वो हजरत मोहम्मद सल्लल्लाहु अलैहि वसल्लम के मुसलमान होते थे? ठीक हो गया। सिंपल सा मेरा हाँ, सिंपल सा है मेरा। हाँ बताता हूँ, सिंपल सा। बताता हूँ, बिल्कुल होते थे। ठीक है, ये हजरत मोहम्मद सल्लल्लाहु अलैहि वसल्लम के मुसलमान को ये कौन सा टर्म निकाल लिया आपने? अरे नहीं, आप फिर से सवाल आपने अभी जवाब देना था। मैं तो कह दिया, हाँ होते हैं। आप कह रहे थे अभी मैं बताता हूँ, अभी आपने बताना है कि मुसलमान होते थे कि नहीं होते थे। चलो म्यूट लगा ले फिर। हाँ जी, म्यूट लगा। जी म्यूट लगा लिया मैंने। ठीक है, बिल्कुल मुसलमान होते थे। जी होते थे मुसलमान, हाँ, कह तो दिए। कैसे होते थे? हाँ, ये बात की बात है। कैसे? हाँ, ये बात की बात है। म्यूट लगा लिया। अच्छा म्यूट लग गया। अच्छा, मुझे ये बताइए, फिर आप बता दें। बताता हूँ। म्यूट लगाने के बाद बता दें। ये कौन सा म्यूट लगा हुआ है जो बातें किए जा रहे हैं? अरे नहीं, मुझे बस जवाब देना ना, इनका अलग सवाल नहीं। मैंने कितने 5-6 सवाल, इन्होंने ये सवाल पे सवाल करते जा रहे हैं, किसी बात का जवाब नहीं। अब ये सवाल है कि वो मुसलमान होते थे कि नहीं होते थे? मैं डोरा नहीं हूँ, मैंने सुन लिया। म्यूट लगा ले। हाँ चल ठीक, म्यूट लगा लेना। सर म्यूट में आप जवाब दें प्लीज। ठीक है। अच्छा, बात यह है कि मैंने तो कह दिया है कि मूसा अलैहिस्सलाम के जो असल मानने वाले थे वो मुसलमान थे, ईसा अलैहिस्सलाम के जो असल मानने वाले थे वो मुसलमान थे, और वो नबी अकरम सल्लल्लाहु अलैहि वसल्लम पर ईमान रखते थे। अच्छा, दूसरी बात यह है, क्योंकि कुरान का फैसला है ना कि ईसा अलैहिस्सलाम ने अपने कौम को बिशारत दी एक आने वाले रसूल की जिसका नाम अहमद है। अपनी कौम को बिशारत दी, पहले बता दिया नबी, उनकी कौम ने माना। हज़रत मूसा अलैहिस्सलाम ने अपनी कौम को बिशारत दी। पढ़ा नहीं ना आपने कुरान पाक? आपने कुरान पाक पढ़ा होता तो आपको पता होता ना, ठीक है ना। अब जैसे हमारे नबी सल्लल्लाहु अलैहि वसल्लम ने हमें बिशारत दी कि ईसा इब्न मरियम नाज़िल होंगे कुर्बे क़यामत, हम मानते हैं ना वो बात उनकी। इसी तरह उनके मानने वाले मानते थे बात। ये बेसिक सिंपल है। आप लोगों का असल में ना दिमाग का फतूर इतना बढ़ गया है, ये आपको समझ नहीं आती छोटी छोटी बातें। अब मेरा टाइम है नहीं, अभी मैं मुकम्मल जवाब दूं। नहीं, जब मुझे खुदा ही पड़ेगा वैसे मुझे अभी नहीं मुसफ़र साहब, अभी नहीं, अब आपको मैंने कितने प्यार से समझाया कि मूसा अलैहिस्सलाम ने
اپنی قوم کو نبی پاک صلی اللہ علیہ وسلم کے بارے میں بتایا, پورا واقعہ کوٹ ہوتا ہے, مکالمہ کوٹ ہوتا ہے, اور آخری نبی کے بارے میں پوری کی پوری گفتگو کوٹ ہوئی ہے, عیسیٰ علیہ السلام کی بشارت آتی ہے. لیکن مسئلہ یہ ہے کہ آپ نے وہ عیسیٰ علیہ السلام کی بشارت نبی پاک سے اٹھا کر مرزا صاحب پہ لگا دی. یہ آپ کو قرآن کیسے سمجھ آئے گا جب آپ قرآن کا انکار کرتے ہیں؟ اب کیا یہ خطبہ ہے یا ڈیبیٹ ہے, مطلب اگلے بندے کو بات کرنے کا موقع ملے گا نہیں. اتنی باتیں آپ نے کر دی, وہ کہاں پہ ان کا, آپ نے اتنی باتیں کر دی, آپ ایک چیز کا حوالہ نہیں دے سکیں گے. آخری لائن میں کہہ رہا ہوں کہ جیسے حضرت موسیٰ علیہ السلام نے بتایا تھا کہ حضرت عیسیٰ علیہ السلام نبی ہوں گے, حضرت عیسیٰ علیہ السلام نے بتایا تھا کہ حضرت محمد صلی اللہ علیہ وسلم نبی ہوں گے, آپ ایک بھی اتھینٹک, آپ ابھی تو کہہ رہے ہیں, ابھی میں نے میری ریکارڈنگ میں, یہ تو اب کیا باتیں کہہ رہے ہو آپ, اگر آپ خود کہہ رہے ہو. اگر آپ کا صرف اور صرف آپ ایکسائٹمنٹ کم کریں گے تو آپ کو سمجھ آئے گی. یار توبہ کر لو. ٹھیک ہے, میں نے کہا موسیٰ علیہ السلام نے نبی پاک کی بشارت دی, عیسیٰ علیہ السلام کو میں نے نہیں کہا. آپ سمجھ آ گئی میں کیا کہہ رہا تھا؟ دونوں نبیوں نے نبی پاک کی بشارت دی, یہ میں نے کہا تھا. آپ سن نہیں رہے تھے نا, قرآن نہیں پڑھا نا آپ نے بیسیکلی. اچھا دوسری بات آپ سنیے گا, غور کریے گا, ذرا غور سے سنیں. اچھا اس کا بھی حوالہ اچھا صبر تو کر رہے نا آپ نے, تو ماشاءاللہ حوالے سامنے لگائے. جیسے حوالے حضرت مسیح علیہ السلام کے تو بڑے دیتے ہیں آپ, بٹ وہ حوالہ میں دیتا ہوں حوالہ, میں حوالہ دیتا ہوں. یہ تو مجھے لگتا ہے کہ جو مسلمان ایک غیرت رکھتا ہے یار, میوٹ تو وہ لگائے, حوالہ اس کے پاس پکا ہوگا. میوٹ تو لگائے نا, حوالہ میوٹ لگائے. جی جی. شیر خان رسول اللہ صلی اللہ علیہ وسلم نے مفہوم حدیث پہ یاد کر رہا ہوں کہ اپنے بعد قیامت کی نشانیوں میں سے نشانیاں یہ بتائی کہ 30 کے قریب جھوٹے کذاب اور دجال آئیں گے, جس میں سے ہر کوئی یہ دعویٰ کرے گا کہ وہ اللہ کا نبی ہے, لیکن نبی پاک صلی اللہ علیہ وسلم نے کہا لا نبی بعدی. ٹھیک ہے جی, اور ہم مرزا صاحب کو اسی کے تحت مانتے ہیں. آپ نے پھر صلاۃ والسلام پڑھا, میں آپ کو اس لیے بار بار یہ کہہ رہا ہوں, آپ عقیدے کا اظہار کریں, میں اپنے کا کر رہا ہوں, پھر مائنڈ نہ کریے گا. میں اپنے بھی عقیدے کا اظہار کر رہا ہوں. چلو ٹھیک ہے, جب بھی آپ ان کا نام لیں گے تو میرے نام سے تو نکلے گا ہی, ٹھیک ہے نا, میرے منہ سے ان کا نام اسی طرح سے. اور میں اپنے عقیدے کا اظہار کروں گا. وہ ایک ہوتا ہے نا کہ وہ پکارا جانا, لائک میرے اندر وہ فکسڈ ہے, ٹھیک ہے, وہ میرے اندر وہ چپ ہے. مسافر صاحب تھوڑا سا گرون اپ ہوئیے اور مضمون پہ یار گفتگو کریں, سائڈ ٹریک. تو میں وہی تو کہہ رہا ہوں کہ جو مضمون تھا, ابھی جو نیا کھلا ہے حضرت موسیٰ علیہ السلام. اچھا یار, اچھا یہ بتائے, اور انہوں نے بشارت دی تھی, اور حضرت عیسیٰ علیہ السلام نے بشارت دی تھی. پہلی بات, ان کے حوالے کدھر ہیں؟ حضرت مسیح علیہ السلام کو تو نکل آیا تھا حوالہ. پھر وہی بات دیکھیں, آپ کو پتہ ہے وہ سب کچھ آپ کا پتہ ہے, آپ کو اس بات کا بالکل. آپ کہتے رہے سر, آپ اپنی زبان سے, جب میں کہتا ہوں نا حضرت مسیح علیہ السلام, اب پھر وہی دیکھیں نا, پھر کذاب دجال آپ کی اپنی ہے. آپ نہیں چاہتے. مسافر صاحب یار, آپ گرون اپ انسان ہیں, دیکھیں بالغ نظری کا یہ تقاضا ہوتا ہے کہ آپ ایک ایڈلٹ گفتگو کریں. جی جی, وہ مرزا صاحب تقاضا یہ ہے. مرزا صاحب ہم بھی کہہ رہے ہیں, آپ بھی مرزا صاحب کہہ کے کانٹینٹ پہ گفتگو کریں, سائڈ ٹریک ہو رہے ہیں یار, کیا کریں. چلے ٹھیک ہے مرزا صاحب. اچھا میں نے یار اب موقع بھی تو دے, میں نے اپنے دونوں جواب دے دیے. میں اب بہت ہی نا, اب میں صرف اس لیے میں اپنے سوالوں کے جواب چاہتا ہوں, میں دیتا ہوں, بہت ہی دل پہ پتھر رکھا ہے. کوئی مسئلہ نہیں. میں نے جو آپ نے یہ جو بشارتیں ادھر ادھر سے جو آپ نے بنائی ہے نا, وہ پلیز تھوڑا سا ان کے حوالے. یہ میں نے غلط, یہ میری ریکویسٹ. اچھا بات سنیں, یہ بات میں نے غلط کی. آپ ریکویسٹ, مطلب میری ریکویسٹ ہے کہ آپ اپنی طرف سے کوئی حوالہ دیں. میں کہہ رہا ہوں یہ بات میں نے غلط کی ہے. نہیں, میں کہہ ہی نہیں رہا کہ آپ نے صحیح کی ہے نہیں غلط کی, میں کہہ رہا ہوں کہ آپ اپنی طرف سے ٹھیک ہے ان کا حوالہ دیں. ٹھیک ہے, موقع تو دے نا, موقع تو دے مجھے, میری بات مکمل تو کر رہے تھے نا یار. میں اپنی طرف سے نہیں, یہ ڈرامہ دیکھیں, مطلب آپ پھر میں آپ کہوں گا کہ نہیں یہ بات ٹھیک ہے, پھر آپ میری باتوں, میری کتابوں سے یا ہم جو بات کرتے ہیں اب وہاں پہ آپ اپنا بتائیں کہ آپ نے یہ بات صحیح کی ہے غلط کی ہے. ٹھیک ہے, موقع دے مجھے, ادھر جائیں آپ, موقع دیں. اب اپنا تو کچھ عقیدہ چپ نہیں کریں گے, تھوڑا ٹھوس کریں نا, چپ نہیں کریں گے, کریں. ٹھیک ہے, اس طرح بات نہیں ہوگی, چپ کریں نا پھر بات کریں. اچھا میں نے, آپ نے پوچھا, میں نے آپ کو جواب دے دیا. آپ نے پوچھا تھا وہ مسلمان ہیں, پھر آپ نے آگے سے آگے سوال پہ سوال. یار دیکھیں اب یہ پھر شیر خان صاحب آخری وارننگ ہے, اگر اتنی باتیں میں ریپیٹ کر رہا ہوتا نا,
सीकर भाई, अगर मैं इतनी बातें रिपीट कर रहा होता, अब आपने कब का टोका, उत्तर देना था? आपने मुझे टोका, मैं कह रहा तो हूँ गुफ्तगू कि बंद है। बात चले और समझ भी आए लोगों को। ठीक है, ठीक है, ठीक है। तो समझ ये आनी है कि आप हवाला दे सकते। चले हम म्यूट लगा लें। जी, मैं म्यूट हूँ, वैसे भी कॉल आ रही है, मैं म्यूट हूँ। हाँ, और आप हवाला दे दें म्यूट, ये म्यूट, जो म्यूट। आपने बातें अच्छा, की। म्यूट तो जी। लगाया ना कि ये अच्छा मैसे है कि शेर खान साहब, ये कोई बंदा आपको डिस्टर्ब कर रहा है मुसाफिर साहब। अच्छा मैंने तो अब तक जवाब दे दिया कि हाँ जी मुसलमान है। मुझे सिर्फ ये बता दे शेर खान साहब, क्या हजरत ईसा अलैहिस्सलाम भी मुसलमान है या नहीं? अब आपका सवाल का जवाब मैंने दे दिया, मेरे सवाल का जवाब दें। ईसा अलैहिस्सलाम को मुसलमान मानते हैं? बस हो गया आपका। जी, मैंने आपको पूछा, आपने ये मेरे एक सवाल पे अब भूल रहे हैं। आपको नहीं पसंद आया मेरा जवाब? जो आपको अगर जवाब पसंद नहीं आया लोग ना? बैठे हैं, इनकी याददाश्त इतनी छोटी है, ये भूलना चाहें। मैंने आपसे ये सवाल पूछा था कि वो पुराने जो अंबिया थे वो मुसलमान हैं कि नहीं है? आप वो उन अच्छा की जात में आप या एक पहले सेकंड तो एक सेकंड एक सेकंड मैं आपको ये म्यूट तो लगा वहीं रहा पे बनता है कि आप हूं। मैंने आपका म्यूट लगा दिया। अब आप जरा मौका देंगे तो बात आगे चलेगी। वड़ाई साहब, क्या मैंने ये कहा कि नहीं कहा कि पुराने अंबिया मुसलमान हैं? मैंने कहा ना मुसलमान है। बिल्कुल कहो। ठीक है, अब मैंने अपना जवाब दे दिया। मैं पूछ रहा हूँ मुसाफिर साहब से, अब आप माइक खोले और बताएं क्या ईसा अलैहिस्सलाम को मुसलमान मानते हैं? जी जी मुसाफिर साहब। सीकर भाई ना जाए, मेरा जो सवाल है ना, जब मैं अपने सवाल के ऊपर जाता हूँ ना, उसी वक्त मेरा म्यूट चलो मेरा ख्याल है कि आपका सॉफ्टवेयर हो चुका है इस टाइम करप्ट। मेरा सवाल ही आपने डेड कर दिया। और नहीं, सिर्फ मेरा सवाल आपका सॉफ्टवेयर हो गया करप्ट। चले मुसाफिर साहब, ये जो सवाल उन्होंने उठाया है ये बड़ा इंटरेस्टिंग सवाल है कि आपका जो अंबिया अलैहिस्सलाम है 1,24,000 सब, उनको आप मुसलमान मानते हैं या उनके रिलेटेड टू देयर जो भी वो डिनोमिनेशन उनके नाम उनके साथ हैं, उनको वो क्या मानते हैं, उनको मुसलमान या नहीं या व्हाटएवर? मैंने तो पहले ही सिंपल, मेरा तो कलमे का ये है कि मैं कलमे में सारे अंबिया को मानता हूँ। दैट्स इट, वेरी सिंपल, ये मेरा जवाब है। तो इसका मतलब ये हुआ कि आप फिर हज़रत ईसा अलैहिस्सलाम, हज़रत मूसा अलैहिस्सलाम, इन सब को आप मुसलमान मानते हैं? बिल्कुल, मेरा सिंपल है। आप मानते हैं? नहीं, आप मानते हैं? मेरा तो सवाल आपके ऊपर है, फिर आप मानते हैं? सर मैं 100% आपको जवाब दूंगा। आप सर मुसाफिर साहब ब्रेक भी लगाया करें। आपने पहला सवाल मुझसे पूछा है, मैं आपको जवाब दे के जाऊंगा, ये अखलाकी तकाजा है। जब मैं आपसे सवाल पूछ रहा हूँ, जवाब ले रहा हूँ, तो मैं भी जवाब दूंगा। लेकिन पहले आपका ये जवाब जो है वो क्लैरिफाई हो जाए कि आप सब 1,24,000 अंबिया को आप मुसलमान मानते हैं। कमोबेश, हाँ जी। कमोबेश से क्या मतलब? किसको नहीं मानते मुसलमान? कोई कम भी हो सकते हैं, 1,24,000। हाँ, अच्छा गिनती की बात कर रहे हैं। अच्छा, इस बात के ऊपर मैं आपके साथ हूँ, मैं और आप सेम पेज पे हैं। मैं भी 1,24,000 या कमो बेश जितने भी टोटल अंबिया हैं, अल्लाह के सब अंबिया को मैं सबको मुसलमान समझता हूँ और सब कलमा साहब बात पूरी करने दिया करें, बार बार बीच में टोक रहे हैं, बोलने देना उनको। जी मैं उनसे बात कर उनमें जिनके मैं नाम जानता हूँ, जिनके मैं नाम जानता हूँ, मसलन हज़रत आदम अलैहिस्सलाम है, हज़रत नूह अलैहिस्सलाम है, हज़रत लूत अलैहिस्सलाम है, हज़रत यकूब अलैहिस्सलाम है, हज़रत दाऊद अलैहिस्सलाम है, हज़रत यूनुस अलैहिस्सलाम है, हज़रत सुलेमान अलैहिस्सलाम है, हज़रत मूसा अलैहिस्सलाम है, हज़रत ईसा अलैहिस्सलाम है, हज़रत हारून अलैहिस्सलाम है। इसके अलावा और मैं जो नाम जानता हूँ उनको चले मैं स्किप करके, और हज़रत ईसा अलैहिस्सलाम और हज़रत मोहम्मद सल्लल्लाहु अलैहि वसल्लम, ये सब को ला इलाहा इल्लल्लाह मोहम्मद रसूलुल्लाह के मिसदाक, मैं सबको अल्लाह के पाक नबी और सबको मुसलमान मानता हूँ। जी जवाब आ गया मेरा? ठीक है सीकर साहब मेरा भी यही जवाब है। बस ठीक हो गया। बड़ा साहब फिर नहीं, ओवर टू यू यार, एक सेकंड सबर यार, सबर नहीं, वो सवाल उनका था ना, उनमें सवाल उनका था, मेरे ऊपर तो आपने डाल दिया ना। बड़ा साहब फिर मैं आप भी चूंकि इसमें आए हैं तो मैं आपसे भी सवाल पूछ रहा हूं ताकि इजी हो जाए। जी ठीक है। बड़ा साहब, आप ईसा अलैहिस्सलाम को मुसलमान मानते हैं? 100% वो 1,24,000 पैगंबरों में मुसलमान है, वो पक्के। जब मुसलमान कैसे होते हैं, उन्होंने तो कलमा ही नहीं पढ़ता। हेलो प्यार सिस्टर,
मुसाफिर साहब अभी आपने 1,24,000 को मुसलमान माना है, अब आप ईसा अलैहिस्सलाम को मेरा एक सवाल है, मुसाफिर साहब कैसे आप उनको मुसलमान साबित करते हैं? मुझे इस सवाल के जवाब यार मिलेगा, please? ये नहीं, पहले वाला सवाल सेटल हो जाए, मैं फिर हम बस इस सवाल ये को सवाल का जवाब, मैं आपके सारे सवालों को जवाब दूंगा, ठीक है? नबी आ सकता, नहीं आ सकता, हजरत मसीह मौऊद अलैहिस्सलाम देखिए मुसलमान साहब, अब आप गुफ्तगू को खराब कर रहे हैं, अब आप गुफ्तगू को खराब कर रहे हैं। सिर्फ आपसे मैं आपसे एक सवाल पूछ रहा हूँ और मैं गुफ्तगू को खराब कर रहा हूँ। बिल्कुल, मैं एक क्योंकि आप सवाल पूछ रहा हूँ, गुफ्तगू को खराब कर रहा हूँ। क्योंकि पहले वाला मैंने एक क्वेश्चन सवाल सेटल नहीं पूछा है। पहले वाला सवाल सेटल नहीं हुआ। मैंने एक सवाल पूछा, अगर बात आपका इंसानों की तरह करनी है तो अपना माइक खोलें। नहीं मुसाफिर साहब, ये कोई तरीका नहीं, मैं डिसअपॉइंट हुआ हूँ आपसे। मैं समझता था आप अच्छे गुफ्तगू करेंगे, क्योंकि या कोटला लिया या कोटला लिया तो मेरा वीर बात चाहिए जी, ठीक है, गल कर तरीके ਨਾਲ कर। नहीं आप मेरी बात सुन लेना, मौका तो दें थोड़ा। आपने इतना, मैं कोई गाली गंदी ना क्या फजूल, मैं बड़ाई साहब से अब मैं बड़ाई साहब से बात कर रहा था, आपने बीच में टोक दिया मुझे। रुक अब जाए, मैं बात कर लूं यार, रुक जाए, मुसाफिर साहब सुकून कीजिए ना यार, मुसाफिर साहब प्लीज की कोई लिमिट इन लोगों में यार, ठंडे होके गुफ्तगू करें, हम आपसे प्यार से गुफ्तगू कर रहे हैं। मतलब बात बोलने आप मुझे नहीं दे रहे, और मुसाफिर साहब हम तो प्यार से गुफ्तगू कर रहे हैं, आप खामखा में हाइपर हो रहे हैं। अब कमाल मेरी बात पूरी होने देंगे? इतनी भाई, बातें होस्ट स्पीकर साहब होस्ट हैं, उनको ड्राइव करने दें गुफ्तगू को, हम कंट्रोल नहीं कर सकते ना, ऐसे ना करें ना। बड़ा साहब मेरा आपसे सवाल है, चूंकि मैंने आपसे पहले सवाल शेर खान मुसाफिर साहब गुफ्तगू खराब हो जाएगी, आप अगर दरमियान में होस्टिंग करेंगे जी। ठीक है जी, अब आप जी स्पीकर साहब। बड़ा साहब मैं जब आपसे सवाल पूछूं प्लीज आप भी म्यूट लगा लीजिएगा। जी बड़ा साहब आप ईसा अलैहिस्सलाम को मुसलमान मानते हैं? 100%। अगर कोई एक अल्लाह के नबी को मुसलमान ना माने जो शख्स, क्या वो मुसलमान हो सकता है? 100% काफिर है ये जो किसी मुसलमान को, और ख़ास तौर पर अल्लाह के किसी पाक नबी को जो मुसलमान ना माने, वो इस्लाम से बाहर है, वो काफिर है। ठीक है, जज़ाकल्लाह बड़ा साहब जी। शेर खान साहब, आप जो शख्स ईसा अलैहिस्सलाम को गैर मुस्लिम कहे, आप उसको मुसलमान मानेंगे? जी। अब ये ऐसे नहीं चलेगा। अब मैं आपको मैं अपना कुछ कॉन्सेप्ट दे सकता हूँ कि नहीं, या मतलब हाँ जी जवाब दे, आप ही का कॉन्सेप्ट मांग रहा हूँ। जी बिल्कुल मैं जवाब देता हूँ, लेकिन सवाल का जवाब देना, कॉन्सेप्ट बेशक दे लेकिन सवाल के ऊपर दे। नहीं वो उधर नहीं होगा, वो उधर होगा। जो आपका कॉन्सेप्ट है ना, वो उधर नहीं होगा, उधर होगा। सवाल ये क्या उधर नहीं होगा उधर होगा, ये क्या? जी उसके ऊपर ये सवाल है कि हजरत ईसा अलैहिस्सलाम मुसलमान थे कि नहीं थे, अब बस ये बता दें। ठीक है मेरे भाई, और आप और अफजल वरैद साहब भी इस बात के अंदर हैं। सिर्फ मेरा माइक म्यूट ना करें, मैं तहम्मुल से आपका जवाब सुनूंगा। बस मुझे ये थोड़ा सा हौसला करके बताएं कि हजरत ईसा अलैहिस्सलाम, हजरत मूसा अलैहिस्सलाम, हजरत आदम अलैहिस्सलाम वो मुसलमान थे कि नहीं थे? ठीक है हिम्मत करें थोड़ी सी करें। ठीक है मेरा ख्याल है कि जब मैं और वड़ाई साहब जवाब दे रहे थे ना, आपने कानों में रुई डाली हुई थी, ठीक है जी। और अभी सिर्फ हमने आपको इतना कहा कि बिल्कुल अल्लाह ताला के जितने पैगंबर थे अल्हम्दुलिल्लाह मुसलमान थे। ईसा अलैहिस्सलाम मुसलमान थे, मूसा अलैहिस्सलाम मुसलमान थे। अब हमारा जवाब नहीं लंबा नहीं जाना, अब मेरा थोड़ा सा सवाल ना, थोड़ा सा बोका सबर इजी। अब आप बताएं ईसा अलैहिस्सलाम मुसलमान है? थोड़ी सी सीकर भाई, थोड़ी सी हिम्मत करें यार, ऐसे ना करें बड़ा साहब। अच्छा मेरा जवाब ठीक है? हाँ मैं बताता हूँ आपको आपका जवाब प्लीज। नहीं सवाल पहले बारी सवाल होगा, बारी ऐसे म्यूट ना करें, ऐसे म्यूट फिर आप इंसानों की तरह बात भी तो करें ना, इंसानों की तरह बात करें। मैं इंसानों की तरह, जब आप कहते हैं म्यूट हो जाओ मैं म्यूट हो जाता हूँ, जब मेरा राइट है ना बोलने का, जब आप कहते हो म्यूट हो जाओ करने देना। बहुत अच्छी बात की आपने। अरे नहीं वो सवाल तो करने देना यार। मुसाफिर साहब देखें, मैं तो नहीं लड़ रहा ना, सिर्फ आप हैं जो स्पीकर साहब की लड़ाई कर रहे हैं। मैं भी तो साथ शामिल हो गया ना गुफ्तगू में, आखिर मैं क्यों नहीं लड़ाई कर रहा? शामिल हुए हैं जब आप एक लूप होल मिलता है तब आप कूद पड़ते हैं। नहीं लेकिन मैं लड़ाई तो नहीं कर रहा, लगा लेते हैं। मैं लड़ाई तो नहीं कर रहा। ज्यादती है सरकार। देखें आप इतने बड़े, चले मैं म्यूट पे जा रहा हूँ, मैं म्यूट पे जा रहा हूँ। हाँ जी, आप सवाल करने का तो मौका नहीं देंगे अगले बंदे को, यार सवाल तो करने दे।
تو جیسے حضرت عیسیٰ علیہ السلام آپ نے فرمایا ابھی، جیسے حضرت موسیٰ علیہ السلام وہ نبی تھے، ٹھیک ہے، اور آج کی ڈیٹ میں جو کلمہ پڑھتا ہے، اور جیسے پہلے ہماری بات ہو رہی تھی، وہ کلمہ پڑھتا ہے وہ مطلب وہ مسلمان ہوتا ہے، ٹھیک ہے، تو ان نبیوں نے وہ کلمہ تو پڑھا نہیں تھا، اب وہ مسلمان تھے، وہ کیسے مسلمان تھے سرکار جب انہوں نے کلمہ ہی نہیں پڑھا؟ یہ میرا سوال ہے، بس یہی سوال کرنا اچھا میں چاہ رہا یہ ہوں۔ اور مسافر صاحب کو میں تو پہلی دفعہ ان سے اس لیول پہ گفتگو میری ہو رہی ہے، ان کا انٹلیکچوئل لیول، وہ بیسک آئی کیو لیول وہ اس وہاں نہیں ہے جہاں پہ وہ سوالوں کو پروسیس کر سکے۔ میں نے یہ کنکلوڈ وہ کا ضائع کریں، ہم ٹائم نہیں تو ویسٹ کر رہے بالکل اس کو مسافر بھائی آپ نیکسٹ ٹائم ابھی آپ نے کوٹ لا لیا تسی؟ سیکر بھائی نہیں میں پوچھ رہا ہوں مطلب آپ سٹائل ہوتا ہے نا کئی دفعہ وہ مجھے لگتا ہے آپ تھوڑا نا سا ان میں کچھ سمجھدار انسان ہو، اس لیے میں، اور یہ ویسے بھی میرے بڑے بھائی کے پیشنٹ ہے، یہ میرے ہے بات تو نہیں سن رہے نا، آپ نے کوٹ لا لیا ہے کہ ابھی لگانا ہے، خالی اتنا بتا دیں کہ آپ ہو لگا بیٹھے ہیں ابھی ہے میں کر سکتا ہوں اس بات کا، میں جواب دے سکتا ہوں کیونکہ میں آپ کی عزت، کوئی مسئلہ نہیں، آپ عزت کریں میری، لیکن نیچے بیٹھ کے تھوڑا ٹیپ ٹیپ کریں۔ انہیں مسافر صاحب کو اپنے بنیادی عقائد ہی کا شور نہیں ہے، کیونکہ یہ تو ان کے بنیادی عقائد کا سوال ہے کہ وہ انبیاء کو مسلمان مانتے ہیں۔ جب انہوں نے کہا کہ میں مسلمان مانتا ہوں، ہاں انہوں نے جواب دے دیا ہے، انہوں نے کہا کیسے ہو سکتے ہیں وہ مسلمان، اس نے اینڈ پہ جواب دے دیا آپ کو کھول کے۔ مذہب مطلب وہ قادیانی مذہب پہ واپس چلے گئے۔ انہیں شروع میں گمان ہونے لگا تھا کہ یہ شاید کوئی اسلام کی تعلیمات بھی ان کے کان میں پڑی ہوئی ہے، لیکن بالآخر انہوں نے ڈیسائیڈ کیا کہ وہ مذہب قادیانیت کے اس سے گڑھے سے وہ نہیں بالکل نکلیں گے، نہیں نکلنے سارے یہ نہیں نکلنا۔ ٹروتھ سیکر نے مجھے آگے پوچھ لو اس عمر میں بانے یار ٹروتھ سیکر تو ساڑھے نہ قسم سے کی کروں سارے نہیں یار میرا ہو میں نے اس دن انہیں میں تنگ کیتا ہے، میں تو ٹریگر ہو گیا، ورنہ میں ٹروتھ سیکر نہ میرا اچھا انٹریکشن رہا سو فار اوور 11 months۔ سر ٹروتھ سیکر نو تے لا لو ایک بار بھی مسلمانی والا جڑا سوال ہے نا، میں کہا میرا نہیں مسلمانی والا اج یہ بھی چیک کرنے ہیں کہ اے ہو سکتا ہے کوئی بنیادی کوئی چاکا ہوئے پیغمبراں دا، دیکھ لینے ہیں بھی اج بنیادی چاکا۔ یار نا قسم سے مرزائیاں نے ساڈے نال کی کرنا ہے، اللہ اکبر۔ اتنے آؤ سیکر صاحب، تو سیکر کیا کرو خدا دا واسطہ جی، اچھا نہ پتہ نہیں اور ساری تو نہ ہی چینج کر لے، کئی باری لوکی نو گانا کہندے نے میرا نام لے کے صرف تانوں تنگ کرن واسطے، تانوں گانا پاؤن واسطے نے اپنا نام رکھیا جی۔ او ٹروتھ سیکر صاحب اتنے آؤ، چودھری ٹروتھ سیکر صاحب، عامل عزیز ہے، بڑا پیارا نام لیندے نے چودھری ٹروتھ سیکر۔ کہندا آپ کی ریکارڈنگ بھی چل سکتی ہے، میرا ظرف ہے کہ میں نے کبھی ایسا نہیں، تو میرا ویر آجا چلا دیتے ایک دی ریکارڈنگ دی دھمکی ہوئی ہے جناب، میری کوئی ریکارڈنگ نہیں، آپ کی ریکارڈنگ بھی چل سکتی ہے، میرا ظرف ہے کہ میں نے کبھی ایسا نہیں کیا۔ سر اے لو جی، یہ تو مسافر نے دھمکی لائی ہے جناب۔ ہاں میں کہہ رہی ہوں کہ میرا ویر آجا چلانا، پہلے بھی کسی ساتھ جتایا، وہ ویڈیو اپلوڈ ہو گئی۔ نہیں مسافر صاحب سر بندے اچھے نے، صرف یہ ہے کہ وہ اس وقت کوئی ٹائم ڈیفرنس ہے یا وٹ ایور کوئی معاملہ ہے، کوٹر جدو لا لینا تو پھر کام خراب ہو جاتا۔ مسافر صاحب آپ پہلے یہ سوچ لیں کہ آپ 1,24,000 کو مسلمان مانتے ہیں یا نہیں مانتے۔ پہلے آپ نے مسلمان ماننے کا کہا ہے، پھر آپ کلمے کے اوپر اٹک گئے، کلمہ کون سا پڑھا تھا؟ بھائی پہلے بھی آپ کو پتا تھا کلمہ کون سا انہوں نے پڑھنا، کلمہ تو ہمیشہ وہی یہ رہا ہے کہ اللہ کی وحدانیت کو ماننا ہے، اور اس وقت تک جو انبیاء موجود ہیں ان سب کے اوپر ایمان لانا ہے، سیدھی سی بات ہے، اور کیا بات ہوگی؟ وعلیکم السلام۔ آپ دونوں نے اپنا بیان دے دیا، آپ کی تو ان کے کان نہیں ہوتے کہ یہ ان کے کان ہے ہی نہیں کہ اللہ پاک نے دیے نہیں ان کو؟ نہیں احمد بھائی، ان کو بیسک بات کرنے کی تمیز ہی نہیں ہے،
ये कॉन्वर्सेशन तमीज को छोड़िए, तमीज अपनी जगह पर है, बात तो सुनने की तो कम लो से जी, कम कान पे है। लो जी, ट्रूथ सीकर का कमेंट पढ़े जी। यकीन करें मैं मसरूफ था, मैं आपकी बात सारी सुन ली, जबकि कोई इतने गौर से भी नहीं सुन रहा था, फिर भी आपने भी बयान दिया कि ईसा अलैहिस्सलाम को हम मानते हैं, अगर ना मानने वाला काफिर, मुसलमान हम मानते हैं। ਹੁਣ ਟਰੂਥ ਸੀਕਰ ਸਾਹਿਬ ਕਹਿ ਰਹੇ ਨੇ ਕਿ ਮੈਂ ਫ੍ਰੀ ਸਪੀਚ ਇਹਨਾਂ ਵਾਸਤੇ ਜਾਲ ਰੱਖਿਆ ਸੀ ਪਛਾਣ ਦਾ, ਦੱਸੋ ਯਾਰ ਚੌਧਰੀ ਟਰੂਥ ਸੀਕਰ ਸਾਹਿਬ ਕਸਮ ਸੇ ਕਿੰਨੇ ਯਾਰ ਤੁਸੀਂ ਵੀ ਭੋਲੇ ਬੰਦੇ ਹੋ। ਹੁਣ ਉੱਤੇ ਮਰੋ, ਸਾਡੇ ਸਾਊਂਡ ਦਾ ਵੀ ਟਾਈਮ ਹੋ ਗਿਆ ਟਰੂਥ ਸੀਕਰ ਸਾਹਿਬ। ਸਵਾਲ ਦਾ ਜਵਾਬ ਉਹਦੇ ਉੱਤੇ ਨਾ ਇਹਨੇ ਪੂਰਾ ਘੰਟਾ ਲਾ ਕੇ 73 ਹਦੀਸ ਹੈ ਨਾ ਜਿਹਦੇ ਵਿੱਚ ਦਜਾਲ ਦਾ ਜ਼ਿਕਰ ਹੈ ਤੇ ਮਤਲਬ ਕਿਵੇਂ ਕਿਵੇਂ ਹਾਂਜੀ, ਹਾਂਜੀ। ਉਹਨੇ ਐਕਸਪਲੇਨ ਕੀਤੀ ਹੈ ਮੇਰੀ ਬਰਾਡ ਤੇ ਬੈਠ ਕੇ। ਅੱਛਾ, ਓਹ ਓਕੇ। ਮੈਂ ਕਹਿੰਦਾ ਇਨਸ਼ਾਅੱਲਾ ਅਗਲੇ 7 ਦਿਨ ਵਾਸਤੇ ਤੁਸੀਂ ਕਹੋਗੇ ਕਿ ਮੈਂ ਜਦੋਂ ਆਵਾਂ ਜਾਵਾਂ ਉਹੀ ਰਿਕਾਰਡਿੰਗ ਚੱਲੇ ਬਸ। ਯਾਰ ਟਰੂਥ ਸੀਕਰ ਹੈ ਤੇ ਇੰਟੈਲੈਕਚੁਅਲ ਬੰਦੇ ਨੇ। ਲੋ ਜੀ ਵੜੈਰ ਸਾਹਿਬ, ਨਜ਼ੀਰ ਬਿਲਾਲ ਸਾਹਿਬ ਤੁਹਾਨੂੰ ਪਤਾ ਇੱਕ ਅਪਰਾਈਟ ਇਨਸਾਨ ਨੇ ਤੇ ਇਹ ਸਵਾਲ ਤੁਸੀਂ ਉਹਨਾਂ ਕੋਲੋਂ ਪੁੱਛ ਲਓ ਤੇ ਫਿਰ ਸੋਈਏ, ਫਿਰ ਤਾਂ ਬੰਦ ਕਰੀਏ। ਲੋ ਜੀ ਨਜ਼ੀਰ ਸਾਹਿਬ ਅਪਰਾਈਟ ਇਨਸਾਨ ਨੇ ਤੇ ਤੁਹਾਡੇ ਸਾਹਮਣੇ अस्सलामुअलैकुम वरहमतुल्लाहि वबरकातुहू। तो जी सब कैसे हैं? अफजल भाई सोना नहीं, सारी उम्मत सो रही है, जागते रहना, जागते रहना, जी, जी, जागते वालेकुम रहना, प्यारे अस्सलाम। मुसलमानों, जागने का टाइम आया। देखो देखो क्या हाल इसी है वक्त भाई जाग रहे हैं, तुम्हारा? अगर ठीक है? किसी ने किसी तो पैरा देना है। शुक्र अल्लाह का। हाँ, आपसे ये अब सोने का टाइम नहीं है, अब जागने का टाइम है, बस मुकम्मल आगे। जागने का टाइम है। सो गए तो फिर अब मौका नहीं मिलेगा, आखिरी मौका है जागने का। अगर जाग गए तो बच जाएंगे और ना जागे तो फिर सोते ही रहेंगे। चलो मौका भी तो दो। राइट। अच्छा, नज़ीर बिलाल साहब से पूछें वो सवाल के जो अंबिया हैं 1,24,000 उनके बारे में इनका अकीदा क्या है, पूछें जी। मेरा तो ख्याल इनका यही होगा कि सब नज़ीर भाई, चले मैं पता तो है मुझे, लेकिन कंफर्म करने के लिए पूछ लेता हूँ। जवाब तो ऑब्वियस है, मुझे पता है आप वही मानते हैं कि मुसलमान सारे। नज़ीर भाई ये सारे 1,24,000 पैगंबर आप मुसलमान मानते हैं उनको? मुसलमान मानते हैं? हाँ, मतलब 1,24,000 पैगंबर को आप क्या मुसलमान मतलब क्या है वो? नहीं मैं पूछ रहा हूँ, मेरे नजदीक तो मुसलमान है वो। आप उनको क्या मानते हैं, ये सवाल है। क्या उनके क्या आप भी उनको मुसलमान मानने वाले मानते भी हैं? मुसलमान है सारे। उनके नहीं, मैं अब वही समझना चाहता हूँ कि अगर उनके मानने वाले मुसलमान हैं सारे, और गुजरे अंबिया भी मुसलमान थे और उनके मानने वाले मुसलमान, तो फिर हम उनको यहूदी जो है उनको कह सकते हैं यहूदी मुसलमान भाई, ईसाइयों को कह सकते हैं ईसाई मान भाई, ऐसे इसका कह सकते मतलब वो हैं। मुसलमान नहीं थे पुराने जो थे, ये ऐसे हो सकता आप है। ये कह रहे हैं मुसलमान नहीं थे, इसका मतलब पुराने अंबिया। नहीं, मुझे वही वो समझाए ना भैया आपने, मुझे तो सवाल समझ नहीं आया। और जो थोड़ी समझ आई है फिर ये है कि अगर मुसलमान थे तो हम फिर उनको यहूदी मुसलमान भाई कह सकते हैं, ईसाई मुसलमान भाई, अच्छा ऐसे और बताइए इस तरह का हम उनको नजीर कह भाई, सकते हैं। नजीर भाई हाँ। बात तो सुने। नजीर भाई मैंने आपसे पूछा सवाल कि सीकर साहब, मैंने आपको कुछ देर पहले, कुछ 2-4 घंटे पहले एक बात कही थी कि कल्ट की डेफिनेशन मैंने बताई थी आपको। बिल्कुल बिल्कुल, मैंने तो वो लिखी भी हुई है बल्कि वो लिखे मैंने कहा वो भूल ना गए हो आप, कल्ट की डेफिनेशन वो नहीं, याद प्यारे- रखनी है कि प्यारे कल्ट भाई, में वो सवाल रखा है, मैं मुझे एक समझ मैं नहीं वो आई। नहीं वो सवाल के अलावा इस सवाल नज़ीर साहब को इस सवाल से कमेंट्स में रिप्लाई कर ये अलहदा हाँ जी। सवाल है, मैं उनसे आपके अच्छा। सवाल से बात नहीं हो रही। सीकर साहब वो डेफिनेशन आपको याद है ना कि कल्ट की जो है उसमें जो ऊपर हेड होता है उसको ब्लाइंडली लोगों ने फॉलो करना होता है, अपना दिमाग इस्तेमाल नहीं करना होता। अगर वो कोई गलत बात भी कह दे तो उसको मान के तो उसको जस्टिफाई करना होता है और उसके एक्सक्यूजेस क्रिएट करने होते हैं। ये कल्ट की डेफिनेशन मैंने आपको भेजी थी, वो आप लिखी हुई है ना, आपने याद है? आपने अफजल भाई सारे लिखा है मुझे। ये अब मैंने देखा ना तो वो फॉलो उसको नहीं किया ना, जो ऊपर वाले कह देते हैं तो उसको नजीर बाकी से भाई, चल पड़ते हैं। अब आपकी बात ही नहीं हो मैंने रही, इसीलिए आपके सवाल पर आपकी सोचा बात नहीं हो है रही। कि नीचे नजीर भाई मौका तो दे, नीचे कमेंट में एक बंदे ने कमेंट किया था नज़ीर साहब ये पहले उसको का जवाब दिया। टॉपिक हमारा चल रहा था, वो अच्छा, आप कंतल कर नहीं वैसे मैं क्या ये वो बात ये मैंने तो सोचा और मुझे जहन में आया कि ये फिर हमारे यहूदी मुसलमान भाई, ईसाई मुसलमान मेरे प्यारे भाई भाई, मैं सिर्फ वो उनको नीचे किसी ने मेंशन किया है, पहले इसके ऊपर गुफ्तगू हो रही थी कि कल्ट जो होता है ना, कल्ट
اس کی ڈیفینیشن یہ ہوتی ہے کہ اس کے اوپر ایک مافیا ڈان کی طرح ایک بندہ بیٹھا ہوتا ہے، اس کو خداوند بھی سمجھتے ہیں، اس کو اپنا چیف بھی سمجھتے ہیں، ہیڈ بھی سمجھتے ہیں، گاڈ فادر بھی سمجھتے ہیں، کوئی بھی اس کے لیے اس کے جو بھی ورڈ ہوتا ہے نا، اس کا جو بھی حکم ہوتا ہے اس کو آخری حکم کے طور پہ لوگ مانتے ہیں، اس کو کوئی کویسچن نہیں کر سکتا، اس کے اوپر کوئی ڈبیٹ نہیں ہوتی، کوئی کاؤنسل نہیں ہوتی ایڈوائزری، تو اس کو بس اندھے ہو کے ماننا پڑتا ہے۔ نہیں افضل بھائی جی، آپ کا کیا بات کر رہے ہیں؟ نبی پر کوئی ایڈوائزری کاؤنسل نہیں ہوتی، خلیفہ پر کوئی ایڈوائزری کاؤنسل نہیں ہوتی۔ کلٹ کی بات کر رہے ہیں آپ، ہم کلٹ کی بات کر رہے ہیں، آپ دیکھیں ہاں کلٹ پر بولے پر ادھر خیال رکھیں کہ ایسے نہ کہیں کہ نہیں نظیر وہ ابراہیم جو صاحب، آپ دیکھیے آپ چھلانگ خدا کے لیے نہ غلط سائڈوں پہ لے کے جائیے انبیاء کے اچھا ساتھ اچھا بات ٹھیک ہے، کو۔ میں نے کہا شاید آپ اس طرف نہ چلے جائیں۔ یار ہم ویکو ٹیکسس میں ایک ڈیوڈ قریش ہوا بھائی کرتا ہیں، اچھا ان تھا، کو سمجھا رہے ہیں، ہاں وہ سمجھائیں ان کو۔ برانچ ڈیویڈین کمپلیکس تھا جہاں پہ گورنمنٹ یو ایس اے نے آپریشن کیا تھا اور 73 لوگ وہاں پہ مار دیے تھے، عورتیں بچے اور مرد۔ اس کی بات ہو رہی تھی، میں اس موضوع پہ بات کرتے ہوئے میں ان کو بھی یاد دہانی کرا دی، کسی نے نیچے کمنٹ کیا۔ نہیں یہ نہ سمجھ لینا ادھر سے نہیں، وہ ڈیفینیشن۔ نذیر بلال بھائی، میرا آپ سے ایک سوال چھوٹا سا۔ اچھا سکر صاحب، یہ بھی آپ کو یاد ہے نا کہ اس میں یہ بھی لکھا ہوا ہے کہ جو لوگ اس کے فالوورز ہوتے ہیں ان کو آپ زامبیز بھی کہہ سکتے ہیں، یعنی برین ڈیڈ بھی کہہ سکتے ہیں، کہ وہ سمم بکمن ہوتے ہیں، ان کے کان بھی بند ہوتے ہیں، ان کی عقل بھی۔ یا the rock کا لفظ آیا ہے، The Rock، they hear nothing, they feel nothing، یا جی بالکل۔ اچھا اب نذیر صاحب کے ساتھ آپ سوال کر لیں۔ سوری نذیر صاحب، میں نے آپ کو نہیں کوئی بات نہیں۔ اچھا نذیر بھائی، میں سوال ہی پوچھ رہا تھا، ذرا موقع دیجیے گا ایک منٹ۔ آپ کو پتہ ہے میں اور آپ بڑے اچھے سے بات کر لیتے ہیں۔ نذیر بھائی، میرے مطابق انبیاء علیہ السلام جو ہے سارے کے سارے وہ مسلمان ہیں، آپ میرے سے اتفاق کرتے ہیں یا نہیں کرتے؟ بس اتنا بتا دیں۔ قرآن کریم اس بارے میں کیا فرماتا ہے؟ نذیر مجھے وہاں سے تھوڑی نذیر بھائی بات تو سن لیں، میرا یہ کہنا غلط ہے یا ٹھیک، یہ پہلے تعین کر لیں، پھر ہم دیکھ لیتے ہیں قرآن مجید کیا کہتا ہے کیا نہیں کہتا۔ نہیں میں تو پہلے ادھر میں اپنی عقل نہیں دوڑاؤں گا، پہلے میں قرآن کو آگے رکھوں گا، وہ جو مجھے حکم دے گا میں وہ مانوں گا۔ ٹھیک ہے، ٹھیک ہو گیا۔ ہاں وہاں سے مجھے رہنمائی کر دیں، قرآن نے جو کہا میں اس کے ساتھ ہوں۔ بالکل ٹھیک ہو گیا۔ اچھا نذیر بھائی، نذیر بھائی موقع تو دے۔ نذیر بھائی، قرآن کریم جو ہے، قرآن کریم تو بالکل ان کو مسلمان کہتا ہے، اللہ کے نبیوں کو۔ جی اگر آپ مجھے وہ بتا رہے ہیں قرآن کریم کہتا ہے تو پھر مسلمان قرآن کریم کہتا ہے، یہ میں آپ کو کر رہا ہوں۔ بالکل بالکل، بلکہ میں آپ کو کیا کہتے ہیں اس کو، سورہ آل عمران کی 52 میں آپ کو بتا دیتا ہوں، اس کے اندر بلکہ عیسیٰ علیہ السلام نے کہا کہ اپنے جو کون ہے جو اللہ کی راہ میں میرا مددگار ہے، تو ان کے تو ماننے والوں نے کہا کہ ہم اللہ کے مددگار ہیں اور آپ ہماری گواہی دیں کہ ہم مسلمان ہیں۔ ادھر تو مسلمون کا لفظ آیا ہے، عیسیٰ علیہ السلام کے جو اصل حواری تھے وہ بھی مسلمان تھے۔ قرآن پاک تو یہ کہہ رہے، ابھی آپ کھول لیں آل عمران کی 52 کھولیں۔ جی کیا نام ہے سکر بھائی، لگائیں ذرا آیت لگائیں، پڑھ لیتے ہیں۔ میں نے بتا دیا ہے 50، آپ کھول لیں نا دوسرے فون پہ، آل عمران کی 52 کھولیں، اس میں پڑھیں کیا لکھا ہوا۔ میں تو ڈرائیو کر رہا ہوں ابھی۔ چلے میرا اتنا یقین کریں، میں اتنا قرآن پہ جھوٹ تو نہیں باندھوں گا نا۔ چلیں ٹھیک ہے جی، پھر آپ آل عمران کی 52 آپ اس کو لکھ لیں، بے شک بعد میں آ کے کہ بھائی تو نے غلط کہا۔ تو نذیر بھائی، اللہ تعالیٰ کے اس سے اچھا سکر بھائی یہ ٹھیک ہے، اس سے اب اصل میں یہ بات ہے کہ اس سے ابھی کے موجودہ جو حالات ہیں ان کا کیا کوئی حل نکل آئے گا؟ ابھی ہمیں کون سی باتیں میں بالکل بتاتا ہوں۔ اچھا نذیر بھائی یہ بتائیں کہ اللہ کا جو نبی ہوتا ہے، اللہ غیر مسلم کو بھی نبوت دیتا ہے؟ کس کو؟ غیر مسلم کو بھی نبوت دیتا ہے اللہ تعالیٰ؟ نہیں، غیر مسلم کو تو پھر اللہ کے نبی مسلمان ہی ہوئے نا سارے؟ یہ مسلمان ہی ہوئے مطلب ہے کہ وہ پہلے سے مسلمان ہوتے ہیں؟ کیا ہوتا ہے؟ نہیں، آپ کیا سمجھتے ہیں کہ جب موسیٰ علیہ السلام کو اللہ نے نبوت دی تو وہ مسلمان نہیں تھے؟ وہ پہلے، ہاں مطلب ہے کہ وہ اپنی شریعت، کس شریعت پہ چل رہے تھے؟ میں کہتا ہوں جس بھی شریعت پہ تھے، مجھے تو نہیں پتا کس شریعت پہ تھے نہیں تھے۔ کیا موسیٰ علیہ آدم علیہ السلام مسلمان تھے پہلے ہی؟ چلے پہلے تھے۔ اچھا بات سنیں،
اللہ کے جو جتنے اگر آدم علیہ السلام پہلے مسلمان تھے تو پھر سارے نبی مسلمان تھے. ٹھیک ہو گیا ٹھیک ہو گیا. ہاں بس ادھر ہی سے بات کہانی وہیں سے شروع. اچھا مجھے یہ بتائیں آدم علیہ السلام مسلمان تھے؟ ٹھیک ہے بھائی یہی تو پوچھ رہا ہوں نا. اگر وہ مسلمان تھے پہلے سے ہی مسلمان تھے اور پھر تو سارے نبی پہلے سے ہی مسلمان ہوتے ہیں. اچھا چلیں چھوڑ چلیں اس بحث میں ہم جاتے ہی نہیں ہیں. یہ بتائیں جب موسیٰ علیہ السلام کو نبوت مل گئی وہ مسلمان تھے؟ نبوت ملنے کے بعد وہ مسلم نبی تھے؟ بس اتنا بتا دیں مسلم نبی تھے وہ؟ نہیں ابھی یہ پھر وہ بیس پہ آدم علیہ السلام سے پتہ چل جائے گا نا. آدم علیہ السلام مسلمان نبی تھے؟ یہی تو میں پوچھ رہا ہوں کہ اگر وہ پہلے سے مسلمان تھے اور بعد میں نبی بنے ہیں پھر ٹھیک ہے سارے مسلمان ہیں بھائی. اچھا مطلب آپ کہہ رہے ہیں کہ کسی غیر مسلم کو بھی نبوت دے دیتا اللہ؟ ابھی جب اللہ تعالیٰ نے نبی ہے اس سے پہلے تو دین مذہب تھا کوئی یا کیا تھا؟ ٹھیک ہے مطلب کہ بات سنیں اللہ تعالیٰ اگر کوئی مسلمان نہ ہو غیر مسلم کو بھی نبوت دیتا ہے اللہ تعالیٰ؟ نہیں وہ پہلے جو تھے وہ تو غیر مسلم تو تھے نہیں انکار تو نہیں کیا ہوگا نا خدا کے جب پہلی وہی آئی پہلا نبی اللہ نے بنایا. اللہ تعالیٰ تو بچپن سے پروٹیکٹ کرتا ہے اپنے جو جن کو نبی بنانا ہوتا ہے کسبی ہے نا ساری. ہاں وہ تو میں کہی کہ آدم علیہ السلام پہلے کیا تھے بھائی نبوت ملنے سے پہلے کیا تھے؟ مسلمان جنت میں کافر جا سکتا ہے؟ جنت میں کافر نہیں جاتا. تو پھر کیا ہوں گے آدم علیہ السلام؟ نذیر بھائی کیا ہو گیا آپ کو آج؟ وہ جنت میں مطلب کون سی جنت میں تھے؟ اچھا کون سی جنت میں تھے؟ یہ والی بہشتی مقبرے میں یہ ٹھیک ہے؟ کیا ہو گیا نذیر بھائی آپ کو آج؟ جی میں کہہ رہا ہوں وہ جنت کون سی جنت میں تھے؟ آسمان والی جنت میں تو کوئی معاملات ہوتے ہی نہیں ہیں تمہارے امتحان ہوتے ہی نہیں ہیں تو اس سے نکالا بھی نہیں جاتا. تو یہ تو وہ بات پھر کہانی وہاں سے پھر آپ کو اور سمجھنی پڑے. ٹھیک ہے اب دیکھیں کدھر تک ہم گھوم گے نذیر بھائی. سادہ سا سوال تھا کیا عیسیٰ علیہ السلام مسلمان تھے؟ بس اتنا بتا رہا. بھائی سادہ نہیں ہے نا پھر یہ سادہ نہیں ہے. یہ سادہ سوال. اگر آدم علیہ السلام مسلمان تھے تو وہ بھی تھے اور اگر وہ نبوت ملنے سے پہلے مسلمان نہیں تھے تو پھر کیا کہتے ہیں؟ ٹھیک ہے موسیٰ علیہ السلام مسلمان تھے نبوت ملنے کے بعد؟ اب میں وہی تو بات کر رہا ہوں. چھوڑے کیا نبی غیر مسلم ہو سکتا ہے؟ نبی غیر مسلم ہو سکتا ہے کیا مطلب؟ کیا نبی کو آپ کہہ سکتے ہیں غیر مسلم نبی؟ نہیں نبی جب اللہ نے نبی اگر اس کو دے دیا تو وہ تو پھر اللہ کی اطاعت میں آ گیا نا. ہاں تو پھر غیر مسلم نبی تو نہیں ہو سکتا. یہی تو میں پوچھ رہا ہوں اس ٹائم سے. نبی تو مسلمان ہی ہوتا ہے. بھائی میں پھر کل سیکھا بھائی آپ مجھے نہیں آدم علیہ السلام مسلمان تھے نا نبوت ملنے سے پہلے؟ دیکھیں میری بات سنیں اگر وہ تھے تو پھر سب مسلمان اگر وہ نہیں تھے تو پھر کوئی بھی مسلمان نہیں. ٹھیک ہے اچھا مجھے موقع دیجیے گا. یہ بتائیں کہ نبی کون بناتا ہے؟ اللہ تعالیٰ بناتا. کیا اللہ تعالیٰ کسی کافر کو غیر بنا سکتا ہے نبی؟ جو اللہ کا کافر جو اللہ کا انکار کرنے والے اس کو کیسے بنا سکتے؟ تو پھر اس کا مطلب ہے جن کو نبی بنایا وہ اللہ کا اقراری تھے نا. یہی نکلتا نا نتیجہ 2+2 4 ہی ہوتا ہے نا. نہیں یہ تو پھر ایسے ہے کہ جو اللہ نے انسان کی تخلیق کی ہے تو اس کے ساتھ پھر اپنی پہچان بھی ساتھ ہی کرا دی ہے کہ میں ہوں میں نے تخلیق کی. انسان کو پتا تھا کہ اللہ نے ہماری تخلیق کی ہے. اس کا کوئی تعلق نہیں سے نذیر بھائی. میں صرف یہ پوچھ رہا ہوں دیکھیں 2+2 کرتے ہیں کیا اللہ تعالیٰ کسی کافر کو نبی بنائے گا؟ نہیں کافر سے مراد نہیں بناتا نا جو اللہ کا انکار کرتا ہے. ٹھیک ہے جو اللہ کا انکار کرتا ہے اللہ اس کو نبی نہیں بناتا. پھر اللہ نبی اسی کو ہی بنائے گا نا. 2+2 4 ہی ہوگا نا جو اللہ کا اقرار کرتا ہوگا. ہاں مطلب جو پہلا نبی جس کو بنایا اسے پتہ ہی نہیں تھا تو اسے اس پر وحی کی اس کو سمجھایا نا. پہلے تو وہ کیا پہلے مسلمان کیا اس کو کہ نہیں کیا. ٹھیک ہو گیا. اچھا پھر پہلے مسلمان کیا اس کو کہاں سے کافر سے مسلمان کیا؟ نہیں پہلے وہ مطلب اس کو پتہ ہی نہیں تھا اللہ کا انکاری تھا نا شاید وہ کافر ہی ہو. اللہ اکبر. مطلب آدم علیہ السلام کو پہلے پتہ تھا کہ اللہ ہے
पहले समझाए ना सीकर भाई, मतलब अगर आदम अलैहिस्सलाम को नबूवत मिलने से पहले पता था कि अल्लाह है तो फिर तो ठीक मुसलमान। चले, और छोड़ अगर दे। अल्लाह ने पहले इंसान को अपनी पहचान कराई छोड़ है, दे इस बात आवाज को। दी है, वही छोड़ नाजिल दे। की है। हो गई बात हो गई, छोड़ दे। अच्छा चले, नहीं नहीं अभी छोड़े नहीं है, थोड़ा समझे ना, मौका फिर तो एक दे। पॉइंट उठा तो उसका मौका तो दे। उसको किसी तय अच्छा, मौका तो मंजिल दे। तक तो पहुंचना मौका है। तो दे। हाँ जी। हजरत मरियम अलैहिस्सलाम मुसलमान थी? आप दरमियान में आ जाते हैं ना। नहीं, वो तो नबी नहीं है ना, मैं तो आम इंसान का पूछ रहा हूँ। अब तो आगे हजरत मरियम अलैहिस्सलाम ठीक है भाई, जो मसला उठा है पहले उसका हल आ जाए, बाकी फिर मसाइल तो और आएंगे। उस नजीर भाई उसका हल तो हजरत बात ही नहीं करने देंगे तो मैं क्या करूंगा। माने की है ना, जब से इंसानियत शुरू हुई है, वो जब से पहला नबी आया उस टाइम, वहां से पहले नबी के आने से ही मामला कोई हल होगा मौका ना। दे। हाँ, मैं तो मानता हूँ हजरत आदम अलैहिस्सलाम मुसलमान थे, नबूवत मिलने से पहले भी, नबूवत मिलने के बाद भी। आप मानते हैं इस बात को कि रिजेक्ट करते हैं? बदतमीजी सी बात करें। जी नजीर भाई। नहीं, जब अगर इंसान के पास तालीम अल्लाह की नहीं आई थी तो पहले जब तालीम आई उससे पहले तो मुसलमान नहीं थे। पहले नबी जो बना है उससे पहले वो मुसलमान कैसे हो सकता है? अच्छा, फिर नहीं थे इसका मतलब? जब अल्लाह ने इंसान से कलाम ही नहीं किया था, अल्लाह उन्हें के पता ही नहीं था बंदे के नतीजा कि ये मजहब क्या निकला। चीज है या अल्लाह क्या है। तो नजीर भाई, नतीजा फिर क्या निकला कि वो नहीं थे मुसलमान? बस इतना कह देना भाई, बार बार घुमाई जाते गोल गोल। मैं कह रहा हूँ वो थे, आप इख्तिलाफ करते इस बात से? मैं वही तो नहीं, आप कैसे चले, आप जो कहते थे तो मुझे समझाएं मैं कैसे? जैसे भी कहूँ कह दिया मैंने, आप क्या कहते हैं, थे कि नहीं? नहीं ऐसे नहीं होता। मैंने कहा ये तो नहीं है ना, राणा तो साहब ने कह दिया, राणा फिर साहब ने आप कह नहीं दिया। मानते ना वो ये तो मुसलमान थे, क्लियर कहे फिर आप नहीं मानते वो मुसलमान थे। भाई मुझे लॉजिक देना, मुझे लॉजिक दें कि आप- वो कैसे मुसलमान थे। उनको मतलब अल्लाह ने कलाम ही नहीं किया, उनके साथ रब्ता ही नहीं, अल्लाह का मैसेज ही नहीं आया, रसूल ही नहीं बने, तो फिर वो मुसलमान कैसे हुए? ठीक हो गया, जबरदस्त। अच्छा मुझे ये बताएं हाँ, कि जब मिर्जा साहब से अल्लाह ने कलाम नहीं किया था तब वो गैर मुस्लिम थे? फिर वो आप यहाँ मुझे आदम से समझा देंगे, सारी बात वहीं से समझ आएगी, सारी किताब खुल जाएगी। आप वहां से खोल नहीं रहे। फिर कभी आप मरियम पे आ जाते हैं, कभी मिर्जा साहब पे आ जाते हैं, कभी मौका तो दे। मुझे वहीं आदम अलैहिस्सलाम से सारी बात समझा, कुरान से आदम मौका दे नजीर साहब, मौका दे। इसका मतलब है आपने जो उसूल दिया, मिर्जा साहब मुसलमान नहीं थे अल्लाह ताला से आप कलाम से पहले? मिर्जा साहब तो एक शरीयत को मानने वाले मुसलमान थे ना भाई, वो तो एक नबी के ताबे हैं, उम्मत मोहम्मदिया में हैं, वो तो मुसलमान हैं। ठीक हो गया। आदम अलैहिस्सलाम कौन सी उम्मत में थे, किस नबी के ताबे थे, या क्या था वो, पहले कैसे मुसलमान? ठीक हो गया। अच्छा, आदम अलैहिस्सलाम मुसलमान नहीं थे, इसका मतलब मैं गलत कह रहा हूँ? अगर थे तो मुझे बताएं ना, लॉजिक दें। हाँ? ओ यार, मेरा फर्ज करो, मेरे पास फर्ज करे मेरे पास लॉजिक नहीं, तो मैं बात गलत कर रहा हूँ कि ठीक कर रहा हूँ? नहीं भाई, जब लॉजिक नहीं है तो फिर मुझे भी उस बात की समझ नहीं, और मैं तो फिर गलत उसको हुई ना कैसे मानूं? मेरी बात फिर गलत हुई ना। अच्छा, आपके पास क्या लॉजिक है, वो थे कि नहीं? नहीं, मैं तो वही सब कह रहा हूँ, मेरे पास तो लॉजिक नहीं है। जब तक अल्लाह का कलाम ना आए, रसूल ना आए, वो मैसेज तो ना दे, इसका मतलब उससे है कि- पहले मुसलमान कैसे हो सकते हैं? कैसे हो सकते हैं? इसका मतलब आदम अलैहिस्सलाम आपके मुताबिक मुसलमान नहीं थे, बस इतनी सी बात मैं कर रहा हूँ। हाँ, वो मकसद पहली अगर तालीम उन पर ही उतरी है, उन्हें बताया गया इसमें लड़ाई है ही नहीं। मैं अल्लाह का आपका हुक्म अकीदा मानो। जानना, मैंने कोई लड़ाई तो नहीं कर रहा अकीदा तो फिर अभी इसमें मैंने क्या कहा अकीदा बनता लॉजिक है? दे, आदम वो क्यों अलैहिस्सलाम नहीं के थे? बारे में यार मौका क्या तो दे नजीर अकीदा भाई, है? बोलने तो दे। मैंने कहा आप मुझे बताएं वो क्यों थे क्यों नहीं थे, बस आप बता देंगे। आप नहीं मानते तो बात ठीक हो गया, इतनी बहस की है मेरे साथ। मैं मानता हूँ आप नहीं मानते, लॉजिक बात की बात है ना, पहले तो बात दावा तो होना कि आप नहीं मानते, ठीक है। अब मुझे ये बताएं, इसी तरीके से ईसा अलैहिस्सलाम को आप मानते हैं कि वो अल्लाह के, वो मुसलमान थे? फिर सीकर भाई, अगर आदम अलैहिस्सलाम मुसलमान थे तो वो भी मुसलमान थे, अगर वो नहीं थे ठीक है, तो वो भी नहीं थे। अब आपके मुताबिक आदम अलैहिस्सलाम तो मुसलमान नहीं थे, तो इसका मतलब ईसा अलैहिस्सलाम भी मुसलमान नहीं थे?
میں نہیں, آپ مجھے سمجھا رہے ہیں نا, مجھے آپ سمجھائیں. آپ نے سوال اٹھایا تو اس کا حل بتائیں, اس کی لاجک دیں کہ ہاں یہ لاجک ہے تو میں مان لوں. اگر مجھے سمجھ آئے گی یہ ٹھیک لاجک ہے میں مان لوں گا, نہیں آئی تو میں خاموش. چلو ٹھیک ہے. اچھا چلے میں آج آپ کو چھوٹے سے لاجک سے تاکہ نا بات آگے چل. کیا عیسیٰ علیہ السلام نے پگوڑے میں کلام کیا تھا؟ جی قرآن میں لکھا ہوا کیا تھا. ٹھیک ہو گیا, زبردست ہو گیا. کیا ان کی والدہ سے اللہ تعالیٰ ہم کلام ہوئے تھے؟ جی کیا فرمایا؟ ان کی والدہ سے اللہ تعالیٰ ہم کلام ہوئے تھے؟ ہوئے تھے. ٹھیک ہے, تو ان کی والدہ تو پھر مسلمان تھی نا؟ مطلب ہے کہ اللہ تعالیٰ کلام جب کرتا ہے شاید مکھی کو کیا تو وہ بھی مسلمان تھے. ہاں آپ ہی نے اصول دیا ہے کہ ہم کلام ہی نہیں. اگر کلام کرنے سے مسلمان ہو جاتا ہے تو شاید کی مکھی بھی مسلمان ہے. اس کا مطلب آپ مریم علیہ السلام کو بھی مسلمان نہیں مانتے, ایسے ہی ہے نا؟ نہیں مطلب پھر ہم شاید کی مکھی کو مسلمان مان لیں. حضرت مریم صدیقہ آپ کے مطابق مسلمان اب یہ نہیں بھی کوئی سوال آ رہا ہے کیونکہ اللہ نے شاید کی مکھی سے بھی کلام کیا ہے تو وہ بھی مسلمان ہے. لڑائی کس بات کی ہے؟ آپ نہیں مانتے. نہیں لڑائی نہیں کر رہا, میں کوشچن کر رہا ہوں. کوشچن لڑائی نہیں, میں کہہ رہا ہوں کہ شاید کی مکھی تو پھر پہلی مسلمان ہوئی. ٹھیک ہے نذیر بھائی, کلام ہو گئی بات. کلام کا اصول کس نے دیا تھا؟ کلام کا اصول مسلمانوں سے پہلے شاید کی مکھی مسلمان. نذیر بھائی 3 دفعہ آپ نے بات کر لی ہے, اب رک جائے نا. ہاں جی ہاں جی رک جائے. اچھا اب لڑائی ختم کرتے. میں حضرت مریم صدیقہ کو میں مسلمان مانتا ہوں, آپ نہیں مانتے, بس ختم بات. اب اس میں لاجک شاید کی مکھی پھر یہ کیوں نہیں, تو آپ نہیں مانتے تو بات ختم کریں. کلام کا آپ نے اصول دیا تھا, پھر آپ نے کہا اگر کلام شاید کی مکھی سے وہ بھی مسلمان ہو جائے گی, پھر اس کا مطلب آپ حضرت مریم کو مسلمان نہیں مانتے. بس اتنی سی بات ہے, اس پہ لڑائی کی والی بات کون سی؟ اور اسی طور پہ جب حضرت مریم مسلمان نہیں تھی, اسی طور پہ آپ حضرت عیسیٰ علیہ السلام کو بھی نبوت سے پہلے مسلمان نہیں مانتے تھے. تو ویری سمپل. ایک چھوٹی سی بات, معذرت, جی جی, چھوٹی سی بات منوانے کے لیے کتنا 15 منٹ ہو گئے نا تقریباً. میں یہی تو حیران ہوں. بات وہی مانی, مانا کیا اسپیکر بھائی, مانا کیا انہوں نے کہ نہیں مانتے ہیں. آپ نے کیا کہا ہم مانتے ہیں, بس احمد بھائی اگر آپ کہیں جی کہ میرا نام احمد میمن ہے, میں کو ثابت کرو کیسے, اس کا مطلب میں نہیں مانتا تو کہہ رہا ہوں نا. جی سمپل سی بات ہے, ختم بات ہو گئی. اچھا نہیں سیکر بھائی اور یہ کون ہے احمد بھائی, یہ وہ ٹھیک ہے آپ مسلمان اگر ان کو مانتے ہیں تو ان کے ماننے والے بھی تو مسلمان ہیں. سیکر صاحب آپ کو پتہ ہے کہ سیکر صاحب آپ کو پتہ ہے کہ ہندو جو ہیں ان کے ساتھ ٹویٹر کے اوپر ہم نے اسپیسز کی نا, میں نے آپ کو بتایا تھا ہندوازم کو لرن کرنے کے لیے, تو ان سے پنڈت صاحب سے گفتگو کے دوران پتہ چلا کہ پنڈت صاحب نے فرمایا کہ جو ہمارے گارڈز ہوتے ہیں نا, گارڈز جی جی, بھگوان اور پتہ نہیں کیا کیا, وہ کہتے ہیں کہ ان کی تعداد جو ہے نا وہ اتنی ہو سکتی ہے کہ جتنی آپ کوئی نمبر امیجن کر لیں. مثلا اگر آپ کے ذہن میں 1 ٹریلین آتا ہے رائٹ, تو 1 ٹریلین گارڈز بھی ہو سکتے ہیں. وہ کہتے ہیں کہ ہندو مذہب میں اگر آپ ایک مٹی کے ذرے کو گارڈ سمجھ لیں تو وہ گارڈ آپ کے لیے ہو جائے گا. کسی مچھر کو, مکھی کو, کسی جانور کو, کسی درخت کو, گھاس کو, جو بھی آپ تصور کر لیں کہ یہ آپ کا گارڈ ہے تو وہ آپ کا گارڈ ہو جائے گا. تو جماعت احمدیہ کے عقائد جو ہیں مجھے کافی مماثلت ان میں فیل اس طرح سے ہو رہی ہے کہ نیچے واٹر صاحب کچھ لکھ رہے ہیں حضرت عیسیٰ علیہ السلام کو, اوپر نذیر بلال صاحب کچھ کہہ رہے ہیں. اچھا وہ مسافر صاحب کچھ کہہ رہے تھے. نہیں بڑا صاحب سنے ہو, واٹر صاحب کچھ لکھ رہے ہیں. نہیں بڑا صاحب میں نے بھی یہی بات کر رہا ہوں نا, میں بھی یہ کہہ رہا ہوں کہ وہ بھی مسلمان ہیں. بلال صاحب ایک سیکنڈ ٹھہریے. جی جی بلال صاحب میں واٹر صاحب نیچے کچھ لکھ رہے ہیں, نذیر صاحب اوپر کچھ کہہ رہے ہیں, لیکن نذیر صاحب جو واٹر صاحب کچھ اور لکھ رہے ہیں ان کی بات کو بھی درست کہہ رہے ہیں. ہیلو, ہاں یہ خوبصورتی ہے. دیکھیں یہ جو احمدی مذہب ہے نا, اس کی جو خوبصورتی ہم نے ڈسکور کی ہے, یقین کریں کہ کتنا وہ خوشگوار لمحہ تھا جس لمحے میں نے وہ لاسٹ اپریل میں ساحل خان کی براڈ کو ڈسکور کیا. اور ورنہ میں ٹک ٹاک کو چھوڑنے لگا تھا, خدا کی قسم. میں نے 2 دن میں نے ٹک ٹاک استعمال کی اور آئی واز ڈسگسٹڈ کہ یار یہ تو گند ہے, یہ تو بالکل ایسے ہے جیسے آپ کسی براتل ہاؤس میں انٹر ہو گئے. لیکن دین آئی سڈنلی ڈسکورڈ, تو میرے اوپر احمدیت کے وہ باب کھلے اور مجھے اس مذہب کی جو ایک ماشاءاللہ جو آگہی حاصل ہوئی
یہ بلال صاحب میں تو مر جاتا دنیا سے جاتا یہ سارا کچھ جانے بغیر. اچھا مجھے آپ تھوڑی سی سمجھ آئی ہے افضل بھائی، یہ جو ہے نا وہ یہ جو پہلے مذہب ہے کمپلیٹ مسلمان نہیں تھے، وہ کمپلیٹ مسلمان نہیں تھے کامل، اور محمد مصطفیٰ صلی اللہ علیہ وسلم کے آنے کے بعد جو ہے نا مسلمان کامل ہو گیا. یہ پھر ہو سکتا ہے یہ آپ کی بات، وہ تھے مسلمان کامل نہیں تھے. آپ کی امت محمدیہ کے مسلمان ہے، یہ کامل تعلیم کے ساتھ کامل مسلمان. دیکھا حضرت ابراہیم قابل مسلمان. یہ ابھی میرا خیال ہے الہام ہوا ہوگا آپ کو نذیر صاحب، ابھی آپ کو الہام ہوا ہے نا یہ تازہ کامنٹ کیا نا اس نیچے، اس نے لکھا ہے حضرت یہی بات میں پہلے کہہ رہا تھا، آپ کو سمجھ نہیں، میں نے نہیں کہہ رہا تھا کہ وہ بھی مسلمان عیسائی بھائی ہیں. بڑا صاحب یہ پڑھی گا ذرا. کہتا ہے حضرت عیسیٰ was Musfi and عیسوی مسلمان. حضرت عیسیٰ was not محمدی مسلمان. سے سر یہ مذہب قادیانیت ہے، آپ نے یہ یاد رکھنا ہے لوگوں کہ یہ مذہب قادیانیت ہے، اور تم لوگ خدا کا شکر ادا کرو جو لوگ ہمارے رشتہ دار ہونے کے. دیکھیں میری بات نذیر بلال صاحب ہولڈ کریں، نذیر بلال صاحب خدا کے لیے ہولڈ کر لیں. میں سوچ رہا ہوں کہ میرے نانا جو کہ قادیانی تھے ان کے گھر میں میری والدہ پیدا ہوئی، اور میرے 4 ماموں میرے بھائی بھی میری والدہ کے پیدا ہوئے. آپ تصور کریں کہ اگر یہ بھی ہو سکتا تھا کہ میری والدہ میرے اپنے والد کے مذہب کے اوپر ہی قائم رہتی، اور آج میں فل مرزائی ہوتا، اور آج میں یعنی ایک لمحے میں ملحد ہوتا، دوسرے لمحے میں بلاسمر ہوتا، تیسرے لمحے میں جناب احمدی ہوتا، چوتھے لمحے میں مرزائی ہوتا، 5ویں لمحے میں احمدی ہوتا، پھر قادی. یعنی آپ تصور کریں کیسا گلدستہ ہوتا میں مذاہب کا اپنے اندر میں. ہر نبی کو مجھے گالی دینے کی آزادی ہوتی، ہر امہات المومنین سے جس کو چاہتا میں غلیظ گالی الزامی رنگ میں دیتا، صحابہ کا میں تمسخر اڑاتا اور ان کو کہتا، نبیوں کو میں کافر کہتا، اور حضرت امام حسین کا میں اس طرح سے تمسخر اڑاتا. ایک مارٹر جنہوں نے اپنا سب کچھ قربان کر دیا، اور حضرت علی رضی اللہ تعالیٰ عنہ جن کے متعلق کوئی اختلاف نہیں ہے کسی بھی میں کہ وہ خلفائے راشدین میں سے ہیں، ان کے بارے میں بھی کہنا کہ اس نے قتل کیا اس حضرت عثمان کو اقتدار لینے کے لیے. یہ مذہب مرزائیہ جو ہے نا، یہ مذہب مرزائیہ کے عقائد ہیں کہ آپ کا ایک مربی بڑا بیٹھ کے تو یہ باتیں کر رہا ہوتا ہے روزانہ. نذیر بلال صاحب آپ تصور کریں کہ میں کن تصورات سے بچا. یہ ہے اللہ نے جب کرم کرنا ہوتا ہے نا انسان کے اوپر. نہیں یہ اور موقع دیتے ہیں. افضل بھائی آپ تصورات سے بچے نہیں ہیں، آپ ذرا فرقان کی براڈ پہ جایا کریں اور وہاں سے وہ جو حدیث اور وہ بیان کر رہے ہیں اپنا اسلام ذرا سمجھیں تو آپ کو سمجھ آپ کی کھل جائے گی. نذیر بھائی آپ کی طبیعت بالکل درست ہو جائے گی. بھائی بات تو سنیں. آپ کو پتہ چل جائے گا آپ کے پاس کون سا اسلام ہے. یہ سیکر صاحب دیکھیں یہ فرقان کی براڈ پہ مجھے بھیج رہے ہیں نذیر بلال صاحب، مجھے فرقان کی براڈ. آپ تصور کریں کہ یہ مجھے تبلیغ کر رہے ہیں اور یہ مجھے فرقان کی براڈ پہ بھیج رہے ہیں میری تعلیمات کے لیے. آپ تصور کریں آپ کے بابوں کی کتابوں سے پڑھ کے سنا رہے ہیں، حدیث سنا رہے ہیں. جی ہمارے بابوں کی کتاب جو ہے نا رحمۃ اللہ کرانوی صاحب کی، ہم نے ابھی 2 دن پہلے وہ پڑھی ہے، اور اس میں وہ شان بلند کی ہے اس نے پیغمبروں کی، حضرت عیسیٰ علیہ السلام کی. ایک طرف ایک نبی کا ہونے کا جھوٹے دعوے دار نے حضرت عیسیٰ علیہ السلام کو وہ گندی اور غلیظ گالیاں دی ہیں اپنی کتاب میں. یہ ان کا نام مرزا غلام محمد قادیانی ہے، جنہوں نے غلیظ گالیاں لکھی ہیں حضرت عیسیٰ علیہ السلام کو. اور ہمارے بابے نے رحمۃ اللہ کرانی صاحب نے وہ شان بلند کی ہے کہ میں نے تو کبھی اس بزرگ کا نام بھی نہیں سنا تھا. آج میں اس بزرگ کے لیے اس کی پیٹھ پیچھے اس کے لیے فاتحہ پڑھی ہے، اس کے لیے مغفرت کی دعا کی ہے دل سے، اور اس کے لیے محبت اور پتہ نہیں کیا اظہار کیا. اچھا وڈائی صاحب موقع دے ذرا. نذیر بھائی میوٹ لگائیں 1 منٹ. افضل بھائی یہ رمضان کے مہینے میں یہ اتنی سخت دروگوئی. 1 منٹ میں نے ان کو بھی افضل سب کچھ کرتا ہے لیکن جھوٹ نہیں بولتا. وڈائی صاحب ٹھہر جاؤ. نذیر صاحب افضل وڈائی صاحب کو بھی میں نے میوٹ لگا دیا، میں نے آپ کو بھی لگا دیا. ابھی 2 منٹ رک جائیں. نذیر صاحب جو بات چل رہی تھی ہم اس پہ دوبارہ ایک دفعہ آتے ہیں، ذرا غور سے سنیے. ذرا آپ خالی مائک کھول کے اطلاع کہتے ہیں آپ کو میری آواز آ رہی ہے؟ جی آواز آ رہی ہے، پر
ٹھیک ہو گیا افضل بھائی ٹھیک کی ہو آواز گیا بہت خراب ہے, بہت غلط وہ آواز میوٹ ہے, ہو گیا, میوٹ کر دیا بہت گمراہی والی آواز کوئی ہے, مسئلہ ان کی آواز نہیں, مجھے نہیں آ رہی, ان کی پھر آپ آواز وہی کام بہت کر رہے گمراہی ہیں, والی. کوئی وہی کر رہے ہیں نا, چھوڑ دیں, میرے سے بات کریں, چھوڑے. نہیں, کیوں الزام تراشی کیوں کرتے ہیں, آپ کو جھوٹ کیوں بولتے ٹھیک ہیں؟ ہے, موقع دیں, موقع میں دیں. کہہ رہا ہوں کہ مرزا پھر صاحب نے وہی جو بات, تعریف کی ہے حضرت عیسیٰ علیہ السلام پھر وہی کی, بات, اور یہ بول رہے نعوذ باللہ توہین کی ہے, تو یہ جھوٹ چلے دروغگوئی سے کوئی کام بات لے رہے نہیں ہیں کہ ہے, نہیں؟ کوئی بات نہیں ہے, ٹھہرے تو صحیح. نہیں, ایک نبی کے بارے میں آپ جھوٹ بول رہے ہو. یا نذیر صاحب, نبی کے بارے میں نعوذ باللہ جھوٹ بول رہے ہو, آتے ہیں اس تو ٹاپک یہ آپ پہ, توہین کر رہے ہو. آتے ہیں اس ٹاپک یہ پہ. افضال احمد بھائی نے محمد بھائی ایک عیسیٰ منٹ علیہ ٹھہر السلام جائے. کی توہین کی ہے, عیسیٰ علیہ السلام کی توہین. نذیر صاحب میں آپ کو میوٹ لگا رہا ہوں, یہ کوئی طریقہ نہیں بات کرنے کا, یہ کوئی طریقہ نہیں بات کرنے کا. نذیر بلال صاحب جدو چھڑ جاندے نے تے پھر وہ چھڑ جاندے نے. اتنے میں کھول لینا نا عیسیٰ علیہ السلام کی باتیں, مرزا صاحب سمجھ اسی آنی میں جاوا کتے. بہرحال جی تسی دیکھو کہ اچھے تو اچھا مٹھے تو مٹھا بندہ او دے اندر کیے کہ اتھے جاؤ نا ذرا, تے پتر ایک باری مرزا مفتی بشر صاحب کا پھیرا لاؤ ہاں ذرا. نہیں تو آپ تصور کریں کہ مجھے وہ ایک شاتم کی براڈ مرزائی جو ایک شاتم ہے, شاتمیت کرتا ہے, انبیاء کو گالیاں دیتا ہے, امیات المومنین کو گالیاں دیتا ہے, صحابہ کو گالیاں دیتا ہے, بزرگان دین کو گالیاں دیتا ہے, مجھے اس کی براڈ کی طرف ریفر کر رہے ہیں کہ آپ وہاں پہ جائیں. دادا کرو, اس کو جا کے میری براڈ پہ بھیج دو, جو لاسٹ ٹائم ہوا تھا پھر ہو جائے گا ایک دفعہ. اللہ اکبر. لو جی اویس بھائی السلام علیکم. وعلیکم السلام ورحمۃ اللہ وبرکاتہ. کیسے ہیں الحمدللہ. ایون آپ بتائیں, اللہ کا آپ کو پتہ چلا جماعت احمدیہ کے ریئل عقائد میں کیا ہے؟ بہت کوئی نئی چیز ہے یہاں پہ, وہ بھی وہ بات لے کے آئیں گے جو کہ جماعت آئیں گے کچھ بھی نہیں کرے گا ان کے دل میں تھامنا. اللہ تعالیٰ کے تمام جو انبیاء ہیں محمد رسول اللہ صلی اللہ علیہ وسلم کے علاوہ, ان میں سے کوئی بھی کامل مسلمان نہیں تھا, بلکہ مسلمان کی وہ کہتے مسلمان ہی نہیں تھے, پھر کہتے کامل مسلمان نہیں تھے. یہ نئی ڈسکوری ہے آج کی اویس صاحب. ہاں جی, اور 2 لوگ دے کے گئے ہمیں. نہیں یہ بات آپ مطلب کر رہے ہیں مطلب اب ویسے آپ کی آواز ٹھیک نہیں آ رہی. میں نے کہا یہ بات آپ مطلب پروف, یہ بات مطلب پروف ہے چیزوں کی, بس ویسے آپ ہی آپ الزام لگا رہے ہیں. گواہی لے لیں. احمد میمن بھائی بیٹھے ہیں, بڑا صاحب یہ بیٹھے نیچے, آڈینس گواہی دے دے گی. ابھی لوگ تھے یار, مسافر صاحب آئے تھے, انہوں نے بھی یہی کہا ہے, نذیر بلال صاحب سے پوچھا ہے, انہوں نے بھی یہی کہا. نیچے واٹر صاحب کمنٹس لکھ رہے ہیں کہ وہ جو حضرت عیسیٰ علیہ السلام تھے وہ عیسوی اور موسوی مسلمان تھے, پتہ نہیں کس طرح کی وہ مسلمان تھے, لیکن مسلمان ان کو نہیں مان رہے وہ جس طرح ہم مانتے ہیں. ہماری نظر میں تو سارے انبیاء مسلمان تھے اور ان کی جو امتیں تھیں وہ بھی مسلمان تھیں, لیکن انہوں نے سم ہاؤ اس کویشچن میں دے ہیو سم آئیڈیا کہ دیر از اے کیچ ان دیٹ. اس سوال کے جواب میں وہ بالکل وہ فلپ ہوئے پڑے. وجہ اس کی صاف ظاہر ہے کہ مرزا طاہر احمد نے کہا ہوا ہے, آپ کو پتہ ہی ہے کہ حضرت عیسیٰ علیہ السلام جو ہیں وہ کافر ہیں, ان کے نعوذ باللہ انہوں نے کیٹیگوریکلی. بڑا صاحب خالی مرزا طاہر نہیں, نہیں کافر نہیں کہا انہوں نے, کافر نہیں کہا, مسلمان نہیں تھے, غیر مسلم, غیر مسلم کہا تھا. جو لفظ غیر مسلم کا یوز کیا ہوا ہے, اور یہ اس مرزا طاہر سے پیچھے بھی یہی چلا آ رہا ہے. ہمارے پاس پورے ریفرنسز ہیں, پچھلے کے ریفرنسز بھی سارے ہیں. وہ کہتے ہیں وہ تمہیں عیسائیت پڑھائے گا, نعوذ باللہ دیکھو الفاظ دیکھو, ٹون دیکھو, وہ تم اگر وہ نیچے آ جائے اسمان سے اتر آئے تو وہ تمہیں عیسائیت پڑھائے گا یا خود مسلمان بنے گا. یہ تھے ایگزیکٹ الفاظ, ایسے ہی ہے نا. تو اسی کے ساتھ بالکل بالکل بالکل, خود مسلمان ہو گئے یا تمہیں صحیح بنائے گا آ کے. اچھا یہ غیر مسلم ہوتے کون ہیں ویسے, کس کو کہتے ہیں ہم لوگ؟ یہ جو اللہ کے نبیوں کو غیر مسلم کہہ رہے ہوتے ہیں یہی ہوتے ہیں, اور کون ہوتے ہیں؟ وہ تو اچھا, یہ آپ کے نیچے نمونہ بھی آپ نے دیکھا ہے. اللہ رحم ہی کرے ان کے اوپر یار. توبہ 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 توبہ. وڈائر صاحب کچھ نہ بھی بندہ کرتا ہوئے یار, ان عقیدے نال ہی کوئی مطلب جا سکتا ہے. ان عقیدیاں نو لے کے جو قبر چ ٹر جاوے کہ اللہ دے نبی مسلمان ہی نہیں سن, وہ کدی سوچے تے سی تے جماعت نے کیتا کی اودے نال؟ پلے کک نہیں چھوڑا.
ਇਹ ਤੇ ਮੈਂ ਕਹਿ ਰਿਹਾ ਕਿ ਦੇਖੋ ਕਿ ਅਸੀਂ ਜਿਹੜੇ ਲੋਕ ਪਾਕਿਸਤਾਨ 'ਚ ਪੰਜਾਬ 'ਚ ਸਪੈਸ਼ਲੀ ਰਹਿੰਦੇ ਹਾਂ ਔਰ ਜਿਨ੍ਹਾਂ ਦੇ ਕੋਈ ਅਜ਼ੀਜ਼ੋ ਕਾਰਬ ਦੋਸਤ ਅਬਾਬ ਇਸ ਮਜ਼ਹਬ ਵਿੱਚ ਨੇ, ਉਹ ਕਿਸ ਤਰ੍ਹਾਂ ਬਾਲ ਬਚੇ ਨੇ ਇਸ ਗੰਦ ਵਿੱਚ ਲੈਣ ਨੂੰ। ਤੋਬਾ right? Anybody could become victim of that. जिंदगी आखिर दोनों तबाह। अल्लाह अकबर। ਇਹ ਜਿਹੜੇ ਅਹਿਮਦ ਉਪਲ ਸਾਹਿਬ ਨਹੀਂ ਆਉਂਦੇ, ਜੀ ਇਹਨਾਂ ਦਾ ਕਲਿੱਪ ਇੱਕ ਮੈਨੂੰ ਲੱਭ ਗਿਆ ਤੇ ਮੈਂ ਤੁਹਾਨੂੰ ਕਲਿੱਪ ਸੁਣਾ ਦੇਣਾ। उन्हें अल्लाह माफ करे, उन्होंने क्या कि जब वो आएंगे तो सबसे पहले तो नहीं बुलाएंगे अपने खतरे करवाने के लिए। अस्तगफिरुल्लाह। अंदाजा करो तुसी, जादू वो जो सट चढ़ के बोले। ਮੈਨੂੰ ਹਾਸਾ ਆ ਰਿਹਾ ਡਾਕਟਰ ਲਾਈਵ ਦੀ ਡੀਪੀ ਦੇਖ ਕੇ ਕਿ ਇਹ ਡਾਕਟਰ ਸਾਹਿਬ ਤੁਸੀਂ ਇਹ ਫ੍ਰੀ ਦੇ ਵਿੱਚ ਰਿਕਾਰਡਿੰਗ ਕਰਦੇ ਹੋ ਜਾਂ ਰਾਜਾ ਅਤਾਉਲ ਮਨਾਨ ਸਾਹਿਬ ਤੁਹਾਨੂੰ ਕੁਝ ਪੇ ਵੀ ਕਰਦੇ? ਨਹੀਂ, ਉਹ ਸੋ ਜਾਂਦਾ ਨੇ ਮੇਰੀ ਲਾਈਵ ਸੁਣਦੇ ਡੇਲੀ ਦਾ ਬੋਲ ਜਾਂਦਾ। ਨਹੀਂ, ਉਹ ਪਤਾ ਕੀ ਟਵਿੱਟਰ ਤੇ ਮੇਰੀ ਸਪੇਸ ਦੇ ਵਿੱਚ ਰਾਜਾ ਅਤਾਉਲ ਮਨਾਨ ਸਾਹਿਬ ਨੇ 2 ਲੜਕੇ ਅਪੁਆਇੰਟ ਕੀਤੇ ਸਨ ਜਿਹੜੇ 25-30 ਘੰਟੇ ਮੇਰੀ ਬਰਾਡ ਮੁਸਲਸਲ ਸਪੇਸ ਜਿਹੜੀ ਉਹ ਰਿਕਾਰਡ ਕੀਤੀ ਜਾਂਦੀ ਸੀ। ਕੈਨ ਯੂ ਬਿਲੀਵ ਦੈਟ? ਵਾਹ ਕੀ ਬਾਤ ਹੈ ਸਰ। ਮਿਨੀਮਮ 2 ਲੜਕੇ ਉਹਨਾਂ ਅਪੁਆਇੰਟ ਕੀਤੇ ਸਨ ਕਿ ਰਿਕਾਰਡ ਕਰਨੀ ਔਰ ਮਿੰਟ ਬਾਈ ਮਿੰਟ ਸਰ ਅਪਡੇਟ ਵੀ। बहरहाल यार कमाल लोग ने यार, खीर ही हो गई। ਵਾਟਰ ਸਾਹਿਬ ਤੁਸੀਂ ਇਹ ਲਾਈਵ ਕ੍ਰੀਏਟਰ ਨੂੰ ਫਾਲੋ ਕਿਉਂ ਕੀਤਾ ਜਦੋਂ ਤੁਸੀਂ ਆਪਣਾ ਅਕਾਊਂਟ ਲਾਗ ਕੀਤੇ ਹੈ ਨਾ? ਤੁਸੀਂ ਕਿਸੇ ਮਤਲਬ ਇਹ ਨਾ ਬੜਾ ਸਭ ਜ਼ੇਦੀ ਬਰੀਜ਼ ਹੈ। ਮੈਂ ਤੁਹਾਨੂੰ ਗੱਲ ਦੱਸਾਂ ਜੀ, ਹੁਣ ਦੇਖੋ ਉਹਨੇ ਕਾਲ ਪਾਈ ਹੈ ਤੇ ਹੁਣ ਉਹ ਤੁਹਾਨੂੰ ਪਹਿਲਾਂ ਫਾਲੋ ਕੀਤਾ ਫਿਰ ਕਾਲ ਪਾਈ ਹੈ। ਦੱਸੋ ਅੰਦਾਜ਼ਾ ਕਰੋ ਕੀ ਸਿਆਸਤ ਤੇ ਉਹਨੂੰ ਕੀ ਲੱਗ ਰਿਹਾ ਹੈ, ਮਤਲਬ ਮੈਂ ਉਹਨੂੰ ਕੀ ਲੱਗ ਰਿਹਾ ਕਿ ਮੈਂ ਚੁੱਕਣੀ ਹੈ ਕਾਲ। ਸੋਚੋ ਹੁਣ ਅਸਲਮ ਵਾਲੇ ਕਮਾਲ ਵੀ ਕਹਿ ਦਿੱਤਾ। ਹਾਂ ਯਾਰ ਵਾਟਰ ਸਾਹਿਬ ਖੁਦਾ ਦਾ ਵਾਸਤਾ ਯਾਰ ਕਿਸੇ ਅੱਛੇ ਡਾਕਟਰ ਕੋਲੋਂ ਕੋਈ ਕੰਸਲਟ ਕਰੋ ਕਿ ਤੁਹਾਡਾ ਦੇਖੋ 5 ਫਾਲੋਅਰਸ ਤੇ 12 ਫਾਲੋਇੰਗ ਯਾਰ। ਤੁਹਾਨੂੰ ਪਤਾ ਹੀ ਹੈ ਤਕਰੀਬਨ ਮੈਨੂੰ 25 ਦਫਾ ਫਾਲੋ ਕਰ ਬੈਠਿਆ, 25 ਦਫਾ। ਨਹੀਂ ਉਹ ਵੇਖੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵਾਟਰ ਸਾਹਿਬ ਦੀ ਆਖਰ ਫੈਲੋ ਹਾਂ, ਅਸੀਂ ਸੋਸ਼ਲ ਮੀਡੀਆ ਫੈਲੋ, ਸਾਨੂੰ ਵੀ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਔਰ ਬੈਸਟ ਹੈਲਪ ਇਹ ਹੈ ਕਿ ਕੋਈ ਉਹਨਾਂ ਦੇ ਇਲਾਕੇ 'ਚ ਕੋਈ ਅੱਛਾ ਜਿਹਾ ਡਾਕਟਰ ਜਿਹੜਾ ਸਾਈਕੈਟਰਿਸਟ ਜਾਂ ਸਾਈਕੋਲੋਜਿਸਟ ਲੋਕੇਟ ਕਰਕੇ ਉਹਨਾਂ ਨੂੰ ਉਹਦਾ ਐਡਰੈਸ ਫਾਲੋ ਕਰ ਦਿੰਦੇ। ਜਾਂ ਤਾਂ ਸ਼ੇਅਰ ਕਰਨਾ, ਸ਼ੇਅਰ ਤੇ ਕਰਨਾ ਕਿਉਂ ਕੀ ਸਿਸਟਮ ਹੈ। ਕੋਈ ਅਪੁਆਇੰਟਮੈਂਟ ਬਣਵਾ ਕੇ ਅਸੀਂ ਉਹਨਾਂ ਨੂੰ ਦੱਸੀਏ ਕਿ ਫਲਾਣੇ ਦਿਨ ਦੀ ਯਾਰ ਤੁਹਾਡੀ ਅਪੁਆਇੰਟਮੈਂਟ ਹੈ। ਵਾਟਰ ਸਾਹਿਬ ਥੱਲੇ ਦੱਸ ਮੇਰਾ ਖਿਆਲ ਹੈ ਬੜਾ ਸਾਹਿਬ ਇਹਨਾਂ ਦੀ ਉਹ ਜਿਹੜੀ ਹੁੰਦੀ ਨਹੀਂ ਉਹ ਥੈਰੇਪੀ ਜਿਹਦੇ ਵਿੱਚ ਪ੍ਰੋਪਰ ਜਿਹੜਾ ਉਹ ਰੋਣ ਦੀ ਥੈਰੇਪੀ ਹੁੰਦੀ ਹੈ, ਕ੍ਰਾਈਂਗ ਆਊਟ ਲਾਊਡ, ਉਹ ਸੀਨੇ ਤੇ ਹੱਥ ਰੱਖਦੇ ਨੇ ਤੇ ਉਹ ਰੋਂਦੇ ਨੇ ਉੱਚੀ ਉੱਚੀ। ਮੇਰੇ ਖਿਆਲ ਚ ਵਾਟਰ ਸਾਹਿਬ ਠੀਕ ਰਹੇਗਾ। WhatsApp ਦੇ ਲਿਖਦੇ ਹੋ ਜਿਹੜਾ ਕਿਹੜਾ ਵੀਕ ਔਰ ਕਿਹੜਾ ਟਾਈਮ ਸਲਾਟ ਤੁਹਾਡੇ ਵਾਸਤੇ ਸੂਟੇਬਲ ਹੈ। ਤੇ ਟੋਰਾਂਟੋ ਮੈਂ ਤੁਹਾਡੇ ਲੋਕੇਸ਼ਨ ਨਹੀਂ ਪੁੱਛਣਾ ਚਾਹੁੰਦਾ, ਮੈਂ ਟੋਰਾਂਟੋ ਨੂੰ ਮਾਰਕ ਕਰ ਲੈਣਾ, ਉੱਥੇ ਅਪਾਇੰਟਮੈਂਟ ਮੈਂ ਬਣਾ ਦੇਣਾ, ਤੁਸੀਂ ਫਿਰ ਆਪੇ ਟਰੈਵਲ ਕਰ ਲਿਆ ਜੇ। ਹਾਂ ਨਹੀਂ ਬਣਦਾ ਇਹਨਾਂ ਤੇ ਬਣਦਾ ਕਿਉਂਕਿ ਉਹ ਕ੍ਰਾਈਂਗ ਆਊਟ ਲਾਊਡ ਜਿਹੜਾ ਨਾ ਉਹ ਕਹਿੰਦੇ ਨੇ ਐਸਾ ਬੜਾ ਮਸ਼ਹੂਰ ਮਕੂਲਾ ਕਹਿੰਦੇ ਵੈਨ ਮਾਈਂਡ ਸਫਰਸ ਬੋਡੀ ਕ੍ਰਾਈਜ਼ ਆਊਟ। ਤੇ ਇਹਨੂੰ ਥੋੜਾ ਜਿਹਾ ਚਾਹੀਦਾ ਕਿ ਇੱਕ ਵਾਰੀ ਉੱਚੀ ਉੱਚੀ ਰੋਵੇ। ਕਿਉਂਕਿ ਉਹ ਵਾਟਰ ਸਾਹਿਬ ਨੇ ਤੁਹਾਨੂੰ ਧਮਕੀ ਦੇ ਦਿੱਤੀ ਹੈ। ਕੀ ਹੈ? ਉਹ ਕਹਿ ਰਹੇ ਨੇ ਨਾਓ ਉਹਨੇ ਹੁਣੇ ਚੁੱਕ ਦੀ ਤਾਂ ਕਿਹਾ ਰੇ ਤੂੰ। ਨਾਓ ਕਾਲ ਹੈ ਕਹਿੰਦਾ ਹੁਣੇ ਹੀ ਕਰ ਮੈਨੂੰ ਕਾਲ। अल्लाह ही रहम करे ना ते। अस्सलामु अलैकुम व रहमतुल्लाहि व बरकातहू। वालेकुम अस्सलाम व रहमतुल्लाहि व बरकातहू। कैसे हैं भट्ट साहब? भट्ट साहब क्या ईद नेड़े आई है, तुसी भी देखो आ गए हो ना फिर चंद की तरह। सारा रमजान तुसी को अच्छे रहे हो। भट्ट साहब ने सोशल मीडिया एक्टिविज्म काफ़ी डाउन स्केल की थी।
अस्सलाम वालेकुम, क्या हाल है सब भाई? जनाब जाजिल साहब कैसे हैं? रहमतुल्लाह वबरकातुह। अल्हम्दुलिल्लाह। कैसे हो बड़ा किया साहब, राती एक मैं वीडियो सुनी, एक भाई ने लाई है, तो चलो कोई है तो रमजान दी है, पुरानी है। हाँ ਤੁਹਾਡੇ ਯਾਰ ਨੂੰ ਤੇ ਫਤਵੇ ਬੜੇ ਲੱਗ ਗਏ ਨੇ ਰਾਜਾ ਸਾਹਿਬ ਦੇ ਉੱਤੇ। किस चीज़ दे? ਉਹਨਾਂ ਕਿਹਾ ਜੀ ਮੁਨਾਫਕ ਹੈ, ਫਲਾਨ ਹੈ, ਢੀਂਗ ਹੈ, ਬਦਮਾਸ਼ ਹੈ, ਟਿਕਟੌਕ ਦਾ ਅਹਿਮਦੀਆਂ ਲਾਏ ਨੇ। हाँ नहीं ये तो सारी गल ठीक है, वो कह रहे हैं ना, साड़ी भी यही राय ਅਸੀਂ ਉਹਨਾਂ ਨਾਲ ਐਗਰੀ ਕਰਨੇ ਆ। ਉਹ ਕਵਾਲ ਕਰ ਜਣਾ ਵੱਡਿਆ ਯਾਰ। ਉਹ ਜ਼ਾਇਦ पे ਮੈਨੂੰ WhatsApp ਤੇ ਲਿਖ ਤੇ ਸ਼ੇਅਰ ਕਰੋ ਦਾ ਉਸ ਵੀਡੀਓ ਦਾ। ਉਹ ਟਿਕਟੌਕ ਖੋਲੋ, YouTube ਖੋਲੋ। जनाब ਨਹੀਂ ਲਿੰਕ ਭੇਜੋ ਮੈਨੂੰ ਵੀਡੀਓ ਦਾ। ਮੈਂ ਭੇਜਣ ਲੱਗਾ। ਓਕੇ ਜੀ WhatsApp ਬੋਲੋ। ਵਡੈਲ ਸਾਹਿਬ ਰਾਤੀ ਤੁਹਾਡਾ ਦੋਸਤ ਕਹਿੰਦਾ ਸੀ ਪਿਆ ਕਿ ਜਿਹੜਾ ਨਬੂਵਤ ਕਹਿੰਦਾ ਜਾਰੀ ਏ, ਉਹ ਲਾਂਤੀ ਏ, ਮਰਦੂਦ ਏ, ਉਹ ਕਜ਼ਾਬ ਏ, ਉਹ ਦਜਾਲ ਏ। ਉਹ ਨਾਸਰ ਸਾਹਿਬ ਕਹਿੰਦੇ ਹਨ ਕਹਿੰਦਾ ਉਹ ਸਭ ਝੂਠੇ ਨੇ ਜਿਹੜੇ ਕਹਿੰਦੇ ਨੇ ਨਬੂਵਤ ਜਾਰੀ ਏ। ਕਿਹੜਾ ਨਾਸਰ ਜੀ? ਇੱਕੋ ਹੀ ਹੈ, ਜ਼ਾਹਿਰ ਜਮੀਲ ਸਾਹਿਬ ਜਾਣਦੇ ਨੇ ਨਾਸਰ ਨਾਂ ਦਾ। ਉਹ ਵਰਿਆਮ ਦੀ ਬਰਾੜ ਦੇ ਗਾਲਬਨ ਤੁਹਾਡੀ ਆਈਡੀ ਵੀ ਥੱਲੇ ਹੈ। ਉਹ ਜਿਹੜਾ ਕਹਿੰਦਾ ਉਹ ਨਾਸਰ ਅਹਿਮਦ ਨਹੀਂ, ਮੇਰੀ ਆਈਡੀ ਨਹੀਂ, ਕੋਈ ਮੇਰੀ ਜੈਲੀ ਆਈਡੀ ਹੋਣੀ, ਮੈਂ ਨਹੀਂ ਸਾਂ ਉਧਰ ਗਿਆ। ਨਹੀਂ ਸਹੀ। ਅੱਛਾ ਨਾਸਰ ਅਹਿਮਦ ਦੀ ਗੱਲ ਕਰ ਰਹੇ ਹੋ, ਜਿਹੜਾ ਉੱਥੇ ਹੁੰਦਾ ਵਰਿਆਮ ਦੀ ਬਰਾੜ। ਮੈਂ ਸਵਾਲ ਕੀਤਾ ਅੱਛਾ ਕਿ ਤੁਹਾਡੇ ਜਮਾਤ ਦੇ ਬੰਦੇ ਕਹਿੰਦੇ ਨੇ ਕਿ ਨਬੂਵਤ ਜਾਰੀ ਹੈ, ਤੇ ਜਿਹੜਾ ਦਾਵਾ ਕਰਦਾ ਉਹਨੂੰ ਕਹਿੰਦੇ ਨੇ ਪਾਗਲ ਹੈ ਜਾਂ ਝੂਠਾ ਹੈ। ਮੈਂ ਕਿਹਾ ਫਿਰ ਨਹੀਂ ਉਹ ਠੀਕ ਕਹਿ ਰਿਹਾ ਨਾ। ਉਹ ਆਂਦਾ ਮਿਰਜ਼ਾ ਸਾਹਿਬ ਵਾਸਤੇ ਖੁੱਲੀ ਹੈ ਨਬੂਵਤ, ਬਾਕੀਆਂ ਵਾਸਤੇ ਬੰਦ ਹੈ। ਉਹਦਾ ਕੀ ਉਹ ਕਹਿੰਦਾ ਕੋਈ ਵੀ ਦਾਵਾ ਕਰੇ, ਕੋਈ ਵੀ ਹੈ ਜਿਹੜਾ ਹੈ ਉਹ ਨਹੀਂ ਉਹ ਨਾ ਭੱਟ ਸਾਹਿਬ ਇੰਨੇ ਤੁਸੀਂ ਭੋਲੇ ਬਣੇ ਹੋ ਬਾਦਸ਼ਾਹ, ਜਾ ਕੇ ਦੁਬਾਰਾ ਪੁੱਛੋ ਸੋ। ਉਹ ਕਹਿੰਦਾ ਉਹ ਨਬੀ ਹੈ ਹੀ ਕੋਈ ਨਹੀਂ ਮਿਰਜ਼ਾ ਸਾਹਿਬ। ਤੁਸੀਂ ਜ਼ਰਾ ਗੱਪ ਲਾਓ, ਮੈਂ ਜ਼ਰਾ 5 ਮਿੰਟ ਤੱਕ ਆ ਰਿਹਾ, ਮੇਰਾ ਉਹ ਟਾਈਮ ਲੰਘ ਜਾਣਾ, ਇੱਕ ਸ਼ਾਇਦ ਮੈਂ ਆ ਰਿਹਾ। ਨਹੀਂ ਉਹ ਕਹਿੰਦਾ ਕੋਈ ਨਵੀਂ ਨੂਵੀ ਨਹੀਂ। ਨਹੀਂ ਮੈਂ ਨਹੀਂ ਮੰਨਦਾ, ਕਿਉਂਕਿ ਮੈਂ ਉਸ ਬਰਾੜ ਤੇ ਬਹਿੰਦਾ ਰਿਹਾ ਕੁਝ ਹਫ਼ਤੇ, ਪਰ ਮੈਂ ਨਾਸਰ ਸਾਹਿਬ ਦੇ ਖਿਆਲਾਤ ਤੋਂ ਫੈਮਿਲੀਅਰ ਹਾਂ। ਮੈਂ ਉਹਨਾਂ ਕੋਲ ਅੱਜ ਤੱਕ ਇਸ ਕਿਸਮ ਦੀ ਕੋਈ ਗੱਲ ਨਹੀਂ ਸੁਣੀ ਕਿ ਨਬੂਵਤ ਮੈਨੂੰ ਤੇ ਇਹ ਸਮਝ ਲੱਗੀ ਹੈ। ਵਰਨਾ ਭੱਟ ਸਾਹਿਬ ਦੇਖੋ ਨਾ, ਬਾਈ ਡੈਫੀਨੇਸ਼ਨ ਕੋਈ ਬੰਦਾ ਮਰਜ਼ਾਈ ਹੋ ਹੀ ਨਹੀਂ ਸਕਦਾ ਅਗਰ ਮਿਰਜ਼ਾ ਗੁਲਾਮ ਅਹਿਮਦ ਨੂੰ ਉਹ ਉਮਤੀ ਨਬੀ ਨਹੀਂ ਮੰਨਦਾ। ਇਹ ਤਾਂ ਬੇਸਿਕ ਡੈਫੀਨੇਸ਼ਨ ਹੈ ਮਰਜ਼ਾਈਅਤ ਦੀ। ਉਹ ਮਰਜ਼ਾਈ ਕਿਹੜਾ ਹੈ ਜਿਹੜਾ ਆਖੇ ਮੈਂ ਮਿਰਜ਼ਾ ਸਾਹਿਬ ਨੂੰ ਮੰਨਣਾ ਵਾ ਪਰ ਮੈਂ ਨਬੀ ਨਹੀਂ ਉਹਨਾਂ ਨੂੰ ਮੰਨਦਾ? ਉਹ ਕਿਹੜੀ ਮਰਜ਼ਾਈਅਤ ਹੈ ਜੀ? ਇਸ ਵਾਸਤੇ ਇਹ ਗੱਲ ਹੋ ਹੀ ਨਹੀਂ ਸਕਦੀ। ਇਹਦਾ ਮਤਲਬ ਹੈ ਫਿਰ ਝੂਠੀ ਮੂਠੀ ਉੱਤੋਂ ਹੀ ਕਹਿੰਦੇ ਨੇ। ਉਹਦਾ ਕੋਈ ਮੂਡ ਹੋਏਗਾ, ਪਤਾ ਨਹੀਂ ਕਿਸੇ ਮੂਡ ਚ ਹੋਏਗਾ ਉਹ। ਬਹਰਾਲ ਉਹਨਾਂ ਕਹੇ ਨੇ, ਉਹ ਮੌਜੂਦ ਨੇ, ਔਨ ਦਾ ਰਿਕਾਰਡ ਨੇ। ਹੁਣ ਵੇਖੋ ਨਾ यार वाटर साहब, कसम से यार कोई अपना इलाज कराओ यार वाटर साहब, सही गल है। आई एम कंसर्न फॉर यू। ਬੁੜਿਆ ਸਾਹਿਬ ਤੁਸੀਂ ਕਿਉਂ ਇੰਜ ਕਰਦੇ ਹੋ? ਇਹਨਾਂ ਨੂੰ ਛੱਡਦੇ ਹੋ ਇਹਨਾਂ ਨੂੰ। नहीं वाटर साहब ਨੂੰ ਨਾ ਮਿਊਟ ਕਰੋ ਯਾਰ। ਮਿਊਟ ਕਰਨ ਦਾ ਤੇ ਕੋਈ ਮਕਸਦ ਨਹੀਂ ਨਾ। ਮਿਊਟ ਗਾਲਾਂ ਤੇ ਗਲਤ ਲਾ ਲੈਂਦੇ ਹੋ, ਹੋਵੇ ਕਾਦੀਆਨੀ ਤੇ ਹੋਵੇ ਚੰਗਾ। ਮੇਰਾ ਦਿਮਾਗ ਨਹੀਂ ਤਸਲੀਮ ਕਰਦਾ। ਨਹੀਂ ਇਹ ਗੱਲ ਮੈਂ ਵੀ ਤੁਹਾਡੀ ਇਸ ਗੱਲ ਕਨਕਲੂਜਨ ਮੈਂ ਵੀ ਕਰ ਲਿਆ ਕਿ ਕਾਦੀਆਨੀ ਜਿਹੜਾ ਨਾ ਜੀ ਉਹ ਐਟ ਦੀ ਐਂਡ ਆਫ ਦਾ ਡੇ ਉਹ ਮਰਜ਼ਾਈ। ਵੇਖੋ ਜੀ ਭੱਟ ਸਾਹਿਬ, ਸਿੱਧਾ ਜਿਹਾ ਅਸੂਲ ਹੈ। ਮੈਨੂੰ ਇੱਕ ਜ਼ਿੰਦਗੀ 'ਚ ਫਾਰਮੂਲਾ ਇਸ ਸਟੇਜ 'ਤੇ ਸਮਝ ਆਈ, ਜਿਹੜਾ ਬੰਦਾ ਅੰਬੀਆ ਨੂੰ ਗਾਲਾਂ ਕੱਢ ਸਕਦਾ ਹੈ ਨਾ ਉਹ ਅੱਛਾ ਇਨਸਾਨ ਹੋ ਹੀ ਨਹੀਂ ਸਕਦਾ। ਔਰ ਜਿਹੜਾ ਮਜ਼ਹਬ ਇਸ ਚੀਜ਼ ਨੂੰ ਅਲਾਓ ਕਰਦਾ ਹੈ ਕਿ ਤੁਸੀਂ ਕਿਸੇ ਵੀ ਅਜ਼ੀਮ ਪਾਕ ਹਸਤੀ ਨੂੰ ਗਾਲ ਕੱਢ ਸਕਦੇ ਹੋ ਇਲਜ਼ਾਮੀ ਜਵਾਬ ਦੇ ਜ਼ਿਮਨ 'ਚ, ਤੇ ਉਹ ਮਜ਼ਹਬ ਕਦੀ ਵੀ ਉਹ ਮਜ਼ਹਬ ਹੋ ਹੀ ਨਹੀਂ ਸਕਦਾ। ਉਹ ਪਤਾ ਨਹੀਂ ਉਹਦਾ ਕੀ ਨਾਂ ਤੁਸੀਂ ਰੱਖ ਲਓ ਲੇਕਿਨ ਉਹ ਮਜ਼ਹਬ ਨਹੀਂ ਹੈ। ਗੱਲ ਇਹ ਇੰਜੀ ਹੈ, ਕਾਦੀਆਨੀ ਨੂੰ ਸਮਝਾਣਾ ਤੇ ਊਠ ਨੂੰ ਰਕਸ਼ੇ 'ਚ ਬਾੜਨਾ ਇੱਕ ਬਰਾਬਰ ਨਾ। ਊਠ ਰਕਸ਼ੇ 'ਚ ਵੜਦਾ ਤੇ ਨਾ ਕਾਦੀਆਨੀ ਹੀ ਸਮਝਦਾ। जी बिल्कुल सही, यू आर राइट।
ਬੜੇ ਬੜੇ ਟੋਪੀ ਡਰਾਮਿਆਂ ਰੰਗਾਂ 'ਚ ਕੋਈ ਕੁਝ ਬਣੇ ਆ, ਕੋਈ ਕੁਝ ਬਣੇ ਆ, ਤੇ ਉਹ ਹਕੀਕਤ 'ਚ ਓਰੀਜਨਲ ਖਾ ਦਿਆ ਨਹੀਂ ਨੇ ਉੱਤੋਂ ਦੀ। ਮੈਂ ਜੀ ਐਸਾ ਤੇ ਮੈਂ ਇੰਜਵਾਂ ਤੇ ਮੈਂ ਇੰਜਵਾਂ। ਉਹ ਰੋਜ਼ਮਰਾ 'ਚ ਇਹਨਾਂ ਦੀਆਂ ਟੀਟੋ ਪਾਟੀਆਂ ਸਮਝਦੇ ਆ। ਕੱਲ ਸੋ ਗਏ ਹੋ ਵਡੈਜ ਸਾਹਿਬ? ਗਾਲਬਨ ਮੇਰਾ ਖਿਆਲ ਤੁਸੀਂ ਬਰਾੜ ਲਾ। ਜੀ ਜੀ ਬਿਲਕੁਲ ਸੌਂ ਗਿਆ ਸਾਂ। ਉਹ ਫਿਰ ਮੇਰਾ ਹਾਲੇ ਪਜ਼ਲ ਸਾਲਵ ਨਾ ਹੋਣ ਦੀ ਵਜ੍ਹਾ ਤੋਂ ਫਿਰ ਬਰਾਡ ਕ੍ਰੈਸ਼ ਹੋਈ ਹੈ, ਇਨਐਕਟੀਵਿਟੀ ਦੀ ਵਜ੍ਹਾ।